ਇੰਟਰਨੈਸ਼ਨਲ ਸਟੂਡੈਂਟਸ ਦੀ ਡੈਥ ਰੇਟ ਵਿੱਚ ਲਗਾਤਾਰ ਪਿਛਲੇ 2 ਸਾਲਾਂ ਵਿੱਚ ਵਾਧਾ ਹੋ ਰਿਹਾ ਹੈ। ਕੈਨੇਡਾ ਦੇ ਵਿੰਡਸਰ ਸ਼ਹਿਰ ਵਿੱਚ ਪੜ੍ਹ ਰਹੇ 3 ਪੰਜਾਬੀ ਵਿਦਿਆਰਥੀਆਂ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਦੋ ਟਰੱਕਾਂ ਦੀ ਹੋਈ ਆਪਸੀ ਟੱਕਰ ਵਿੱਚ 2 ਪੰਜਾਬੀ ਵਿਦਿਆਰਥੀਆਂ ਦੀ ਮੌਤ ਹੋ ਗਈ। ਸਟੱਡੀ ਵੀਜ਼ੇ ਤੇ ਗਿਆ ਸੀ ਅਪ੍ਰੈਲ 14 ਵਿਸਾਖੀ ਵਾਲੇ ਦਿਨ। ਵੀਰ ਢੱਲ ਨੇ ਕਥਿਤ ਤੌਰ ਤੇ ਸਮਨਦੀਪ ਕੌਰ ਦਾ ਕਤਲ ਕੀਤਾ। ਮੇਰੇ ਨਾਲ ਇਹ ਗੱਲ ਕਰਦੀ ਸੀ, ਮੰਮੀ ਐਤਕੀ ਮੈਂ ਸੋਡਾ ਬਣਾ ਲਿਆ, ਪ੍ਰਦੀਪ ਦਾ ਬਣਾ ਲਿਆ। ਮੈਂ ਜਦ PR ਹੋ ਕੇ ਆऊँ ਤੁਹਾਡੇ ਕੋਲ ਆਉਂਗੀ ਜਦੋਂ। नमस्कार, आदाब, सत श्री अकाल। हमदर्द टीवी देखने वाले सारे दर्शकों का स्वागत है प्रोग्राम न्यूज़ एंड व्यूज़ विच। मैं हाँ तरनजीत कौर घुम्मण हासरां च लैके तुहाडा अपना प्रोग्राम जिहदे विच अज असीं एक अहम मुद्दे उत्ते गलबात करांगे। नाल दी नाल हमेशा की तरह असीं खबरां दे बारे विच पूरी जानकारी तुहानूं मुहैया करवावांगे। खबरां दे उत्ते विचार वटांदरा दा करांगे ही, पर अज दा जिहड़ा साडा एपीसोड है ना, वो कुछ खास एपीसोड है। ਅੱਜ ਕੁਝ ਮੁੱਦੇ ਅਸੀਂ ਚੁੱਕਣ ਜਾ ਰਹੇ ਹਾਂ ਜਿਹਦੇ ਵਿੱਚ ਖਾਸ ਤੌਰ ਤੇ ਇੰਟਰਨੈਸ਼ਨਲ ਸਟੂਡੈਂਟਸ ਜਦੋਂ ਇੱਥੇ ਆਉਂਦੇ ਨੇ, ਬਾਈ ਚਾਂਸ ਕੋਈ ਅਜਿਹੀ ਅਣਹੋਣੀ ਵਾਪਰ ਜਾਂਦੀ ਹੈ, ਉਹਨਾਂ ਦੀ ਡੈਥ ਹੋ ਜਾਂਦੀ ਹੈ, ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਦੀਆਂ ਲਾਸ਼ਾਂ ਵਾਪਸ ਵਤਨ ਭੇਜੀਆਂ ਜਾਂਦੀਆਂ ਨੇ, ਉਸ ਨਾਮ ਦੇ ਉੱਤੇ ਜਦੋਂ ਫੰਡ ਰੇਜ਼ ਹੁੰਦੇ ਆ, ਸੁਣਨ ਦੇ ਵਿੱਚ ਆ ਰਿਹਾ ਕਿ ਉਹਨਾਂ ਵਿੱਚ ਕੁਝ ਗੜਬੜੀ ਇਸ ਵਕਤ ਦੇਖਣ ਨੂੰ ਮਿਲ ਰਹੀ ਹੈ। ਕੁਝ ਅਜਿਹੇ ਹੀ ਮੁੱਦੇ ਲੈ ਕੇ ਅੱਜ ਅਸੀਂ ਹਾਜ਼ਰ ਹਾਂ। ਇਹਦੇ ਬਾਰੇ ਗੱਲਬਾਤ ਕਰਾਂਗੇ, ਤੁਹਾਡੇ ਵੀ ਵਿਚਾਰ ਜਾਣਾਂਗੇ। ਸਭ ਤੋਂ ਪਹਿਲਾਂ ਜੋੜ ਲੈਣੇ ਜੀ ਮੇਰੇ ਸਹਿਯੋਗੀ ਮਰਕਿੰਨਾ ਜੀ ਨੂੰ। ਤਰਨ ਮੇਰੇ ਵੱਲੋਂ ਤੁਹਾਨੂੰ ਸਾਰੇ ਦਰਸ਼ਕਾਂ ਨੂੰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ, आदाब, नमस्कार जी। कभी तकदीर का मातम, कभी दुनिया का गिला, कभी तकदीर का मातम, कभी दुनिया का गिला, मंजिले इश्क में हर गम पे रोना आया, ऐ मोहब्बत तेरे अंजाम पे रोना आया, जाने क्यों आज तेरे नाम पे रोना आया, यूँ तो हर शाम उम्मीदों में गुजर जाती थी, यूँ तो हर शाम उम्मीदों में गुजर जाती थी, आज कुछ बात है जो शाम पे रोना आया, जब हुआ जिक्र ज़माने में मोहब्बत का शकील, जब हुआ जिक्र ज़माने में मोहब्बत का शकील, मुझको अपने दिले नाकाम पे रोना आया, ऐ मोहब्बत तेरे अंजाम पे रोना आया। बहुत खूब सर। ਅੱਜ ਆਪਣਾ ਟੌਪਿਕ ਵੀ ਕੁਝ ਅਜਿਹਾ ਤੇ ਤੁਹਾਡੀਆਂ ਜਿਹੜੀਆਂ ਲਾਈਨਸ ਨੇ ਉਹ ਵੀ ਕੁਝ ਅਜਿਹੀਆਂ ਨੇ ਕਿ ਸੈਡ ਜਿਹਾ ਮਾਹੌਲ ਥੋੜਾ ਜਿਹਾ ਬਣ ਗਿਆ। ਤਰਨ ਗੱਲ ਹੈ ਜਿਹੜੀ ਆਪਾਂ ਗੱਲ ਕਰਨ ਜਾ ਰਹੇ ਹਾਂ, ਇਹ ਬਹੁਤ ਸੈਡ ਸਟੋਰੀਜ਼ ਨੇ ਜਿਹਦਾ ਵਿੱਚ ਕੁਝ ਲੋਕ, ਸਾਰੀਆਂ ਸਟੋਰੀਜ਼ ਇਹ ਨਹੀਂ ਹੈ, ਹਰੇਕ ਦੇ ਵਿੱਚ ਇਹ ਕੰਮ ਨਹੀਂ ਹੈ, ਜਿਹੜੀ ਕਿ ਕੁਝ ਇੱਕ ਦੇ ਵਿੱਚ ਅਜਿਹੀਆਂ ਗੱਲਾਂ ਇਸ ਵੇਲੇ ਸਾਹਮਣੇ ਆਉਣ ਲੱਗੀਆਂ ਹੋਈਆਂ ਨੇ। ਆਪਣੇ ਜਿਹੜੀ ਖੋਜ ਕੀਤੀ ਇਹਦੇ ਉੱਤੇ, ਤੁਸੀਂ ਬਹੁਤ ਵਰਕ ਕੀਤਾ ਇਹਦੇ ਉੱਤੇ, ਉਹ ਐਸੀਆਂ ਨੇ ਕਿ ਸ਼ੋਕਮਈ ਖਬਰਾਂ ਨੇ ਔਰ ਉਹਦਾ ਕੁਝ ਲੋਕ ਬੜਾ ਨਜਾਇਜ਼ ਫਾਇਦਾ ਉਠਾ ਰਹੇ ਨੇ। ਫਾਇਦਾ ਤੁਸੀਂ ਉਹ ਦੇਖ ਲਓ ਵੀ ਮੌਤ ਦੇ ਉੱਤੇ ਆਪਾਂ ਆਮ ਗੱਲਾਂ ਕਰਦੇ ਹਾਂ ਵੀ ਹਰ ਕੋਈ ਕਈ ਵਾਰੀ ਕੈਸ਼ ਕਰਨ ਦੀ ਕੋਸ਼ਿਸ਼ ਕਰਦਾ ਹੈ ਕਿਸੇ ਵੀ ਕਿਸਮ ਦੀ, ਪਰ ਜਿਹੜੀ ਆਹ ਇੱਥੇ ਸਟੂਡੈਂਟਸ ਆਉਂਦੇ ਨੇ, ਕੋਈ ਵੀ ਇਕੱਲਾ ਇੱਥੇ ਨਹੀਂ, ਬਾਹਰ ਵਿਦੇਸ਼ਾਂ 'ਚ ਆਉਂਦੇ ਨੇ, ਇੰਡੀਆ ਤੋਂ ਕਿਸੇ ਕਾਰਨ ਕਰਕੇ ਮੌਤ ਹੋ ਜਾਂਦੀ ਹੈ, ਦੇ ਲੀਵ ਦਿਸ ਵਰਲਡ, ਪਰ ਜਿਹੜੀ ਬਾਡੀ ਹੈ ਅਖੀਰ ਉਹ ਵਾਪਸ ਮੋਸਟਲੀ ਪੇਰੈਂਟਸ ਪਿੱਛੇ ਨੇ, ਬੋਡੀ ਪਿੱਛੇ ਭੇਜਣੀ ਪੈਂਦੀ ਹੈ। ਔਰ ਜਦੋਂ ਬੋਡੀ ਪਿੱਛੇ ਜਾਂਦੀ ਹੈ ਤੇ ਉਹਦੇ ਵਾਸਤੇ ਕਈ ਵਾਰੀ ਕਈ ਜਾਇਜ਼, ਜਿਵੇਂ ਹੁਣ ਕੁਝ ਪਤਾ ਲੱਗਿਆ, ਨਜਾਇਜ਼ ਫੰਡ ਰੇਜ਼ਿੰਗਸ ਹੁੰਦੇ ਨੇ। ਉਹਦੇ ਬਾਰੇ ਅੱਜ ਆਪਾਂ ਗੱਲ ਕਰਾਂਗੇ ਜੀ। ਬਿਲਕੁਲ। ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਲਗਭਗ 2-3 ਦਿਨ ਪਹਿਲਾਂ ਅਸੀਂ ਆਪਣੀ ਪ੍ਰੋਗਰਾਮ ਦੇ ਵਿੱਚ ਇੱਕ ਖਬਰ ਸਾਰਿਆਂ ਨਾਲ ਸਾਂਝੀ ਕੀਤੀ ਸੀ ਕਿ US ਦੇ ਵਿੱਚ ਇੱਕ ਲੜਕੀ ਦੀ ਮੌਤ ਹੋ ਗਈ ਹੈ ਜੋ ਕਿ 21 ਸਾਲ ਦੀ ਸੀ ਤੇ ਲੰਗ ਦੇ ਵਿੱਚ ਇਨਫੈਕਸ਼ਨ ਦੇ ਕਰਕੇ ਉਹਦੀ ਡੈਥ ਹੋ ਗਈ ਸੀ। ਜਦੋਂ ਅਸੀਂ ਇਹ ਖਬਰ ਪ੍ਰਕਾਸ਼ਿਤ ਕੀਤੀ, ਅਸੀਂ ਆਪਣੇ ਨਿਊਜ਼ ਚੈਨਲ ਦੇ ਜ਼ਰੀਏ ਵੀ ਇਹ ਖਬਰ ਦਿਖਾਈ, ਤਾਂ ਉਸ ਤੋਂ ਬਾਅਦ ਉਸ ਲੜਕੀ ਦੇ ਫਾਦਰ ਦਾ ਸਾਨੂੰ ਫੋਨ ਆਇਆ। ਸਰ, ਉਹਨਾਂ ਦਾ ਕਹਿਣਾ ਸੀ, ਜੋ ਉਹਨਾਂ ਦਾ ਕਹਿਣਾ ਸੀ ਉਹ ਦੇਖ ਕੇ ਇੱਕਦਮ ਅਸੀਂ ਵੀ ਹੱਕੇ ਬੱਕੇ ਰਹਿ ਗਏ, ਕਿਉਂਕਿ ਹਮਦਰਦ ਮੀਡੀਆ ਹਮੇਸ਼ਾ ਇਹੀ ਕੋਸ਼ਿਸ਼ ਕਰਦਾ ਹੈ ਕਿ ਜੇਕਰ ਕਿਸੇ ਲੋੜਵੰਦ ਨੂੰ ਮਦਦ ਚਾਹੀਦੀ ਹੈ ਤਾਂ ਜੇਕਰ ਮੀਡੀਆ ਦੇ ਜ਼ਰੀਏ, ਸਾਡੇ ਮੀਡੀਆ ਚੈਨਲ ਦੇ ਜ਼ਰੀਏ ਉਹ ਲੋੜ ਉਹਨਾਂ ਤੱਕ ਪੁੱਜ ਜਾਵੇ ਤਾਂ ਇਸ ਤੋਂ ਵਧੀਆ ਨੇਕ ਕਾਰਜ ਕੋਈ ਨਹੀਂ ਹੋ ਸਕਦਾ। ਸੋ ਸਾਡੇ ਜਿਹੜੇ ਡਾਇਰੈਕਟਰ, ਸਾਡੇ CEO ਮਿਸਟਰ ਅਮਰ ਸਿੰਘ ਭੁੱਲਰ ਸਾਨੂੰ ਹਮੇਸ਼ਾ ਉਤਸ਼ਾਹਿਤ ਕਰਦੇ ਆ ਕਿ ਜੇਕਰ ਕੋਈ ਐਵੇਂ ਦੀ ਜੇ ਕੋਈ ਖਬਰ ਆਉਂਦੀ ਆ, ਉਹਨੂੰ ਪਹਿਲ ਦੇ ਆਧਾਰ ਤੇ ਤੁਸੀਂ ਆਪਣੇ ਸ਼ੋਅ ਦੇ ਵਿੱਚ ਵੀ ਦੱਸੋ ਤਾਂ ਕਿ
ਜੇਕਰ ਕਿਸੇ ਨੂੰ ਕੋਈ ਲੋੜਵੰਦ ਨੂੰ ਹੈਲਪ ਹੋ ਸਕੇ ਤਾਂ ਅਸੀਂ ਉਹਦੀ ਹੈਲਪ ਕਰੀਏ। ਇਸੇ ਆਧਾਰ ਦੇ ਉੱਤੇ ਅਸੀਂ ਇਹ ਜਿਹੜੀ ਖਬਰ ਸ਼ੇਅਰ ਕੀਤੀ ਸੀਗੀ ਕਿ ਲੜਕੀ ਦੇ ਪਰਿਵਾਰਿਕ ਮੈਂਬਰ ਜਿਹੜੇ ਅਫੋਰਡ ਨਹੀਂ ਕਰ ਸਕਦੇ ਤੇ ਉਸੇ ਡੈਡ ਬੋਡੀ ਵਾਪਸ ਇੰਡੀਆ ਭੇਜਣੀ ਹੈ। ਪਰ ਉਸ ਤੋਂ ਬਾਅਦ ਜਦੋਂ ਉਹਦੇ ਫਾਦਰ ਦਾ ਫੋਨ ਆਇਆ, ਉਹ ਸੁਣ ਕੇ ਸਾਰੇ ਜਣੇ ਬਹੁਤ ਹੈਰਾਨ ਸੀ। ਉਹਨਾਂ ਦਾ ਕਹਿਣਾ ਸੀ ਕਿ ਪਹਿਲੀ ਗੱਲ ਹੈ ਕਿ ਉਹਨਾਂ ਦੀ ਬੇਟੀ ਯੂਐਸ ਗਈ ਨਹੀਂ, ਉਹਨਾਂ ਦੀ ਬੇਟੀ ਤਾਂ ਕੈਨੇਡਾ ਦੇ ਵਿੱਚ ਹੈ। ਦੂਜੀ ਗੱਲ ਇਹ ਹੈਗੀ ਹੈ ਕਿ ਉਹਨਾਂ ਨੇ ਤਾਂ ਫੰਡ ਰੇਜ਼ ਕਰਨ ਦੀ ਗੱਲ ਹੀ ਨਹੀਂ ਆਖੀ। ਉਹਨਾਂ ਨੇ ਇਹ ਜ਼ਰੂਰ ਕਿਹਾ ਸੀਗਾ ਕਿ ਉਹਨਾਂ ਦੀ ਬੇਟੀ ਦੀ ਡੈਡ ਬੋਡੀ ਜਿਹੜੀ ਆ ਉਹ ਵਾਪਸ ਇੰਡੀਆ ਲਿਆਉਣ ਦੇ ਵਿੱਚ ਮਦਦ ਕੀਤੀ ਜਾਵੇ, ਪਰ ਉਹਨਾਂ ਨੇ ਕੋਈ ਫੰਡ ਰੇਜ਼ਿੰਗ ਦੀ ਤਾਂ ਗੱਲ ਹੀ ਨਹੀਂ ਆਖੀ। ਜੀ ਤੋਂ ਬਾਅਦ ਸਰ ਸਾਡਾ ਵੀ ਦਿਮਾਗ ਦੇ ਵਿੱਚ ਆਇਆ ਕਿ ਇਹ ਐਦਾਂ ਕਿੱਦਾਂ ਹੋ ਸਕਦਾ ਹੈ, ਕਿਉਂਕਿ ਅਸੀਂ ਪ੍ਰੋਪਰ ਉਹ ਨਿਊਜ਼ ਪੜ੍ਹ ਕੇ ਫੰਡ ਰੇਜ਼ਿੰਗ GoFundMe ਪੇਜ ਦੇ ਉੱਤੇ ਜਾ ਕੇ ਦੇਖ ਕੇ ਪ੍ਰੋਪਰ ਉਹਦੀ ਚੈੱਕ ਕਰਕੇ ਕਿ ਲੜਕੀ ਦੀ ਡੈਥ ਕਿੱਦਾਂ ਹੋਈ ਆ, ਕੌਣ ਫੰਡ ਰੇਜ਼ ਕਰ ਰਿਹਾ, ਉਹ ਦੇਖਣ ਤੋਂ ਬਾਅਦ ਜਦੋਂ ਅਸੀਂ ਦੂਸਰੀ ਵਾਰੀ ਉਸ ਫੰਡ ਰੇਜ਼ ਦਾ ਪੇਜ ਖੋਲਿਆ, ਉੱਥੇ ਕੁਝ ਹੋ ਰਹੀ ਸੀ ਸਰ, ਜਿਹਨੂੰ ਦੇਖ ਕੇ ਅਸੀਂ ਵੀ ਹੈਰਾਨ ਰਹਿ ਗਏ ਤੇ ਸਾਨੂੰ ਇਹ ਵੀ ਸ਼ੱਕ ਹੋ ਗਿਆ ਕਿ ਕੀ ਇਹ ਫੰਡ ਰੇਜ਼ਿੰਗ ਸਹੀ ਵੀ ਕੀਤੀ ਜਾ ਰਹੀ ਹੈ ਜਾਂ ਫਿਰ ਗਲਤ ਕੀਤੀ ਜਾ ਰਹੀ ਹੈ। ਕਰਨ ਇਸ ਤਰ੍ਹਾਂ ਗੱਲ ਹੈਗੀ ਹੈ ਕਿ ਜਿਵੇਂ ਉਸ ਲੜਕੀ ਦੇ ਫਾਦਰ ਦਾ ਫੋਨ ਆਇਆ, ਬਹੁਤ ਐਸੇ ਪਰਿਵਾਰ ਨੇ, ਠੀਕ ਹੈ, ਬੱਚਿਆਂ ਨੂੰ ਬਾਹਰ ਭੇਜਦੇ ਨੇ, ਕਈ ਬਹੁਤ ਹੈਂਡ ਟੂ ਮਾਊਥ ਹੈਗੇ ਨੇ, ਬੜੀ ਤੰਗੀ ਦੇ ਨਾਲ ਬੱਚਿਆਂ ਨੂੰ ਭੇਜਦੇ, ਪਰ ਬਹੁਤ ਐਸੇ ਪਰਿਵਾਰ ਨੇ ਜਿਹੜੇ ਕਿ ਵੈਲ ਆਫ ਨੇ, ਔਰ ਉਹ ਇਸ ਗੱਲ ਦੇ ਵਿੱਚ ਹੁਣ ਕਿਉਂਕਿ ਆਪਾਂ ਨੂੰ ਫੋਨ ਆਇਆ, ਇਹਨਾਂ ਗੱਲਾਂ ਤੋਂ ਹੁਣ ਪਤਾ ਲੱਗਣਾ ਵੈਲ ਆਫ ਪਰਿਵਾਰ ਇਹ ਨਹੀਂ ਚਾਹੁੰਦੇ ਵੀ ਅਸੀਂ ਕਿਸੇ ਤੋਂ ਪੈਸੇ ਮੰਗੀਏ। ਉਹਨਾਂ ਦੀ ਜਿਹੜੇ ਸਮਾਨ ਆ ਜਿਹੜਾ ਉਸ ਨੂੰ ਠੇਸ ਪਹੁੰਚਦੀ ਆ। ਅਗਲਾ ਕਹਿੰਦਾ ਵੀ ਅਸੀਂ ਬੱਚੇ ਦੇ ਜਿਹੜੇ ਆਖਰੀ ਜੋ ਕੁਝ ਸੰਸਕਾਰ ਕਰਨੇ ਆ ਅਸੀਂ ਆਪਦੇ ਕੋਲੋਂ ਕਰਾਂਗੇ, ਅਸੀਂ ਆਪਦੇ ਪੱਲਿਓਂ ਕਰਾਂਗੇ, ਕੋਈ ਐਸੀ ਨਹੀਂ, ਕੁਝ ਗੱਲ ਨਹੀਂ ਹੈ, ਸਾਨੂੰ ਪੈਸਿਆਂ ਦੀ ਲੋੜ ਨਹੀਂ ਹੈ। ਔਰ ਜਿਹੜੀ ਇਹ ਫੰਡ ਰੇਜ਼ਿੰਗ ਚੱਲਦੀ ਹੈ, ਕਈਆਂ ਦੇ ਵਿੱਚ ਇਹ ਜ਼ਰੂਰੀ ਨਹੀਂ ਹੈ ਕਿ ਪੇਰੈਂਟਸ ਨੂੰ ਕਿਸੇ ਨੂੰ ਪੁੱਛਿਆ ਗਿਆ ਹੋਵੇ, ਇਹ ਜ਼ਰੂਰੀ ਨਹੀਂ ਹੈ। ਆਪਣੇ ਆਪ ਹੀ ਫੰਡ ਰੇਜ਼ਿੰਗ GoFundMe ਜਿਹੜਾ ਕੋਈ ਅਕਾਊਂਟਸ ਖੋਲੇ ਜਾਂਦੇ ਨੇ ਉਹਦੇ ਵਿੱਚ ਕੀਤਾ ਜਾਂਦਾ। ਔਰ ਕਈ ਐਸੀਆਂ ਫਰਮਸ ਨੇ, ਤਰਨ ਹੈਰਾਨੀ ਹੋਏਗੀ ਤੁਹਾਨੂੰ ਇਹ ਗੱਲ ਸੁਣ ਕੇ, ਕਿ ਜਿਹੜੀਆਂ ਫੰਡ ਰੇਜ਼ ਕਰਦੀਆਂ ਨੇ ਉਹ ਚੋਂ ਆਪਣਾ ਪਰਸੈਂਟੇਜ ਲੈਂਦੀਆਂ ਨੇ। ਇਹ ਉਹਨਾਂ ਫਰਮਸ ਦੀ ਜੌਬ ਹੈ। ਔਰ ਇਹ ਕੱਲੀਆਂ ਆਪਣੇ ਇਸੇ ਮਾਮਲੇ ਵਿੱਚ ਨਹੀਂ, ਜਿਹੜੀਆਂ ਪਾਰਟੀਜ਼ ਵਾਸਤੇ ਫੰਡਿੰਗ ਹੁੰਦੀ ਆ, ਕੁਝ ਵੀ ਫੰਡਿੰਗ ਹੁੰਦੀ ਹੈ, ਕਿਸੇ ਫਾਇਰ ਸਟੇਸ਼ਨ ਵਾਸਤੇ ਪਿੰਡਾਂ ਦੇ ਵਿੱਚ ਹੁੰਦੀ ਆ, ਕੁਝ ਵੀ ਹੁੰਦੀ ਹੈ, ਉਹਦੇ ਵਿੱਚ ਇਹ ਸਰਟਨ ਕੰਪਨੀਆਂ ਨੇ ਜਿਹੜੀਆਂ ਪ੍ਰੋਫੈਸ਼ਨਲ ਨੇ, ਉਹਨਾਂ ਦੇ ਬੰਦੇ ਕੰਮ ਇਹ ਕਰਦੇ ਨੇ, ਤੁਹਾਨੂੰ ਫੋਨ ਕਰਦੇ ਨੇ, ਉਹਨੂੰ ਤਨਖਾਹ ਦਿੱਤੀ ਜਾਂਦੀ ਹੈ, ਤੁਹਾਡੇ ਕੋਲੋਂ ਪੈਸੇ ਬਾਰੇ ਇਕੱਠੇ ਕਰਨ ਬਾਰੇ ਇਹ ਗੱਲਾਂ ਕੀਤੀਆਂ ਜਾਂਦੀਆਂ ਨੇ। ਔਰ ਜਦੋਂ ਖਾਸ ਕਰਕੇ ਡੈਥ ਹੋਈ ਹੈ, ਜਿਹਦੇ ਵਿੱਚ ਡੈਡ ਬੋਡੀ ਵਾਪਸ ਭੇਜਣੀ ਹੈ, ਤੇ ਉਹ ਵੀ ਅਸੀਂ ਜਿਹੜਾ ਫੰਡਿੰਗ ਕਰਨੀ ਆ ਕਿਸੇ ਹੋਰ ਨੂੰ ਉਹਦੇ ਚੋਂ ਕਮਿਸ਼ਨ ਜਾ ਰਿਹਾ, ਇਹ ਵੀ ਕੋਈ ਬਹੁਤ ਹੀ ਚੰਗੀ ਗੱਲ ਨਹੀਂ। ਕੋਈ ਐਸੀ ਗੱਲ ਹੋਣੀ ਚਾਹੀਦੀ ਹੈ ਕਿ ਸਾਰੇ ਦੇ ਸਾਰੇ ਜੇ ਕਿਸੇ ਪਰਿਵਾਰ ਵਾਸਤੇ ਇਕੱਠੇ ਕੀਤੇ ਵੀ ਜਾ ਰਹੇ ਆ, ਉਹ ਫਿਰ ਸਾਡੀ ਕਮਿਊਨਿਟੀ ਇੱਕ ਐਸੀ ਕਮਿਊਨਿਟੀ ਆ, ਕੁਝ ਕਹਿ ਦਿਓ, ਅਸੀਂ ਪੈਸੇ ਦੇਣ ਵਾਸਤੇ ਪਿੱਛੇ ਨਹੀਂ ਰਹਿੰਦੇ, ਚਾਹੇ ਕੋਈ ਵੀ ਕੰਮ ਹੋਵੇ। ਖਾਸ ਕਰਕੇ ਜਦੋਂ ਮੌਤ ਹੋ ਗਈ ਹੈ, ਮੌਤ ਤੇ ਕੋਈ ਕੁਐਸਚਨ ਨਹੀਂ ਕਰਦਾ। ਹੁਣ ਜਿਹੜੀ ਗੱਲ ਆਪਣੇ ਸਾਹਮਣੇ ਆਈ ਹੈ, ਉਹ ਲੜਕੀ ਇੱਕੋ ਹੀ ਹੈ। ਉਸੇ ਬਾਰੇ ਜਿਹੜੇ ਫੰਡ ਕਰ ਰਹੇ ਨੇ ਦੋ ਵੱਖਰੀਆਂ ਨਾਂ ਨੇ ਜੀ। ਇੱਕ ਥਾਂ ਦੇ ਉੱਤੇ ਜਿਹੜੇ ਇਕੱਠੇ ਹੋ ਰਹੇ ਨੇ ਦੋ ਨਾਂ ਨੇ, ਇੱਕ ਦੇ ਉੱਤੇ ਜਿਹੜਾ ਇਕੱਠਾ ਕਰ ਰਿਹਾ ਉਹ ਇੱਕ ਨਾਂ ਹੈਗਾ, ਔਰ ਉਹ ਤਿੰਨੇ ਨਾਂ ਵੱਖਰੇ ਨੇ। ਬਿਲਕੁਲ ਜੀ, ਆਪਣੇ ਦਰਸ਼ਕਾਂ ਨੂੰ ਦੱਸੀਏ ओरिजिनल नाम सर हजे तक सानू भी कन्फर्म नहीं हो पाया क्योंकि लड़की के पिता के नाल मुड़ के साडी गलबात नहीं हो पाई। असीं कोशिश कर रहे सी जे लाइव प्रोग्राम विच उन्हां नूं नाल जोड़ सकीए। एक फंड रेजर दे उत्ते लड़की का नाम लिखा होया सुमनदीप कौर, जबकि ओही फोटोज के नाल दूजे पासे नाम लिखा होया गुरनीत कौर। दूसरा जिहड़ा है इहदे मामले दे विच जो हैरान करन वाला है, एक पासे जिहड़ी ओहदी क्रिएट करन दा टाइम हैगा कि कदों ये क्रिएट किया गया अकाउंट, एक पासे हैगा कि 29 जून 2020 नूं ओहदी डैथ हुई है। दूजे पासे कहा जा रहा है कि 15 सितंबर 2020 ਨੂੰ ਉਹਦੀ ਡੈਥ ਹੋਈ ਹੈ। एक पासे $38,756 ਹੁਣ ਤੱਕ ਇਕੱਠੇ ਹੋ ਚੁੱਕੇ ਨੇ ਤੇ ਦੂਸਰੇ ਪਾਸੇ ਜਿਹੜਾ ਹਜੇ 2 ਦਿਨ ਪਹਿਲਾਂ ਹੀ ਪੇਜ ਜਿਹੜਾ ਹੋਇਆ ਉਹਦੇ ਤੇ $699 ਜਿਹੜਾ ਇਕੱਠੇ ਹੋ ਚੁੱਕੇ ਨੇ। ਇੱਕ ਪੇਜ ਦੇ ਉੱਤੇ ਜਿਨ੍ਹਾਂ ਨੇ ਇਹ ਫੰਡ ਰੇਜ਼ ਕੀਤਾ ਆ ਉਹਨਾਂ ਦਾ ਨਾਮ ਹੈ ਜੀ ਹਰਮਨਦੀਪ ਗਰੇਵਾਲ ਤੇ ਅਮਨਦੀਪ ਗਰੇਵਾਲ। ਦੂਜੇ ਪਾਸੇ ਜਿਨ੍ਹਾਂ ਨੇ ਫੰਡ ਰੇਜ਼ ਕੀਤਾ ਆ ਉਹਨਾਂ ਦਾ ਨਾਮ ਹੈ ਜੀ ਗੁਰਪ੍ਰੀਤ ਕੌਰ। ठीक है सर, आप मान सकते हैं कि परिवार की मदद करने लिए फंड रेज इकट्ठा होया, पर इत्थे सवाल ये उठता है कि अलग अलग तरीके नाल फंड रेज इकट्ठा करने की की लोड़ सी, जब एक पेज ऑलरेडी बन गया सी तां दूसरा बनाउण दी की लोड़ सी। सवाल इत्थे उठदा है कि दोवें पासे नाम अलग अलग है लड़की दा। दूजे पासे जो सवाल होर उठदे ने, डेट जिहड़ी है डेथ डेट जिहड़ी है वो भी अलग अलग दित्ती गई है। तीसरा सवाल ये उठता है कि एक पासे फंड रेजर वाला पेज कह रहा वा कि लड़की मॉन्ट्रियल दे विच रहिंदी सी, उत्थे स्टडी करदी सी, यूएस गई सी, ਤੇ ਦੂਸਰੇ ਪਾਸੇ ਦੂਸਰਾ ਪੇਜ ਕਰਿਆ ਕਿ ਉਹ ਯੂਐਸ ਗਈ ਸੀ ਸਟੱਡੀ ਦੇ ਲਈ ਤੇ ਉੱਥੇ ਸ਼ਿਕਾਗੋ ਦੇ ਵਿੱਚ ਰਹਿੰਦੀ ਸੀ, ਜਿਸ ਤੋਂ ਬਾਅਦ ਸਵਾਲ ਜਿਹੜਾ ਹੋਰ ਉੱਠਣੇ ਸ਼ੁਰੂ ਹੋ ਚੁੱਕੇ ਨੇ। ਗੱਲ ਇਹ ਹੈ ਕਿ ਅਸੀਂ ਜਿਹੜੀ ਮੈਂ ਜਿਵੇਂ ਪਹਿਲਾਂ ਕਹਿ ਰਿਹਾ ਸੀ, ਸਾਡੀ ਕਮਿਊਨਿਟੀ ਐਸੀ ਵੀ ਕਿਸੇ ਵੀ ਗੱਲ ਵਾਸਤੇ ਫੰਡ ਰੇਜ਼ਿੰਗ ਵਾਸਤੇ ਹਮੇਸ਼ਾ ਮੋਹਰੇ ਆਉਂਦੀ ਹੈ।
ਪਰ ਹੁਣ ਸਵਾਲ ਇਹ ਹੋਏਗਾ ਕਿ ਜਿਹੜੇ ਜਾਇਜ਼ ਹੈਗੇ ਨੇ ਉਹਨਾਂ ਉੱਤੇ ਵੀ ਲੋਕ ਹੁਣ ਸਵਾਲ ਕਰਨ ਲੱਗਣਗੇ। ਪਰ ਮੈਂ ਇਉਂ ਕਹਿੰਦਾ, ਸਾਨੂੰ ਹਰ ਥਾਂ ਦੇ ਉੱਤੇ ਜਿੱਥੇ ਵੀ ਅਸੀਂ ਚੈਰਿਟੀ ਵਾਸਤੇ ਪੈਸੇ ਦਿੰਨੇ ਆ, ਸਾਨੂੰ ਪਹਿਲਾਂ ਇਹ ਸਵਾਲ ਜ਼ਰੂਰ ਕਰਨਾ ਚਾਹੀਦਾ ਕਿ ਭਾਈ ਇਹ ਪੈਸੇ ਜਾ ਕਿੱਥੇ ਰਹੇ ਨੇ, ਕਿਹਨੂੰ ਜਾ ਰਹੇ ਨੇ, ਕਿੱਥੇ ਜਾ ਰਹੇ ਨੇ, ਕਿਵੇਂ ਜਾ ਰਹੇ ਨੇ, ਕੀ ਸੱਚੀ ਉਸ ਪਰਿਵਾਰ ਨੇ ਇਹ ਰਿਕੁਐਸਟ ਕੀਤੀ ਹੈ, ਕਿਸੇ ਨੂੰ ਰਿਕੁਐਸਟ ਹੈਗੀ ਆ, ਤੁਹਾਡੇ ਕੋਲ ਕੁਝ ਹੈ ਇਸ ਚੀਜ਼ ਦਾ ਪ੍ਰੂਫ ਕਿ ਤੁਹਾਨੂੰ ਉਹਨਾਂ ਨੇ ਪਰਿਵਾਰ ਨੇ ਗੱਲ ਕਹੀ ਹੈ ਕਿ ਸਾਨੂੰ ਪੈਸੇ ਇਕੱਠੇ ਕਰਕੇ ਭੇਜੋ ਤੇ ਨਾਲੇ ਉਸ ਬੱਚੇ ਦੀ ਬਾਡੀ ਭੇਜੋ। ਮੈਂ ਇੱਕ ਥੋੜੀ ਜਿਹੀ ਗੱਲ ਆਪਾਂ ਬਲ ਸਾਹਿਬ ਦੇ ਨਾਲ ਗੱਲ ਕਰਾਂਗੇ ਜੀ, ਇੰਦਰਜੀਤ ਬਲ ਸਾਹਿਬ ਦੇ ਨਾਲ। ਜਿਹੜਾ ਖਰਚਾ ਹੈਗਾ ਬਾਡੀ ਨੂੰ ਭੇਜਣ ਦਾ, ਕਾਫੀ ਖਰਚਾ ਹੈ, ਇਹ ਸੌਖਾ ਨਹੀਂ ਹੈ। 10 ਤੋਂ ਲੈ ਕੇ $20,000 ਤੱਕ ਇਹ ਡਿਪੈਂਡ ਕਰਦਾ ਕਿੱਥੇ, ਬਾਡੀ weight ਦੇ ਨਾਲ ਡਿਪੈਂਡ ਕਰਦਾ ਕਿਵੇਂ ਜਾਣਾ, ਐਮਬਾਰਮਿੰਗ ਕਰਨੀ ਪੈਂਦੀ ਹੈ ਉਹਨੂੰ 에ਅਰ ਟਾਈਟ ਬਾਕਸ ਦੇ ਵਿੱਚ ਬੰਦ ਕਰਨਾ ਪੈਂਦਾ। ਬਾਕੀ ਬਾਦ ਸਾਹਿਬ ਨੂੰ ਪੁੱਛਾਂਗੇ, ਕਹਿੰਦੇ ਤਕਰੀਬਨ 15 ਦਿਨ ਲੱਗਦੇ ਨੇ। 10 ਤੋਂ ਲੈ ਕੇ 20,000 ਤੱਕ ਦਾ ਖਰਚਾ ਉਹਦੇ 'ਚ ਕੌਣ ਦਿੰਦਾ? ਸਰ ਇਹਦੇ ਬਾਰੇ ਗੱਲ ਕਰ ਲਾਂਗੇ। ਇੱਕ ਦਰਸ਼ਕ ਜੁੜ ਕੇ ਨੇ। ਹੈਲੋ ਹੈਲੋ, ਸਤਿ ਸ੍ਰੀ ਅਕਾਲ ਪੁੱਤ। ਸਤਿ ਸ੍ਰੀ ਅਕਾਲ ਜੀ, ਸਵਾਗਤ ਹੈ ਪ੍ਰੋਗਰਾਮ। ਹਾਂਜੀ, ਕਿੱਥੋਂ ਬੋਲ ਰਹੇ ਹੋ? ਹਾਂ, ਅਸੀਂ ਇੱਧਰੋਂ BC ਤੋਂ ਬੋਲਦੇ ਪੁੱਤ। ਲੋਕਾਂ ਨੇ ਧੰਦਾ ਹੀ ਬਣਾ ਲਿਆ। ਜਿਹੜਾ BC ਚ ਮੁੰਡਾ ਮਰਿਆ, ਤੁਸੀਂ ਕੱਲ ਦੱਸਦੇ ਸੀ, ਉਹਦੇ ਬਾਰੇ ਵੀ ਸਵੇਰੇ ਸਾਰੀ ਤੋਂ ਗੱਲਬਾਤ ਚੱਲਦੀ ਸੀ। ਉਹ ਜਿਹੜਾ ਗੁਰਦੁਆਰੇ ਵਾਲਾ ਸੀ, ਉਹ ਕਹਿੰਦਾ ਸੀ 8,500 ਰੁਪਇਆ ਲੱਗਦਾ ਸੀ ਇੰਡੀਆ ਪੌੜੀ ਭੇਜਣ ਨੂੰ ਜੀ। ਤਾਂ ਦੂਸਰੇ ਪਾਸੇ ਉਹ ਇੱਕ ਮੁੰਡਾ ਸੀਗਾ, ਜਿਹੜੇ ਫੰਡ ਇਕੱਠਾ ਕਰਦੇ, ਉਹ ਕਹਿੰਦੇ 35,000 ਰੁਪਇਆ ਇਕੱਠਾ ਵੀ ਹੋਰ ਚੱਲੇ ਆਏ ਆ। 30,000 ਹੋ ਗਿਆ ਤੇ 5,000 ਰਹਿੰਦਾ 35। ਤੇ ਇਹ ਲੋਕਾਂ ਨੇ ਫਿਰ ਧੰਦਾ ਹੀ ਬਣਾ ਲਿਆ ਮਰਿਆ ਉਹਦੇ ਨਾਲ। ਇੱਥੇ ਸੰਸਕਾਰ ਕਰਨ ਜਿਹੜਾ ਵੀ ਏਦਾਂ ਹੁੰਦੀ ਆ ਕੋਈ ਗੱਲਬਾਤ ਜੀ। ਬਿਲਕੁਲ ਜੀ, ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਨੇ ਪ੍ਰੋਗਰਾਮ ਦੇ ਵਿੱਚ। ਸ਼ੁਕਰੀਆ ਕਾਲ ਕਰਨ ਲਈ। ਇੱਥੇ ਸੰਸਕਾਰ ਕਰਨ ਵਾਲੀ ਸਿਰਫ ਗੱਲ ਇਉਂ ਹੋ ਜਾਂਦੀ ਹੈ ਜੀ ਕਿ ਮਾਪੇ ਪਿੱਛੇ ਨੇ, ਪਰਿਵਾਰ ਪਿੱਛੇ ਆ, ਇਸ ਕਰਕੇ ਬਾਡੀ ਪਿੱਛੇ ਭੇਜਣੀ ਪੈਂਦੀ ਆ। ਇੱਕ ਮੈਨੂੰ ਥੋੜੀ ਜੀ ਗੱਲ, ਆਪਾਂ ਜਿਹੜੀ ਇੰਡੀਅਨ ਗਵਰਨਮੈਂਟ ਵੀ ਹੈਗੀ ਆ ਇਸ ਮਾਮਲੇ ਵਿੱਚ ਮਦਦ ਕਰਦੀ ਆ ਜੀ। ਬਿਲਕੁਲ ਸਰ, ਮੈਂ ਇੰਡੀਅਨ ਗਵਰਨਮੈਂਟ ਦੀ ਵੀ ਗੱਲ ਕਰੂੰ। ਮੈਂ ਮਾੜਾ ਜਿਹਾ ਮੈਡਮ ਦੇ ਕਮੈਂਟ ਦੇ ਉੱਤੇ ਥੋੜੀ ਜਿਹੀ ਗੱਲ ਕਹਿਣਾ ਚਾਹੁੰਦੀ ਹਾਂ। ਜਿਵੇਂ ਇਹਨਾਂ ਨੇ ਕਿਹਾ ਹੈ ਕਿ ਉਹ ਕਹਿ ਰਹੇ ਨੇ ਕਿ 35,000 ਤੱਕ ਦਾ ਜਿਹੜਾ ਅਸੀਂ ਫੰਡ ਰੇਜ਼ ਕਰਨ ਦਾ ਟੀਚਾ ਰੱਖਿਆ ਤੇ 30,000 ਹੋ ਗਏ, 5,000 ਰਹਿ ਗਏ, ਸਮਥਿੰਗ ਲਾਈਕ ਦੈਟ ਉਹਨਾਂ ਨੇ ਕੁਝ ਕਿਹਾ ਸੀ। ਇਹਦੇ ਵਿੱਚ ਇਹ ਹੁੰਦਾ ਹੈ ਕਿ ਬਾਡੀ ਸਿਰਫ ਭੇਜਣ ਦਾ ਖਰਚਾ ਹੀ ਨਹੀਂ ਹੁੰਦਾ, ਇਹਦੇ ਵਿੱਚ ਕੋਸ਼ਿਸ਼ ਇਹ ਹੁੰਦੀ ਹੈ ਕਿ ਜਿਹੜਾ ਪਿੱਛੇ ਪਰਿਵਾਰ ਆ, ਕੁਝ ਤਰੀਕੇ ਨਾਲ ਉਹਦੀ ਇਕਨੋਮਿਕਲੀ ਕੋਈ ਆਰਥਿਕ ਤੌਰ ਤੇ ਉਹਨਾਂ ਦੀ ਸਹਾਇਤਾ ਕੀਤੀ ਜਾ ਸਕੇ, ਕਿਉਂਕਿ ਪਰਿਵਾਰ ਦਾ ਇੱਕੋ ਇੱਕ ਕਈ ਵਾਰੀ ਜੀ ਹੁੰਦਾ ਜਿਹੜਾ ਇੱਥੇ ਕਮਾਉਣ ਲਈ ਭੇਜਿਆ ਹੁੰਦਾ, ਪਰ ਅਚਨਚੇਤ ਮੌਤ ਤੋਂ ਬਾਅਦ ਜਿਹੜਾ ਪਰਿਵਾਰ ਦੇ ਵਿੱਚ ਪਿੱਛੇ ਕੋਈ ਵੀ ਨਹੀਂ ਬਚਦਾ, ਕਈ ਵਾਰੀ ਕਰਜ਼ਾ ਪਿਆ ਹੁੰਦਾ। ਸੋ ਕੋਸ਼ਿਸ਼ ਇਹ ਹੁੰਦੀ ਹੈ ਕਿ ਇੱਕ ਟੀਚਾ ਮਿਥ ਲਿਆ ਜਾਂਦਾ ਕਿ ਘੱਟੋ ਘੱਟ ਜੇ ਇੰਨੇ ਪੈਸੇ ਹੋ ਜਾਣ, ਇਹਦੇ ਵਿੱਚੋਂ ਕੁਝ ਬਾਡੀ ਭੇਜਣ ਦਾ ਖਰਚਾ ਹੋ ਜਾਏਗਾ ਤੇ ਕੁਝ ਜਿਹੜੀ ਬਾਕੀ ਬਚੀ ਰਕਮ ਹੋਏਗੀ ਉਹਦੇ ਨਾਲ ਉਹਦੇ ਪਰਿਵਾਰ ਦੀ ਆਰਥਿਕ ਤੌਰ ਤੇ ਸਹਾਇਤਾ ਕੀਤੀ ਜਾ ਸਕੇਗੀ। ਜੀ ਸਰ। ਪਰ ਜਦੋਂ ਜਿਹੜੀ ਮੈਂ ਗੱਲ ਕਰਨ ਲੱਗਿਆ ਸੀ ਕਿ ਜਿਹੜੀ ਸਾਡੀ ਇੰਡੀਅਨ ਗਵਰਨਮੈਂਟ ਹੈ, ਗਵਰਨਮੈਂਟ ਆਫ ਇੰਡੀਆ, ਜਦੋਂ ਇੱਥੋਂ ਤੁਸੀਂ ਬਾਡੀ ਭੇਜਣੀ ਚਾਹੁੰਦੇ ਹੋ, ਉਹਦਾ ਜਿਹੜਾ ਫਲਾਈਟ ਦਾ ਖਰਚਾ ਹੈਗਾ ਦੈਟਸ ਡਿਫਰੈਂਟ। ਬਟ ਜੇ ਇਹ ਆਫਿਸ ਦਾ ਖਰਚਾ, ਇਸ ਮਾਮਲੇ ਦੇ ਵਿੱਚ ਇੰਡੀਅਨ ਗਵਰਨਮੈਂਟ ਪ੍ਰੋਸੈਸ ਕਰਨ ਦਾ ਕੋਈ ਫੀਸ ਨਹੀਂ ਜੀ ਲੈਂਦੀ। ਸਿਰਫ ਜੇ ਕੈਨੇਡੀਅਨ ਪਾਸਪੋਰਟ ਹੈਗਾ ਤਾਂ ਉਹਦੇ $49 ਹੈਗੇ ਨੇ। ਜੇ ਇੰਡੀਅਨ ਪਾਸਪੋਰਟ ਹੈਗਾ ਤਾਂ ਉਹਦੀ ਕੋਈ ਫੀਸ ਨਹੀਂ ਜੀ ਲਈ ਜਾਂਦੀ। ਤੁਸੀਂ ਇਸ ਗੱਲ ਤੇ ਵੀ ਪੁੱਛੋਗੇ ਵੀ ਕਿੰਨਾ ਸਮਾਂ ਲੱਗਦਾ ਇੰਡੀਅਨ ਇੱਥੇ ਕੌਂਸੂਲੇਟ ਤੋਂ ਕਲੀਅਰੈਂਸ ਦਾ? ਉਸੇ ਦਿਨ ਹੁੰਦਾ ਜੀ। ਇਸ ਮਾਮਲੇ ਵਾਸਤੇ ਇੰਡੀਅਨ ਕੌਂਸੂਲੇਟ ਦੀ ਇੱਕ ਐਮਰਜੈਂਸੀ ਲਾਈਨ ਹੈ ਤਰਨ, ਉਸ ਦੇ ਉੱਤੇ ਕੋਈ ਵੀ ਕਦੋਂ ਵੀ ਫੋਨ ਕਰ ਸਕਦੇ ਹੋ ਜੇ ਇਹ ਗੱਲ ਦੁਰਘਟਨਾ ਵਾਪਰ ਜਾਂਦੀ ਹੈ ਕਿ ਲੋੜ ਪਏ, ਛੁੱਟੀਆਂ ਆ ਜਾਂਦੀਆਂ ਕਈ ਵਾਰੀ, ਰਾਤ ਨੂੰ ਐਸੀ ਗੱਲ ਹੁੰਦੀ ਆ। ਉਹ ਜਿਹੜਾ ਐਮਰਜੈਂਸੀ ਫੋਨ ਹੈ ਜੀ, ਉਹ ਤੇ ਤੁਸੀਂ 24 ਆਵਰਸ ਕਿਸੇ ਵੀ ਵੇਲੇ ਅਜਿਹੀ ਘਟਨਾ ਵਾਪਰਦੀ ਹੈ ਤਾਂ ਫੋਨ ਸਿਰਫ ਇਸੇ ਵਾਸਤੇ ਹੈ ਜੀ, ਉਹ ਹੋਰਾਂ ਕੰਮਾਂ ਵਾਸਤੇ ਨਹੀਂ ਹੈ। ਉਹ ਤੇ ਕਿਸੇ ਵੀ ਵੇਲੇ ਫੋਨ ਕਰ ਸਕਦੇ ਹੋ। ਔਰ ਔਨ ਟਾਪ ਆਫ ਦੈਟ, ਜੇ ਕਿਸੇ ਦੇ ਕੋਲੇ ਸੋਰਸਸ ਨਹੀਂ ਹੈਗੇ ਆ, ਜਿੰਨਾ ਕੁ ਆਪਾਂ ਨੂੰ ਪਤਾ ਲੱਗਿਆ, ਉਹਦੀ ਇੰਡੀਅਨ ਗਵਰਨਮੈਂਟ ਮਦਦ ਕਰਦੀ ਹੈ। ਇੰਡੀਅਨ ਗਵਰਨਮੈਂਟ ਪਿੱਛੇ, ਇਹ ਮੈਂ ਨਹੀਂ ਕਹਿ ਸਕਦਾ 100% ਕਰਦੀ ਹੈ, ਪਰ ਬਹੁਤ ਵੱਡੀ ਮਦਦ ਕਰਦੀ ਹੈ ਇਸ ਮਾਮਲੇ ਦੇ ਵਿੱਚ। ਇੰਡੀਅਨ ਗਵਰਨਮੈਂਟ ਆਪਦੇ ਜਿਹੜੇ ਇੰਡੀਅਨਸ ਹੈਗੇ ਉਹਨਾਂ ਨੂੰ ਆਪਣੇ ਕੰਟਰੀ, ਉਹਨਾਂ ਦੀ ਬਾਡੀ ਲੈ ਕੇ ਜਾਣ ਦੇ ਵਿੱਚ, ਤੇ ਫਿਰ ਜਿਹੜਾ ਇਹ ਪੈਸਾ ਇਕੱਠਾ ਕਰਨਾ, ਜਾਂ ਤਾਂ ਪਰਿਵਾਰ ਨੇ ਕਿਹਾ ਹੋਵੇ। ਜਦੋਂ ਪਰਿਵਾਰ ਨੇ ਕਿਹਾ ਨਹੀਂ, ਜਿਵੇਂ ਮੈਂ ਕਹਿੰਦੀ, ਉਹਨਾਂ ਦੇ ਆਪਣੇ ਮਾਣ ਨੂੰ ਕਈਆਂ ਨੂੰ ਠੇਸ ਲੱਗਦੀ ਹੈ ਵੀ ਸਾਡੇ ਵਾਸਤੇ ਪੈਸੇ ਇਕੱਠੇ ਕੀਤੇ ਜਾ ਰਹੇ, ਅਸੀਂ ਕਿਹਾ ਵੀ ਹੈ ਨਹੀਂਗਾ, ਉਦੋਂ ਤੁਹਾਨੂੰ ਸ਼ੱਕ ਹੋਣ ਲੱਗ ਜਾਂਦਾ ਵੀ ਅਜਿਹੀਆਂ ਜਿਹੜੀਆਂ ਘਟਨਾਵਾਂ ਵਾਪਰਦੀਆਂ ਨੇ। ਪਰ ਮੈਂ ਹਰ ਇੱਕ ਨੂੰ ਇਹ ਗੱਲ ਕਹਾਂ, ਕਿਉਂਕਿ ਇੱਥੇ ਇੰਸ਼ੋਰੈਂਸ ਜਿੰਨੇ ਵੀ ਬੱਚੇ ਆਏ ਨੇ
ਉਹਨਾਂ ਦੀ ਕਿਸੇ ਨਾ ਕਿਸੇ ਹਿਸਾਬ ਦੇ ਵਿੱਚ ਇੰਸ਼ੋਰੈਂਸ ਜ਼ਰੂਰ ਕਰਵਾਈ ਹੈ। ਸਾਡੀ ਇੱਥੋਂ ਦੀਆਂ ਸਰਕਾਰਾਂ ਨੇ ਉਹਦੀਆਂ ਕੋਈ ਨਾ ਕੋਈ ਕੰਡੀਸ਼ਨਸ ਜ਼ਰੂਰ ਹੈਗੀਆਂ ਨੇ ਜਿਹਦੇ 'ਚ ਇੰਸ਼ੋਰੈਂਸ ਕਰਵਾਉਣੀ ਪੈਂਦੀ ਹੈਗੀ ਆ। ਮੈਂ ਪਰਸੋਂ ਚੌਥੇ ਦੀ ਗੱਲ ਕੀਤੀ ਸੀ, ਆਪਾਂ ਨੂੰ ਇੱਕ ਏਜੰਟ ਦਾ ਫੋਨ ਆਇਆ ਸੀਗਾ ਮੈਨੂੰ ਜੀ, ਉਹਨਾਂ ਨੇ ਇਹ ਗੱਲ ਕਹੀ ਸੀ ਮੈਂ ਸਟੂਡੈਂਟਸ ਨੂੰ ਰਿਕਮੈਂਡ ਕਰਦਾ ਔਰ ਬਹੁਤਾ ਕੋਈ ਕਾਸਟ ਨਹੀਂ ਕਰਦਾ ਕਿ ਅਜਿਹੀ ਕੋਈ ਦੁਰਘਟਨਾ ਵਾਪਰ ਜਾਂਦੀ ਹੈ ਉਹਦੇ ਵਾਸਤੇ ਵੀ ਇੰਸ਼ੋਰੈਂਸ ਕਰਵਾਉਣ। ਇੱਥੇ ਲੋਕਾਂ ਦੇ ਮੂਹਰੇ ਹੱਥ ਨਾ ਅੱਡਣੇ ਪੈਣ ਵੀ ਵਾਪਸ ਬੋਡੀ ਭੇਜਣ ਵਾਸਤੇ ਸਾਡੇ ਕੋਲ ਇਨਫ ਪੈਸੇ ਹੈ ਨਹੀਂਗੇ, ਔਰ ਇਹ ਕੰਮ ਵੀ ਜ਼ਰੂਰ ਕਰਵਾ ਲੈਣਾ ਚਾਹੀਦਾ ਜੀ। ਬਿਲਕੁਲ ਸਰ, ਜਿਵੇਂ ਤੁਸੀਂ ਕਿਹਾ ਕਿ ਹੱਥ ਨਾ ਅੱਡਣੇ ਪੈਣ, ਕੁਝ ਕਾਲਜਸ ਦੇ ਵੱਲੋਂ ਵੀ ਜਿਹੜੀ ਹੈ ਜਦੋਂ ਸਟੂਡੈਂਟਸ ਐਡਮਿਸ਼ਨ ਲੈਂਦੇ ਆ ਇੰਸ਼ੋਰੈਂਸ ਉਹਨਾਂ ਦੇ ਵੱਲੋਂ ਕਰਵਾਈ ਜਾਂਦੀ ਹੈ। ਹਾਲਾਂਕਿ ਉਹ 'ਚ ਡੈਡ ਬੋਡੀ ਭੇਜਣ ਦਾ ਖਰਚਾ ਕਵਰ ਹੁੰਦਾ ਜਾਂ ਨਹੀਂ ਇਹਦੇ ਬਾਰੇ ਵਿੱਚ ਜਾਣਕਾਰੀ ਨਹੀਂ ਹੈਗੀ। ਆਪਾਂ ਜਿੰਨੀ ਛੇਤੀ ਹੋ ਸਕੇ ਮਿਸਟਰ ਬਾਲ ਦੇ ਨਾਲ ਜੋ ਕਿ ਬ੍ਰੈਂਪਟਨ ਕ੍ਰੀਮੇਟੋਰੀਅਮ ਐਂਡ ਵਿਜ਼ਿਟੇਸ਼ਨ ਸੈਂਟਰ ਦੇ ਡਾਇਰੈਕਟਰ ਨੇ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਤੇ ਜਾਣਾਂਗੇ ਕਿ ਇੱਕ ਡੈਡ ਬੋਡੀ ਭੇਜਣ ਦੇ ਵਿੱਚ ਕੀ ਖਰਚਾ ਹੁੰਦਾ, ਕੀ ਪੂਰਾ ਪ੍ਰੋਸੈਸ ਹੁੰਦਾ, ਕਿੰਨਾ ਹਾਲਾਤਾਂ ਦੇ ਵਿੱਚ ਜਿਹੜੀ ਹੈ ਡੈਡ ਬੋਡੀ ਵਾਪਸ ਭੇਜੀ ਜਾ ਸਕਦੀ ਹੈ ਤੇ ਕਿੰਨਾ ਹਾਲਾਤਾਂ ਵਿੱਚ ਡੈਡ ਬੋਡੀ ਵਾਪਸ ਨਹੀਂ ਭੇਜੀ ਜਾ ਸਕਦੀ। ਜਿੰਨੇ ਵੀ ਪੈਸੇ ਫੰਡ ਦੇ ਵਿੱਚ ਮਿਲਦੇ ਨੇ ਕੀ ਉਹਦੇ ਵਿੱਚੋਂ ਕੋਈ ਸ਼ੇਅਰ ਸਰ ਇਹਨਾਂ ਨੂੰ ਵੀ ਜਾਂਦਾ ਆ ਜਾਂ ਫਿਰ ਸਾਰੇ ਪੈਸੇ ਜਿਹੜੇ ਆ ਪਰਿਵਾਰਿਕ ਮੈਂਬਰਾਂ ਨੂੰ ਦਿੱਤੇ ਜਾਂਦੇ ਆ? ਇਹਦੇ ਬਾਰੇ ਵੀ ਹਜੇ ਪੂਰੀ ਕੋਈ ਡਿਟੇਲ ਦੇ ਵਿੱਚ ਜਾਣਕਾਰੀ ਨਹੀਂ। ਜੇ ਤੁਹਾਨੂੰ ਹੋਵੇ ਸਪੋਜ਼ ਕਿ ਕਿਸੇ ਦਾ $35,000 ਦਾ ਫੰਡ ਇਕੱਠਾ ਹੋ ਗਿਆ, ਉਹਦੇ ਵਿੱਚੋਂ ਸ਼ੇਅਰਿੰਗ ਦਾ ਕੀ ਸਿਸਟਮ ਹੁੰਦਾ ਕਿ ਕਿੰਨੇ ਪਰਿਵਾਰ ਨੂੰ ਮਿਲਣਗੇ, ਕਿੰਨੇ ਉਸ ਵੈਬਸਾਈਟ ਨੂੰ ਮਿਲਣਗੇ ਜਾਂ ਕਿੰਨੇ ਜਿਵੇਂ ਬ੍ਰੈਂਪਟਨ ਕ੍ਰੀਮੇਟੋਰੀਅਮ ਜਿਹੜੇ ਕਿ ਡੈਡ ਬੋਡੀਜ਼ ਭੇਜਦੇ ਆ ਉਹਨਾਂ ਨੂੰ ਵੀ ਕਿੰਨੇ ਕੁ ਮਿਲ ਸਕਦੇ ਆ? ਬਿਲਕੁਲ ਤਰਨ, ਇਹ ਜਦੋਂ ਅਸੀਂ ਇਹੋ ਜਿਹੀਆਂ ਗੱਲਾਂ ਐਕਸਪੋਜ਼ ਕਰਦੇ ਹਾਂ, ਹੁਣ ਤੱਕ ਆਪਾਂ ਤੁਸੀਂ ਦੇਖੋ ਕੋਈ ਵੀ ਐਸੀ ਗੱਲ ਹੁੰਦੀ ਆ ਆਪਾਂ ਕਿਸੇ ਨੂੰ ਕਦੇ ਕੁਐਸਚਨ ਨਹੀਂ ਕੀਤਾ, ਆਪਾਂ ਉਹ ਖਬਰ ਸ਼ਾਇਆ ਕੀਤੀ ਆ, ਖਬਰ ਦੇ ਬਾਰੇ ਡਿਸਕਸ਼ਨ ਕੀਤੀ ਆ ਔਰ ਲੋਕਾਂ ਨੂੰ ਰਿਕੁਐਸਟ ਕੀਤੀ ਆ ਵੀ ਇਹਦਾ ਗੋ ਫੰਡ ਮੀ ਹੈਗਾ, ਉਹਦੇ ਉੱਤੇ ਤੁਸੀਂ ਜਾ ਕੇ ਤੁਸੀਂ ਫੰਡਿੰਗ ਕਰ ਸਕਦੇ ਹੋ ਜੀ। ਬਿਲਕੁਲ, ਇੱਕ ਦਰਸ਼ਕ ਸਾਡੇ ਨਾਲ ਹੋਰ ਜੁੜ ਗਏ ਨੇ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਸਰ। ਬਲ ਸਾਹਿਬ ਸਤਿ ਸ਼੍ਰੀ ਅਕਾਲ ਜੀ। ਜੀ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਜੀ ਸਾਡੇ ਨਾਲ ਇਸ ਵਕਤ ਬ੍ਰੈਂਪਟਨ ਕ੍ਰੀਮੇਟੋਰੀਅਮ ਐਂਡ ਵਿਜ਼ਿਟੇਸ਼ਨ ਸੈਂਟਰ ਤੋਂ ਮਿਸਟਰ ਇੰਦਰਜੀਤ ਸਿੰਘ ਬਾਲ ਜੁੜ ਗਏ ਨੇ। ਸਰ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਤੁਹਾਡਾ। ਜੀ ਥੈਂਕ ਯੂ। ਬਲ ਸਾਹਿਬ, ਜਿਹੜਾ ਅੱਜ ਅਸੀਂ ਇਸ਼ੂ ਲਿਆ ਤੁਹਾਡੇ ਨਾਲ ਜਿਵੇਂ ਗੱਲ ਕੀਤੀ ਸੀਗੀ ਕਿ ਤੁਸੀਂ ਸਾਨੂੰ ਕੁਝ ਇਹ ਦੱਸੋਗੇ ਕਿ ਜਿਹੜੀ ਇਨ ਕੇਸ ਡੈਥ ਹੋ ਜਾਂਦੀ ਹੈ ਤੇ ਜਦੋਂ ਤੁਹਾਡੇ ਕੋਲੇ ਬੋਡੀ ਦਾ ਪੋਜੈਸ਼ਨ ਆ ਜਾਂਦਾ ਹੈ ਉਹ ਕਿੰਨਾ ਸਮਾਂ ਲੱਗਦਾ ਹੈ ਤੇ ਐਮਬਾਰਮਿੰਗ ਕਰਨ ਨੂੰ ਤੇ ਸਾਰਾ ਪ੍ਰੋਸੈਸ ਕਰਨ ਨੂੰ, ਇੰਡੀਆ ਬੋਡੀ ਭੇਜਣ ਨੂੰ, ਸਾਰੀ ਇੱਥੋਂ ਦੀਆਂ ਜਿਹੜਾ ਕਾਗਜ਼ ਪੱਤਰ ਜੋ ਕਰਨਾ ਪੈਂਦਾ ਹੈ ਉਹ ਤਕਰੀਬਨ ਉਹਨੂੰ ਕਿੰਨਾ ਸਮਾਂ ਲੱਗਦਾ ਜੀ? ਜਿਹੜਾ ਉਹਦਾ ਪ੍ਰੋਸੀਜਰ ਹੈ ਜੀ ਕਿ ਜਦੋਂ ਸਾਡੇ ਕੋਲ ਆ ਕੇ ਫੈਮਿਲੀ ਮੈਂਬਰ ਜਾਂ ਕੋਈ ਉਹਨਾਂ ਦਾ ਰਿਲੇਟਿਵ ਰਿਪੋਰਟ ਕਰਦਾ ਹਾਂਜੀ ਕਿ ਡੈਥ ਹੋ ਜਾਂਦੀ ਆ ਤੇ ਸਾਡੇ ਕੋਲ ਫਿਰ ਡਿਪੈਂਡ ਕਰਦਾ ਵੀ ਡੈਥ ਹੋਈ ਕਿੱਦਾਂ। ਜੇ ਨੈਚੁਰਲ ਡੈਥ ਹੈਗੀ ਆ ਫਿਰ ਤੇ ਉਹ ਬੋਡੀ ਹਸਪੀਟਲ ਚੋਂ ਅਸੀਂ ਉਸ ਵੇਲੇ ਰਿਲੀਜ਼ ਕਰ ਦਿੰਦੇ ਨੇ ਵਿਦਨ 24 ਆਵਰ ਅਸੀਂ ਲੈ ਆਉਂਦੇ ਆ, ਜਾਂ ਜੇ ਘਰ 'ਚ ਡੈਥ ਹੋਈ ਆ ਤੇ ਅਸੀਂ ਬੋਡੀ ਲੈ ਆਉਂਦੇ ਆ। ਠੀਕ ਹੈ ਜੀ। ਅੱਛਾ, ਦੂਸਰੀ ਜੇ ਉਹਨਾਂ ਨੇ ਕਿਹਾ ਵੀ ਇਹ ਬੋਡੀ ਅਸੀਂ ਇੰਡੀਆ ਭੇਜਣੀ ਆ ਤੇ ਜੇ ਕੋਈ ਐਕਸੀਡੈਂਟਲ ਡੈਥ ਆ, ਕੋਈ ਸੁਸਾਈਡ ਆ, ਓਵਰਡੋਜ਼ ਆ, ਡਰਾਉਨਿੰਗ ਆ, ਉਹ ਬੋਡੀ ਫਿਰ ਆਟੋਪਸੀ ਵਾਸਤੇ ਗਈ ਹੁੰਦੀ ਹੈ ਜੀ ਤੇ ਉੱਥੇ ਉਹਨਾਂ ਨੂੰ ਉਹ ਟਾਈਮ ਲਾਉਂਦੇ ਨੇ ਜੀ 72 ਆਵਰਸ ਬਾਅਦ ਉਹਨਾਂ ਨੇ ਬੋਡੀ ਰਿਲੀਜ਼ ਕਰਨੀ ਆ। ਉਨੀ ਦੇਰ ਤੱਕ ਰਿਲੀਜ਼ ਨਹੀਂ ਕਰਦੇ ਜਿੰਨੀ ਦੇਰ ਤੱਕ ਕਾਜ਼ ਆਫ ਡੈਥ ਉਹਨਾਂ ਨੂੰ ਕਲੀਅਰ ਨਹੀਂ ਹੁੰਦਾ। ਠੀਕ ਹੈ ਜੀ। ਦੂਸਰੀ ਪ੍ਰੋਬਲਮ ਇਹ ਹੁੰਦੀ ਆ ਆਇਡੈਂਟੀਫਿਕੇਸ਼ਨ ਦੀ ਆ ਰਹੀ ਹੈ ਜੀ ਕਾਫੀ। ਅੱਛਾ ਜੀ। ਕਈ ਵਾਰੀ ਉਹ ਜਿਹੜਾ ਪਰਸਨ ਆ ਡਿਸੀਜ਼ਡ ਆ ਉਹਦੇ ਕੋਲ ਕੋਈ ਆਈਡੀ ਨਹੀਂ ਹੁੰਦੀ ਜੀ। ਠੀਕ ਹੈ ਜੀ। ਬੇਸ਼ੱਕ ਪਰਿਵਾਰ ਦੇ ਮੈਂਬਰ ਜਾ ਕੇ ਕਹਿ ਹੀ ਦੇਣ ਵੀ ਇਹ ਸਾਡਾ ਹੀ ਬੰਦਾ ਆ, ਹਾਂਜੀ, ਪਰ ਉਹ ਜਿਹੜਾ ਲਾਅ ਆ ਰਿਕੁਆਇਰ ਕਰਦਾ ਵੀ ਉਹਦੀ ਪ੍ਰੋਪਰ ਆਇਡੈਂਟੀਫਿਕੇਸ਼ਨ ਹੋ ਜਾਏ ਜੀ। ਠੀਕ ਹੈ ਜੀ। ਬਹੁਤ ਸਾਰੇ ਇੰਟਰਨੈਸ਼ਨਲ ਸਟੂਡੈਂਟ ਦਾ ਵਿਚਾਰਿਆਂ ਦਾ ਇੱਥੇ ਕੋਈ ਡੈਂਟਲ ਰੈਕਡ ਨਹੀਂ ਹੁੰਦਾ, ਹਾਂਜੀ, ਜਾਂ ਬੈਡਲੀ ਕੋਈ ਬੋਡੀ ਬਰਨ ਹੋ ਗਈ ਆ ਜਾਂ ਐਕਸੀਡੈਂਟ ਡੈਥ ਦੇ ਵਿੱਚ ਜਿਹੜੀ ਬੋਡੀ ਦੀ ਪਛਾਣ ਨਹੀਂ ਹੁੰਦੀ, ਹਾਂਜੀ, ਫਿਰ ਉਹ ਬੜੀ ਵੱਡੀ ਪ੍ਰੋਬਲਮ ਹੋ ਜਾਂਦੀ ਹੈ ਜੀ। ਲੰਬਾ ਚੌੜਾ ਪ੍ਰੋਸੀਜਰ ਆ, ਫਿਰ ਉਹਦਾ DNA ਆ, ਪੇਰੈਂਟਸ ਇੰਡੀਆ ਹੁੰਦੇ ਆ, ਚਲੋ ਉਹ ਤਾਂ ਵੱਖਰੀ ਗੱਲ ਹੈ, ਵੰਸੇ ਵਾਜ ਹੁੰਦਾ ਜੀ। ਠੀਕ ਹੈ ਜੀ। ਸਾਡੇ ਕੋਲ ਬੋਡੀ ਆ ਗਈ, ਇੰਡੀਆ ਭੇਜਣੀ ਆ, ਜਦੋਂ ਉਹਦਾ ਮੈਡੀਕਲ ਨਾਲ ਆ ਜਾਣਾ ਜੀ, ਜਿਹੜਾ ਕਾਜ਼ ਆਫ ਡੈਥ, ਹਾਂਜੀ, ਕਾਜ਼ ਆਫ ਡੈਥ ਉਹ ਹੋ ਗਿਆ ਕਲੀਅਰ। ਤੇ ਫਿਰ ਦੂਜਾ, ਇਸ ਰੀਜਨ ਦੇ ਵਿੱਚ ਉਹ ਡੈਥ ਹੋਈ ਆ ਜੀ, ਸਾਡੇ ਕੋਲ ਪੀਰ ਰੀਜਨ ਹੋਈ ਆ, ਉੱਥੇ ਦੇ ਹੈਲਥ ਡਿਪਾਰਟਮੈਂਟ ਕੋਲੋਂ ਅਸੀਂ ਇੱਕ ਚਿੱਠੀ ਲੈਣੀ ਆ, ਉਹਨਾਂ ਨੇ ਇਹ ਚਿੱਠੀ ਦੇਣੀ ਆ ਕਿ ਇਸ ਬੋਡੀ ਨੂੰ ਕੋਈ ਕੰਟੇਜੀਅਸ ਡਿਜ਼ੀਜ਼ ਤੇ ਨਹੀਂ, ਜੇ ਹੈਗੀ ਆ ਤੇ ਫਿਰ ਉਹ ਬੋਡੀ ਉਹ ਕੰਟਰੀ ਲੈਣ ਤੋਂ ਇਨਕਾਰ ਕਰ ਸਕਦਾ ਹੈ ਜਿੱਥੇ ਭੇਜਣੀ ਆ। ਅੱਛਾ ਜੀ। ਜਾਂ ਪਾਕਿਸਤਾਨ ਜਾਂ ਕਿਤੇ ਵੀ ਭੇਜਣੀ ਆ ਜੀ। ਉਹ ਚਿੱਠੀ ਲੈ ਕੇ ਫਿਰ ਅਸੀਂ ਉਹਨਾਂ ਦੇ ਡੈਥ ਸਰਟੀਫਿਕੇਟ ਲਈ ਅਪਲਾਈ ਕਰਨਾ ਜੀ। ਠੀਕ ਹੈ ਜੀ। ਉਹ ਡੈਥ ਸਰਟੀਫਿਕੇਟ ਜਿਹੜੇ ਆ ਨਾ ਜੀ, ਉਹ ਥੰਡਰ ਬੇ ਤੋਂ ਆਉਂਦੇ ਆ। ਠੀਕ ਹੈ ਜੀ। ਇਟ ਟੇਕ 72 ਆਵਰਸ। ਓਕੇ।
ਉਹ ਜਦੋਂ ਚਿੱਠੀ ਵੀ ਆ ਗਈ, ਸਾਡੇ ਕੋਲ ਡੈਥ ਸਰਟੀਫਿਕੇਟ ਆ ਗਿਆ, ਹਾਂਜੀ, ਫਿਰ ਅਸੀਂ ਉਹ ਪੇਪਰਵਰਕ ਲੈ ਕੇ ਕੌਂਸਲ ਜਨਰਲ ਆਫ ਇੰਡੀਆ ਦੇ ਦਫ਼ਤਰ ਤੇ ਜਾਣਾ ਜੀ। ਠੀਕ ਹੈ ਜੀ। ਉਹਨਾਂ ਨੇ ਫਿਰ ਇੰਡੀਆ ਤੋਂ ਮਨਜ਼ੂਰੀ ਲੈਣੀ ਆ ਵੀ ਇਹ ਨੈਸ਼ਨਲ ਸੀਗਾ ਸਾਡਾ, ਈਵਨ ਕੈਨੇਡੀਅਨ ਸਿਟੀਜ਼ਨ ਵੀ ਆ, ਉਹਦਾ ਤੇ ਕੋਈ ਫਰਕ ਨਹੀਂ ਪੈਂਦਾ, ਜਿਹਦੀ ਫੈਮਿਲੀ ਉੱਥੇ ਅਸੀਂ ਬੋਡੀ ਭੇਜਣੀ ਆ। ਠੀਕ ਹੈ। ਉਹ ਫਿਰ ਉੱਥੋਂ ਸਾਨੂੰ ਸਾਰਾ ਪੇਪਰਵਰਕ ਦਿੰਦੇ ਆ ਜੀ, ਫਿਰ ਫਲਾਈਟ ਅਸੀਂ ਬੁੱਕ ਕਰਾਉਂਦੇ ਆ। ਉਹਦੇ ਵਿੱਚ ਤਕਰੀਬਨ 2 ਵੀਕਐਂਡ ਵੀ ਆ ਜਾਂਦੇ ਆ। I would say 10 days, ਤੁਹਾਡਾ ਆਨਸਰ ਟੂ ਯਰ ਕੁਐਸਚਨ ਇਜ਼ 10 ਤੋਂ 15 ਦਿਨ ਲੱਗ ਜਾਂਦੇ ਨੇ ਜੀ ਬੋਡੀ ਇੰਡੀਆ ਤੱਕ ਪਹੁੰਚਾਉਣ ਜੀ। ਮਿਸਟਰ ਪਾਲ, ਜਿਵੇਂ ਤੁਸੀਂ ਦੱਸਿਆ ਕਿ 10 ਦਿਨ ਲੱਗ ਜਾਂਦੇ ਨੇ, ਹੁਣ ਇੱਥੇ ਕਈ ਵਾਰੀ ਏਦਾਂ ਹੁੰਦਾ ਹੈ ਕਿ ਕੋਈ ਬੋਡੀ ਭੇਜਣ ਦੇ ਵਿੱਚ ਕੋਈ ਪਰਿਵਾਰ ਅਸਮਰੱਥ ਹੈ ਜਾਂ ਫਿਰ ਉਹਨਾਂ ਦੇ ਲਈ ਫੰਡ ਰੇਜ਼ਿੰਗ ਕੀਤੀ ਜਾਂਦੀ ਹੈ। ਸੋ ਜਿਹੇ ਵਿੱਚ ਜੇਕਰ ਕਿਸੇ ਕੋਲ ਪੈਸੇ ਨਹੀਂ ਹੈਗੇ ਡੈਡ ਬੋਡੀ ਭੇਜਣ ਲਈ, ਉਹਨਾਂ ਦਾ ਕੀ ਪ੍ਰੋਸੈਸ ਹੁੰਦਾ? ਉਹਦੇ ਵਿੱਚ ਕੀ ਕੋਈ ਸਰਕਾਰੀ ਮਦਦ ਜਾਂ ਕੋਈ ਤੁਹਾਡੇ ਵੱਲੋਂ ਮਦਦ ਜਾਂ ਕੋਈ ਇੰਡੀਅਨ ਕੌਂਸੂਲੇਟ ਵੱਲੋਂ ਮਦਦ ਹੁੰਦੀ ਹੈ? ਤੇ ਜੇਕਰ ਜੇ ਕੋਈ ਫੰਡ ਰੇਜ਼ਿੰਗ ਦੇ ਜ਼ਰੀਏ ਭੇਜਦਾ ਪੈਸੇ, ਤਾਂ ਉਹ ਫੰਡ ਰੇਜ਼ਿੰਗ ਵਿੱਚੋਂ ਤੁਹਾਨੂੰ ਡੈਡ ਬੋਡੀ ਭੇਜਣ ਦੇ ਉੱਤੇ ਕਿੰਨਾ ਕੁ ਖਰਚਾ ਕੀਤਾ ਜਾਂਦਾ ਆ? ਦੇਖੋ ਜੀ, ਸਭ ਤੋਂ ਪਹਿਲਾਂ ਤੇ ਜੇ ਬੋਡੀ ਇੰਡੀਆ ਭੇਜਣੀ ਆ ਤੇ ਜੇ ਉਹਨਾਂ ਦੇ ਜੇ ਪਰਸਨ ਸਿੰਗਲ ਆ ਤੇ ਪੇਰੈਂਟਸ ਉਹਦੇ ਉੱਥੇ ਆ, ਉਹਨਾਂ ਨੂੰ ਕਿਸੇ ਨੂੰ ਆਥੋਰਾਈਜ਼ ਕਰਨਾ ਪਏਗਾ। ਉੱਥੇ ਨੋਟਰਾਈਜ਼ ਕਰਵਾ ਕੇ ਐਫੀਡੇਵਿਟ ਸਾਨੂੰ ਭੇਜਣਾ ਪਏਗਾ ਕਿ ਅਸੀਂ ਫਲਾਣੇ ਬੰਦੇ ਨੂੰ ਨੋਮੀਨੇਟ ਕਰ ਰਹੇ ਆ। ਇਹ ਫਿਊਨਰਲ ਅਰੇਂਜਮੈਂਟ ਸਾਰਾ ਕਰੇਗਾ ਜੀ। ਹਾਂ। ਦੂਸਰੀ, ਫਿਊਨਰਲ ਦੀ ਕਾਸਟ ਦੀ ਤੁਸੀਂ ਗੱਲ ਕੀਤੀ ਆ ਗਵਰਨਮੈਂਟ ਆਫ ਇੰਡੀਆ ਦੀ, ਜੇ ਇੰਡੀਅਨ ਨੈਸ਼ਨਲ ਹੈ, ਜਿਵੇਂ ਕੋਈ ਸਟੂਡੈਂਟ ਹੈ ਜੀ, ਤੇ ਉਹ ਇੱਥੇ ਜਦੋਂ ਆਉਂਦੇ ਨੇ ਸਾਡੇ ਕੋਲ ਬੰਦੇ ਵੀ ਇਹਦੇ ਘਰਦਿਆਂ ਕੋਲ ਪੈਸੇ ਨਹੀਂ, ਫਿਰ ਅਸੀਂ ਉਹ ਈਮੇਲ ਐਡਰੈਸ ਕੌਂਸਲ ਜਨਰਲ ਦੇ ਦਿੰਦੇ ਆ ਜੀ, ਤੇ ਪੇਰੈਂਟਸ ਇਸ ਐਡਰੈਸ ਤੇ ਈਮੇਲ ਕਰਨ ਉੱਥੋਂ ਇੰਡੀਆ ਤੋਂ ਜੀ, ਤੇ ਸਭ ਤੋਂ ਪੈਸੇ ਨਹੀਂ ਜਾਣਾ। ਹਾਂਜੀ। ਤੇ ਉਸ ਲਾਈਕਲੀ ਜਿਹੜਾ ਗਵਰਨਮੈਂਟ ਆਫ ਇੰਡੀਆ ਜਿਹੜੀ ਹੈ ਨਾ ਜੀ, ਗਵਰਨਮੈਂਟ ਨੈਸ਼ਨਲ ਹੈ, ਉਹ ਫਿਰ ਹੈਲਪ ਕਰ ਦਿੰਦੇ ਨੇ ਜੀ। 95% ਕੇਸਿਸ ਉਹਨਾਂ ਨੇ ਪਿਛਲੇ 3 ਸਾਲਾਂ ਚੋਂ ਕਾਫੀ ਲੋਕਾਂ ਦੀ ਹੈਲਪ ਕੀਤੀ ਆ। ਹਾਂਜੀ। ਉਹ ਉਹਨਾਂ ਦਾ ਫਰਜ਼ ਬਣਦਾ ਜੀ। ਹਾਂਜੀ, ਉਹਨਾਂ ਦਾ ਸਿਟੀਜ਼ਨ ਹੈ, ਮੀਟਿੰਗ ਤੇ ਆਪ ਉਹਦੇ ਘਰ ਪਹੁੰਚਾਇਆ ਜਾਵੇ। ਬਿਲਕੁਲ। ਬਲ ਸਾਹਿਬ, ਤਕਰੀਬਨ ਕਿੰਨੀਆਂ ਕੁ ਡੈਡ ਬੋਡੀਜ਼ ਤਕਰੀਬਨ ਈਅਰਲੀ ਆਪਣੀਆਂ ਇੰਡੀਆ ਦੇ ਵਿੱਚ ਵਾਪਸ ਜਾਂਦੀਆਂ ਨੇ ਇੱਥੋਂ? ਕੋਈ ਹੈ ਆਈਡੀਆ ਰਫਲੀ? ਮੈਂ ਜਿਹੜੇ ਆਪਣੇ ਫੈਸਿਲਿਟੀ ਦੇ ਥਰੂ ਆਈ ਵੁੱਡ ਸੇ ਮੇਬੀ 12 ਤੋਂ 18 ਤੱਕ 1.5 ਦਰਜਨ ਦੇ ਕਰੀਬ ਜੀ। ਅੱਛਾ ਜੀ। ਇੰਨੀਆਂ ਕੁ ਹੋ ਸਕਦਾ ਦੂਸਰੇ ਫਿਊਨਰਲ ਪਾਰਲਰ ਉਹਨਾਂ ਦੇ ਥਰੂ ਵੀ ਜਾਂਦੀਆਂ ਹੋਣ। ਹਾਂਜੀ। ਇਹ ਐਗਜ਼ੈਕਟ ਨੰਬਰ ਤੇ ਤੁਹਾਨੂੰ ਕੌਂਸਲ ਜਨਰਲ ਆਫ ਇੰਡੀਆ ਦਾ ਦਫ਼ਤਰ ਟੋਰਾਂਟੋ, ਠੀਕ ਹੈ ਜੀ, ਉਹ ਦੇ ਸਕਦਾ ਕਿੰਨੀਆਂ ਬੋਡੀਜ਼ ਹੁਣ ਤੱਕ ਉਹਨਾਂ ਨੇ ਹਾਂਜੀ ਪਿਛਲੇ ਸਾਲ ਭੇਜੀਆਂ ਜਾਂ ਹੁਣ ਤੱਕ ਭੇਜੀਆਂ। ਤੇ ਫਿਰ ਉਹ ਜਿਹੜੀ ਤੁਹਾਨੂੰ ਉਹਨਾਂ ਨੇ ਪਹਿਲਾਂ ਗੱਲ ਕੀਤੀ ਸੀ, ਜਿਹੜੀ ਪੇਮੈਂਟ ਹੈਗੀ ਆ, ਕੀ ਤੁਹਾਨੂੰ ਉਹ ਚਲੋ ਜੇ ਪਹਿਲਾਂ ਕੋਈ ਹੈ ਵੀ ਇੰਸ਼ੋਰੈਂਸ ਕੰਪਨੀ ਵੀ ਪੇ ਕਰ ਸਕਦੀਆਂ ਨੇ ਤੁਹਾਨੂੰ, ਜਾਂ ਕੋਈ ਇੰਡੀਵਿਜੂਅਲ ਵੀ ਪੇ ਕਰ ਸਕਦਾ? ਉਹ ਜਿਹੜਾ ਲਾਸਟ ਆਪਸ਼ਨ ਹੈ ਦੈਟਸ ਕੌਂਸੂਲੇਟ ਜਨਰਲ ਆਫ ਇੰਡੀਆ, ਤੇ ਕੋਈ ਇਸ ਤਰ੍ਹਾਂ ਦੀ ਗੱਲ ਵੀ ਹੈਗੀ ਹੈ ਕਿ ਤੁਹਾਨੂੰ ਇਸ ਤਰ੍ਹਾਂ ਦੀਆਂ ਪੇਮੈਂਟਸ ਆ ਜਾਂਦੀਆਂ ਨੇ? ਬਿਲਕੁਲ ਹੈ ਜੀ। ਜਿਹੜਾ ਸਟੂਡੈਂਟ ਜਦੋਂ ਆਉਂਦਾ ਨਾ ਜੀ ਇੱਥੇ ਕਾਲਜ ਪੜ੍ਹਨ ਵਾਸਤੇ, ਉਹ ਮੈਂਡੇਟਰੀ ਉਹਨਾਂ ਨੂੰ ਜਿਹੜੀ ਉਹਨਾਂ ਦੀ ਇੰਸ਼ੋਰੈਂਸ ਹੁੰਦੀ ਆ ਜੀ, ਤੇ ਉਹਦੇ ਵਿੱਚ ਜਿਹੜੀਆਂ ਫਿਊਨਰਲ ਕਾਸਟ ਵੀ ਕਵਰ ਹੁੰਦੀਆਂ, ਈਵਨ ਟੂ ਸੈਂਡ ਬੈਕ ਦਾ ਬੋਡੀ ਟੂ देयर ਓਨ ਨੇਟਿਵ ਲੈਂਡ। ਓਕੇ ਜੀ। ਤੇ ਉਹਦੇ ਵਿੱਚ ਪਰ ਬਹੁਤ ਵਾਰੀ ਇਹ ਜਿਹੜਾ ਵੀ ਹੋਇਆ ਕਿ ਸਟੂਡੈਂਟ ਨੇ ਪੜ੍ਹਾਈ ਛੱਡ ਦਿੱਤੀ ਹੈ ਜੀ। ਹਾਂਜੀ। ਜੇ ਕਾਲਜ ਦੇ ਵਿੱਚ ਉਹਦੀ ਉਸ ਸਮੇਂ ਇਨਰੋਲਮੈਂਟ ਨਹੀਂ ਜੀ ਆ, ਤੇ ਉਹ ਜਿਹੜੀ ਇੰਸ਼ੋਰੈਂਸ ਹੈ ਜੀ ਉਹਦੀ ਉਹ ਨਾਲ ਅਵਾਇਡ ਹੋ ਜਾਂਦੀ ਹੈ ਕਿ ਹੀ ਔਰ ਸ਼ੀ ਇਜ਼ ਨੋ ਮੋਰ ਏ ਸਟੂਡੈਂਟ ਹੈ। ਓਕੇ। ਫਿਰ ਉਸ ਕਾਲਜ ਵਾਲੇ ਜੇ ਸਟੂਡੈਂਟ ਹੋਵੇ ਤਾਂ ਉਹ ਪੇ ਕਰ ਦਿੰਦੇ ਆ ਜੀ, ਸਾਰਾ ਹੀ ਪੇ ਕਰ ਦਿੰਦੇ ਆ ਜੀ। ਡਿਪੈਂਡ ਕਰਦਾ ਇੰਸ਼ੋਰੈਂਸ, ਕਈ ਵਾਰੀ ਉਹ 5000 ਹੀ ਪੇ ਕਰਦੇ ਆ। ਐਵਰੇਜ ਜਿਹੜੀ ਉੱਥੇ ਬੋਡੀ ਭੇਜਣ ਦੀ ਕਾਸਟ ਆ ਬਿਟਵੀਨ 10 to 12,000 ਡਿਪੈਂਡਸ ਔਨ ਦਾ ਬੋਡੀ weight, ਕਿਉਂਕਿ weight ਦੇ ਹਿਸਾਬ ਨਾਲ ਜਾਣੀ ਹੁੰਦੀ ਹੈ ਜੀ ਉਹ। ਠੀਕ ਹੈ ਜੀ। ਤੇ ਜੇ ਕੋਈ ਹੋਰ ਨਹੀਂ ਹੈ ਉਹਦੇ ਫਿਰ ਜਾਂ ਤੇ ਕੌਂਸਲਰ ਜਨਰਲ ਪੇ ਕਰ ਦਿੰਦੇ ਆ, ਬਹੁਤੀ ਵਾਰੀ ਕਰ ਦਿੰਦੇ ਆ। ਉਹ ਉੱਥੇ ਚੈੱਕ ਕਰ ਲੈਂਦੇ ਜੀ ਘਰ ਉਹਨਾਂ ਦਾ ਵੀ ਇਹਨਾਂ ਦੀ ਫਾਈਨੈਂਸ਼ੀਅਲ ਸਿਚੁਏਸ਼ਨ ਕੀ ਆ ਜੀ। ਬਹੁਤੀ ਵਾਰੀ ਜਿਹੜੇ ਆ ਉਹਨਾਂ ਦੇ ਯਾਰ ਦੋਸਤ ਇੱਥੇ ਇਹਨਾਂ ਫੰਡ ਰੇਜ਼ ਵੀ ਕਰਦੇ ਨੇ। ਹਾਂਜੀ। ਤੇ ਉਹ ਵੀ ਪੇ ਕਰ ਸਾਡੇ ਵੱਲੋਂ, ਤੇ ਸਾਡਾ ਇਹ ਫਰਜ਼ ਹੈ ਕਿ ਜਲਦੀ ਤੋਂ ਜਲਦੀ ਜਿਹੜੀਆਂ ਹਿਊਮਨ ਰਿਮੇਨਸ ਪਰਿਵਾਰ ਦੇ ਕੋਲ ਪਹੁੰਚਾਈਆਂ ਜਾਣ, ਅਸੀਂ ਭਾਈ ਦੌੜ ਕਰ ਸਕਦੇ ਹਾਂ। ਕਿਉਂਕਿ ਜਿਹੜੀਆਂ ਸਾਨੂੰ ਉਹਨਾਂ ਦੇ ਦੁੱਖ ਦਾ ਪਤਾ, ਕਈ ਬੋਡੀਜ਼ ਇਹੋ ਜਿਹੀਆਂ ਵੀ ਆਟੋਵੇਟ ਤੋਂ 2-2, 2.5 ਮਹੀਨੇ ਬਾਅਦ ਵੀ ਗਈਆਂ, ਜਾਂ ਹੋਰ ਜਿਨ੍ਹਾਂ ਨੇ ਹੋਰ ਕਮਿਊਨਿਟੀ ਦੇ ਫਿਊਨਰਲ ਹੋਮ ਯੂਜ਼ ਕੀਤੇ ਆ। ਹਾਂਜੀ। ਉਹਨਾਂ ਦਾ ਉਹ ਤੇ ਜੀ ਫਿਰ 9 to 5 ਵੀ ਕੰਮ ਕਰਦੇ ਨੇ, ਤੇ ਵੀਕਐਂਡ ਤੇ ਕੰਮ ਨਹੀਂ ਕਰਦੇ, ਤੇ ਉਹ 2-2, 3-3 ਮਹੀਨੇ ਵੀ ਲੱਗੇ। ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਕਿ ਜਲਦੀ ਤੋਂ ਜਲਦੀ, ਕਿਉਂਕਿ ਅਸੀਂ ਇਸ ਪਰਸਨਲ ਪੀੜ ਨੂੰ ਤੇ ਲੋਕਾਂ ਦੀ ਤਕਲੀਫ ਨੂੰ ਅਸੀਂ ਸਮਝਦੇ ਹਾਂ। ਮੇਰੀ ਪਰਸਨਲ ਕੋਸ਼ਿਸ਼ ਹੁੰਦੀ ਹੈ ਕਿ
ਦਿਨ ਰਾਤ ਆਪਣੀ ਮਿਹਨਤ ਕਰਕੇ ਜਲਦੀ ਤੋਂ ਜਲਦੀ ਉਹਨਾਂ ਦਾ ਲਵਡ ਵਨ ਜਿਹੜਾ ਉਹਦੇ ਪਾਸ ਪਹੁੰਚਾਇਆ ਜਾਏ। ਜੀ ਬਿਲਕੁਲ। ਤੇ ਕੋਈ ਅਜਿਹੇ ਹਾਲਾਤ ਵੀ ਹੁੰਦੇ ਨੇ ਕਿ ਡੈਡ ਬੋਡੀ ਭੇਜੀ ਨਹੀਂ ਜਾ ਸਕਦੀ ਜਾਂ ਕਾਨੂੰਨੀ ਤੌਰ ਤੇ ਵੀ ਜੇ ਕੋਈ ਲਾਸ਼ ਹੈ ਜੀ ਹੈਗੀ ਆ ਕਿ ਤੁਸੀਂ ਨਹੀਂ ਭੇਜ ਸਕਦੇ ਉਸ ਨੂੰ ਭੇਜਣ ਚ ਸਮਰੱਥ ਹੋ? ਜੇ ਉਹਨੂੰ ਕੋਈ ਇਹੋ ਜਿਹੀ ਡਿਜ਼ੀਜ਼ ਹੈ ਜੀ, ਜਿਸ ਡਿਜ਼ੀਜ਼ ਦੇ ਨਾਲ ਬੰਦਾ ਮਰਿਆ ਤੇ ਉਹ ਫਿਰ ਜੇ ਗਵਰਨਮੈਂਟ ਆਫ ਇੰਡੀਆ ਇਜਾਜ਼ਤ ਨਹੀਂ ਦਿੰਦੀ ਫਿਰ ਅਸੀਂ ਉਹਦੇ ਵਿੱਚ ਕੁਝ ਨਹੀਂ ਕਰ ਸਕਦੇ ਜੀ। ਅਦਰਵਾਈਜ਼ ਸਾਨੂੰ ਕੋਈ ਪ੍ਰੋਬਲਮ ਨਹੀਂ। ਲੇਟਲੀ ਪ੍ਰੋਬਲਮ ਮਾਰਚ ਤੋਂ ਸ਼ੁਰੂ ਹੋ ਕੇ ਹੁਣ ਤੱਕ 3-4 ਮਹੀਨੇ ਦੇ ਬਹੁਤ ਆਈਆਂ, ਕਿਉਂਕਿ ਉਹਦੇ ਵਿੱਚ ਇੱਕ ਹੀ 에ਅਰਲਾਈਨ ਜਿਹੜੀ ਸੀ ਉਹ ਬੋਡੀ ਲੈ ਕੇ ਜਾਂਦੀ ਸੀ, ਉਹ ਟਰਕਿਸ਼ 에ਅਰਲਾਈਨ ਸੀ। ਹੁਣ ਤੇ 에ਅਰ ਇੰਡੀਆ ਤੇ ਦੂਸਰਾ ਇਹ ਕੈਨੇਡਾ ਵੀ ਜਾਣ ਲੱਗ ਪਈਆਂ ਨੇ। ਉੱਥੇ ਵੀ ਪ੍ਰੋਬਲਮ ਅਸੀਂ ਅਰੇਂਜਮੈਂਟ ਦਿੱਲੀ ਉੱਥੇ ਇੱਕ ਫਿਊਨਰਲ ਹੋਮ ਵਾਲੇ ਉਹਨਾਂ ਨੇ ਕੀਤਾ ਜੀ। ਉਹ ਉੱਥੇ ਜਿਹੜੀ ਫੈਮਿਲੀ ਆ ਉਹ ਕਾਸਟ ਉਹਨਾਂ ਨੂੰ ਬੇਅਰ ਕਰਨੀ ਪੈਂਦੀ ਆ। ਕਈ ਵਾਰੀ ਕਾਲਜ ਵਾਲੇ ਦੇ ਦਿੰਦੇ, ਪਰ ਗਵਰਨਮੈਂਟ ਆਫ ਇੰਡੀਆ ਦੀ ਜ਼ਿੰਮੇਵਾਰੀ ਸਿਰਫ ਦਿੱਲੀ ਤੱਕ ਬੋਡੀ ਪਹੁੰਚਾਉਣ ਦੀ ਆ। ਉੱਥੋਂ ਫਿਰ ਆਪਣਾ ਕੋਈ ਐਂਬੂਲੈਂਸ ਲੈ ਆਉਣ ਜਾਂ ਫਿਰ ਜਿਹੜਾ ਅਸੀਂ ਅਰੇਂਜਮੈਂਟ ਕਰਕੇ ਦਿੰਦੇ ਹਾਂ ਉਹਨਾਂ ਨਾਲ ਡਾਇਰੈਕਟ ਡੀਲ ਕਰ ਲੈਂਦੇ। ਜੀ ਬਹੁਤ ਬਹੁਤ ਸ਼ੁਕਰੀਆ ਸਰ, ਤੁਸੀਂ ਪ੍ਰੋਗਰਾਮ ਵਿੱਚ ਸਮਾਂ ਦਿੱਤਾ ਤੇ ਇਸ ਸੰਬੰਧੀ ਸਾਨੂੰ ਜਾਣਕਾਰੀ ਦਿੱਤੀ ਆ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਬਹੁਤ ਬਹੁਤ ਮਿਹਰਬਾਨੀ ਜੀ। ਮਿਹਰਬਾਨੀ, ਥੈਂਕ ਯੂ ਸੋ ਮਚ। ਸੋ ਇਹ ਸਨ ਜੀ ਇੰਦਰਜੀਤ ਪਾਲ ਬਰੈਂਪਟਨ ਕ੍ਰੀਮੇਟੋਰੀਅਮ ਐਂਡ ਵਿਜ਼ਿਟੇਸ਼ਨ ਸੈਂਟਰ ਤੋਂ, ਜਿਨ੍ਹਾਂ ਨੇ ਹੁਣ ਤੱਕ ਵੀ ਕਾਫੀ ਐਵੇਂ ਦੀਆਂ ਡੈਡ ਬੋਡੀਜ਼ ਭੇਜੀਆਂ ਨੇ ਇੰਡੀਆ ਦੇ ਵਿੱਚ, ਬੈਕ ਹੋਮ ਉਹਨਾਂ ਦੀਆਂ ਕੰਟਰੀਜ਼ ਦੇ ਵਿੱਚ। ਪਰ ਇੱਕ ਚੀਜ਼ ਸਰ ਜ਼ਰੂਰ ਹੈ ਕਿ ਜਦੋਂ ਕਾਲਜਸ ਇੰਸ਼ੋਰੈਂਸ ਕਵਰ ਕਰਦੇ ਨੇ ਤੇ ਉਸ ਤੋਂ ਬਾਅਦ ਕਈ ਵਾਰੀ ਇਹ ਕਿਹਾ ਜਾਂਦਾ ਹੈ ਕਿ GoFundMe ਪੇਜ ਦੇ ਉੱਤੇ ਵੀ ਕਿ ਡੈਡ ਬੋਡੀ ਵਾਪਸ ਭੇਜਣੀ ਹੈ ਜਿਹਦੇ ਉੱਤੇ ਕਾਫੀ ਖਰਚਾ ਆਉਣਾ ਹੈ ਤੇ ਇਸ ਦੇ ਲਈ ਸਪੋਰਟ ਚਾਹੀਦੀ ਹੈ। ਇਹਦੇ ਚ ਤਰਨ ਇੱਕ ਗੱਲ ਜ਼ਰੂਰ ਹੋ ਸਕਦੀ ਹੈ, ਇੱਕ ਜਿਹੜੀ ਬਲ ਸਾਹਿਬ ਨੇ ਕਹੀ ਵੀ ਜੇ ਸਕੂਲ ਸਟੂਡੈਂਟ ਛੱਡ ਗਿਆ ਹੈਗਾ ਫਿਰ ਉਹ ਕਵਰੇਜ ਹੈ ਨਹੀਂ। ਸੈਕੰਡਲੀ ਇਹ ਗੱਲ ਵੀ ਹੈ ਜਦੋਂ ਡੈਥ ਹੁੰਦੀ ਹੈ, ਮੇਰੇ ਖਿਆਲ ਬਹੁਤਿਆਂ ਨੂੰ ਇਸ ਗੱਲ ਬਾਰੇ ਪਤਾ ਨਹੀਂ ਹੋਏਗਾ ਵੀ ਉਹਦੇ ਚ ਕੀ ਇੰਸ਼ੋਰੈਂਸ ਚ ਕੀ ਕੁਝ ਕਵਰੇਜ ਹੈਗੀ ਹੈ। ਤੇ ਕਈ ਵਾਰੀ ਇਉਂ ਹੁੰਦਾ ਵੀ ਨਾਲ ਦੇ ਦੀ ਡੈਥ ਹੋ ਗਈ ਹੈ, ਉਹ ਜਿੰਨੇ ਕੁ ਨੇੜੇ ਤੇੜੇ ਦੇ ਹੈਗੇ ਉਹੀ ਸੋਚ ਕੇ ਕਰਦੇ ਹੁਣ ਕਰਾਂਗੇ ਕਿਵੇਂ। ਅਗਲਾ ਕਹਿੰਦਾ ਸਾਡੇ ਕੋਲ ਤਾਂ ਹੁਣ ਪੈਸੇ ਹੈ ਨਹੀਂਗੇ, ਬਾਡੀ ਭੇਜਣੀ ਕਿਵੇਂ ਭੇਜੀ ਜਾਵੇ। ਤੇ ਇਸ ਕਰਕੇ ਉਹ ਫੰਡ ਰੇਜ਼ਿੰਗ ਦੀ ਜਿਹੜੀ ਸਭ ਤੋਂ ਪਹਿਲਾਂ ਇਹ ਗੱਲ ਮਨ ਦੇ ਵਿੱਚ ਆਉਂਦੀ ਵੀ ਆਪਾਂ 4 ਬੰਦੇ 10 ਬੰਦੇ ਰਲ ਕੇ ਕਹਿੰਦੇ ਯਾਰ ਪੈਸੇ ਇਕੱਠੇ ਕਰ ਲਓ ਆਪਾਂ ਭੇਜੀਏ। ਇਸ ਗੱਲ ਦਾ ਉਹਨਾਂ ਨੂੰ ਹੋ ਸਕਦਾ ਜਾਣਕਾਰੀ ਨਾ ਹੋਵੇ, ਪਰ ਜਾਣਕਾਰੀ ਹੋਣੀ ਜ਼ਰੂਰੀ ਬਹੁਤ ਆ, ਕਿਉਂਕਿ ਜਿੰਨੇ ਵੀ ਇੱਥੇ ਸਟੂਡੈਂਟਸ ਆਏ ਨੇ ਉਹਨਾਂ ਨੂੰ ਇਹ ਪਤਾ ਵੀ ਉਹਨਾਂ ਦੀ ਕਿਹੜੀ ਗੱਲ ਦੀ ਇੰਸ਼ੋਰੈਂਸ ਇੱਥੇ ਹੈ, ਕਿਹੜੀ ਗੱਲ ਦੀ ਕਵਰੇਜ ਉਹਨਾਂ ਕੋਲੇ ਹੈ। ਇਹ ਸਭ ਦੇ ਕੋਲੇ ਜਾਣਕਾਰੀ ਜੇ ਨਹੀਂ ਹੈ ਤਾਂ ਮੇਰਾ ਖਿਆਲ ਆ ਇਹ ਉਹਨਾਂ ਦੀ ਗਲਤੀ ਹੈ। ਉਹਨਾਂ ਨੂੰ ਜਾਣਕਾਰੀ ਜ਼ਰੂਰ ਹੋਣੀ ਚਾਹੀਦੀ ਹੈ ਵੀ ਸਾਡੇ ਬਾਕੀ ਦੇ ਰਾਈਟਸ ਬਾਰੇ ਪਤਾ ਬਹੁਤ ਲੋਕਾਂ ਨੂੰ ਅਜਿਹੇ ਇਸ, ਕਿਉਂਕਿ ਇਹ ਘਟਨਾ ਜਾਂ ਤਾਂ ਇਹ ਮੌਤ ਨਾਲ ਸੰਬੰਧਿਤ ਹੈ, ਅਸੀਂ ਇਸ ਬਾਰੇ ਸੋਚਣਾ ਨਹੀਂ ਚਾਹੁੰਦੇ। ਅਗਲਾ ਕਹਿੰਦਾ ਜੇ ਸੋਚਾਂਗੇ ਤਾਂ ਸ਼ਾਇਦ ਕਿਤੇ ਗੱਲ ਨਾ ਹੋ ਜਾਵੇ, ਕਈਆਂ ਨੂੰ ਵਹਿਮ ਹੁੰਦਾ ਹੈ ਅਜਿਹੀ ਗੱਲ ਦਾ, ਜੇ ਅਸੀਂ ਸੋਚਣਾ ਨਹੀਂ ਚਾਹੁੰਦੇ। ਪਰ ਜੇ ਹਰ ਇੱਕ ਗੱਲ ਬਾਰੇ ਸਾਨੂੰ ਸਾਰੀ ਜਾਣਕਾਰੀ ਹੋਵੇ। ਹੁਣ ਸਾਡਾ ਇਹ ਮਕਸਦ ਨਹੀਂ ਹੈ ਜੀ ਕਿ ਜਦੋਂ ਵੀ ਕੋਈ ਐਸੀ ਫੰਡਿੰਗ ਹੁੰਦੀ ਹੈ ਤੁਸੀਂ ਜਵਾਬ ਦਿਓ, ਨੋ ਬਿਲਕੁਲ ਨਹੀਂ ਜੀ। ਸਾਡਾ ਮਕਸਦ ਇਹ ਹੈ ਤੁਹਾਨੂੰ ਐਜੂਕੇਟ ਕਰਨਾ, ਕਿ ਤੁਹਾਨੂੰ ਪਤਾ ਲੱਗੇ ਵੀ ਗੱਲ ਕੀ ਹੈਗੀ ਆ। ਤੁਸੀਂ ਜਿੱਥੇ ਵੀ ਪੈਸੇ ਦੇਣੇ, ਮੈਂ ਕੱਲੀ ਇਸ ਮਾਮਲੇ 'ਚ ਨਹੀਂ, ਵੈਸੇ ਵੀ ਕਿਸੇ ਚੈਰਿਟੀ ਨੂੰ ਪੈਸੇ ਦੇਣੇ ਆ ਜੀ, ਉਹਦੇ ਜ਼ਰੂਰ ਸੋਚ ਸਮਝ ਕੇ ਦੇਣੇ ਚਾਹੀਦੇ ਆ ਕਿ ਕਿਤੇ ਪੈਸੇ ਗਲਤ ਪਾਸੇ ਤਾਂ ਨਹੀਂ ਜਾ ਰਹੇ। ਬਿਲਕੁਲ ਜੀ ਸਰ, ਨਾਲ ਹੀ ਅਸੀਂ ਇਹ ਵੀ ਜ਼ਰੂਰ ਇੱਕ ਰਿਕੁਐਸਟ ਕਰਾਂਗੇ ਇਸ ਵਕਤ, ਕਿਉਂਕਿ ਸੁਮਨਦੀਪ ਕੌਰ ਜਾਂ ਫਿਰ ਗੁਰਨੀਤ ਕੌਰ ਅਜੇ ਓਰੀਜਨਲ ਨਾਮ ਸਾਹਮਣੇ ਨਹੀਂ ਆ ਪਾਇਆ। ਇਹਨਾਂ ਨੂੰ ਲੈ ਕੇ ਜਿਨ੍ਹਾਂ ਨੇ ਵੀ ਫੰਡ ਰੇਸ ਇਕੱਠਾ ਕਰਨਾ ਸ਼ੁਰੂ ਕੀਤਾ GoFundMe ਪੇਜ ਦੇ ਉੱਤੇ, ਜੇਕਰ ਤੁਸੀਂ ਆਪਣਾ ਪੱਖ ਰੱਖਣਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਪ੍ਰੋਗਰਾਮ ਦੇ ਵਿੱਚ ਵੀ ਕਾਲ ਕਰ ਸਕਦੇ ਹੋ ਜਾਂ ਪ੍ਰੋਗਰਾਮ ਤੋਂ ਬਾਅਦ ਵੀ ਹੇਠ ਲਿਖੇ ਨੰਬਰ ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ। ਸੋ ਆਪਣਾ ਪੱਖ ਤੁਸੀਂ ਰੱਖਣਾ ਚਾਹੁੰਦੇ ਹੋ ਸਾਨੂੰ ਜ਼ਰੂਰ ਦੱਸਿਓ। ਪਰ ਜਿਸ ਤਰੀਕੇ ਦੇ ਨਾਲ ਸਰ ਸਵਾਲ ਸਾਨੂੰ ਇਸ ਕਰਕੇ ਚੁੱਕਣਾ ਪੈ ਰਿਹਾ ਕਿਉਂਕਿ ਇੱਕੋ ਹੀ ਕੁੜੀ ਦਾ ਨਾਮ ਅਲੱਗ-ਅਲੱਗ ਨਾਮ ਦੇ ਹੇਠ ਤੁਸੀਂ ਫੰਡ ਰੇਸ ਇਕੱਠਾ ਕਰ ਰਹੇ ਹੋ, ਅਲੱਗ-ਅਲੱਗ ਲੋਕੇਸ਼ਨਸ ਨੇ, ਅਲੱਗ-ਅਲੱਗ ਡੇਟ ਆਫ ਡੈਥ ਲਿਖੀਆਂ ਹੋਈਆਂ ਨੇ। ਇਸ ਕਰਕੇ ਸਵਾਲ ਥੋੜੇ ਜਿਹੇ ਹੋਰ ਉੱਠ ਰਹੇ ਨੇ ਕਿ ਸ਼ਾਇਦ ਇਸ ਦੇ ਵਿੱਚ ਕੁਝ ਗੜਬੜ ਹੈ। ਇੱਕ ਦਰਸ਼ਕ ਜੁੜ ਗਏ ਨੇ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਪ੍ਰੋਗਰਾਮ 'ਚ। ਕਿੱਥੋਂ ਬੋਲ ਰਹੇ ਹੋ ਜੀ? ਹਾਂਜੀ, ਮੈਂ ਆਪਣੇ ਬਰੈਂਪਟਨ ਤੋਂ ਬੋਲ ਰਹੀ ਹਾਂ। ਐਕਚੁਅਲੀ ਮੈਂ ਸੁਮਨਦੀਪ ਦੀ ਕਜ਼ਨ ਬੋਲ ਰਹੀ ਹਾਂ ਜੀ। ਸੋ ਐਕਚੁਅਲੀ ਮੈਂ ਬਾਹਰ ਗਈ ਹੋਈ ਸੀ ਤੇ ਮੈਨੂੰ ਮੇਰੇ ਭੂਆ ਜੀ ਦੀ ਕਾਲ ਆਈ ਸੀ ਐਂਡ ਦੇ ਟੋਲਡ ਮੀ ਕਿ ਏਦਾਂ ਕਰਕੇ ਉਹਦੀ ਫੰਡ ਰੇਜ਼ ਦਾ ਕੁਝ ਕੁਐਸਚਨ ਉੱਠ ਰਿਹਾ, ਰਾਈਟ ਜੀ। ਕਿਉਂਕਿ ਉਹਦੀ ਡੈਥ ਹੋਈ ਸੀ 29th of June ਨੂੰ ਐਂਡ ਸਟਿਲ ਉਹਦਾ ਫਿਊਨਰਲ ਨਹੀਂ ਹੋਇਆ ਹੈ। ਓਕੇ ਐਂਡ ਕਿਉਂਕਿ ਜਿਹੜਾ ਸੈਕਿੰਡ ਫੰਡ ਰੇਜ਼ ਆ, ਆਈ ਡੋਨਟ ਨੋ ਅਬਾਊਟ ਦੈਟ, ਕਿਉਂਕਿ ਮੈਨੂੰ ਜਿੱਥੋਂ ਤੱਕ ਜਦੋਂ ਇਹਦੀ ਡੈਥ ਹੋਈ ਸੀ ਤਾਂ ਇਹ ਸਾਡੇ ਪਿੰਡ ਦੀ ਹੀ ਕੁੜੀ ਆ, ਸਾਡੇ ਘਰਾਂ ਦੇ ਵਿੱਚੋਂ ਹੈ ਜੀ।
ਸੋ ਇਹਦੇ ਫਾਦਰ ਦੀ ਕਾਲ ਆਈ ਮੈਨੂੰ ਵੀ ਏਦਾਂ ਕਰਕੇ ਆ ਚੀਜ਼ ਹੋ ਗਈ ਹੈ। ਸੋ ਇਹ ਪਹਿਲਾਂ ਕਾਫੀ ਸਿੱਖ ਰਹੀ ਹੈ, ਸੋ 2-2.5 ਮਹੀਨੇ ਹਸਪੀਟਲ 'ਚ ਰਹੀ ਹੈ ਐਂਡ ਉਸ ਪ੍ਰੋਸੀਜਰ ਦਾ ਮੈਨੂੰ ਸਾਰਾ ਪਤਾ ਸੀਗਾ। ਜਦੋਂ ਸਿੱਖ ਹੋਈ ਹੈ, ਜਿਸ ਦਿਨ ਐਡਮਿਟ ਹੋਈ ਆ, ਆਈ ਨਿਊ ਦੈਟ ਮੈਂ ਇਹਨੂੰ ਕਿਹਾ ਸੀ ਹਸਪੀਟਲ ਜਾਓ ਔਰ ਉੱਥੇ ਆਪਣਾ ਚੈੱਕਅਪ ਕਰਾਓ ਕਿਉਂਕਿ ਉਹਨੂੰ ਕਫ ਵਗੈਰਾ ਫੀਵਰ ਵਗੈਰਾ ਸੀ। ਸੋ ਮੈਨੂੰ ਏਦਾਂ ਲੱਗਿਆ ਕਿ ਇਹਨੂੰ ਥੋੜਾ ਹੋ ਸਕਦਾ ਵੀ ਕੋਵਿਡ ਦੇ ਸਿੰਪਟਮਸ ਹੋਣ, ਰਾਈਟ। ਸੋ ਦੈਟਸ ਵਾਈ ਸ਼ੀ ਗਾਟ ਐਡਮਿਟਡ ਇਨ ਦਾ ਹਸਪੀਟਲ, ਰਾਈਟ। ਐਂਡ ਉਸ ਤੋਂ ਬਾਅਦ ਉਸੇ ਟਾਈਮ ਉਹਨਾਂ ਨੇ ਜਦੋਂ ਟੈਸਟ ਕੀਤੇ ਐਂਡ ਉਹਨੂੰ ਪਤਾ ਲੱਗਿਆ ਕਿ ਉਹਨੂੰ ਟਿਊਬਰਕਲੋਸਿਸ ਹੈ, ਰਾਈਟ। ਐਂਡ ਉਹਦਾ ਟ੍ਰੀਟਮੈਂਟ ਚੱਲਿਆ ਕਾਫੀ ਲੰਬਾ, ਬਟ ਸ਼ੀ ਵਾਸ ਲਾਈਕ ਜਿਹੜਾ ਉਹਦਾ ਮੈਡੀਸਨ ਸੀਗੀ ਨਾ ਉਹ ਡਰਗ ਰੈਸਿਸਟੈਂਟ ਹੋ ਚੁੱਕੀ ਸੀ ਉਹਦੀ ਬੋਡੀ ਮੈਡੀਸਨ ਦੇ ਵਿੱਚ। ਸੋ ਸ਼ੀ ਡਿਡਨਟ ਰਿਕਵਰ। ਸੋ ਇਹਦੀ ਜਦੋਂ ਡੈਥ ਹੋਈ 29th ਨੂੰ, ਔਰ ਉਸ ਤੋਂ ਬਾਅਦ ਅਸੀਂ ਟਰਾਈ ਕੀਤੀ ਕਿ ਉਹਦੇ ਫਾਦਰ ਇੱਥੇ ਆ ਜਾਣ ਫਿਊਨਰਲ ਦੇ ਵਿੱਚ, ਰਾਈਟ। ਬਟ ਉਹ ਹੁਣ ਤੱਕ 29th of June ਤੋਂ ਲੈ ਕੇ ਹੁਣ ਤੱਕ ਉਹ ਟਰਾਈ ਕਰ ਰਹੇ ਵੀਜ਼ਾ ਦੇ ਲਈ, ਬਟ ਦੇ ਡਿਡਨਟ ਗੈਟ ਅ ਵੀਜ਼ਾ। ਉਸ ਤੋਂ ਬਾਅਦ ਅਸੀਂ ਉਹਨਾਂ ਨੇ ਕਿਹਾ ਸੀ ਕਿ ਕਾਫੀ ਲੰਬਾ ਟਾਈਮ ਹੋ ਗਿਆ, ਅਗਰ ਤੁਸੀਂ ਚਾਹੁੰਦੇ ਹੋ ਤਾਂ ਅਸੀਂ ਫਿਊਨਰਲ ਇੱਥੇ ਕਰ ਸਕਦੇ ਹਾਂ, ਰਾਈਟ। ਬਟ ਉਹਨਾਂ ਨੂੰ ਇਹ ਸੀਗਾ ਕਿ ਸਾਡੀ ਬੇਟੀ ਨੂੰ 2 ਸਾਲ ਹੋ ਗਏ ਇੱਥੇ ਆਈ ਨੂੰ। ਸੋ ਜਦੋਂ ਆਈ ਸੀ ਉਦੋਂ ਮੇਰੇ ਕੋਲ ਹੀ ਰਹੀ ਸੀ, ਇੱਥੋਂ ਆਪਣੇ ਬ੍ਰੈਂਪਟਨ ਤੋਂ ਹੀ ਮੂਵ ਹੋ ਕੇ ਮੌਂਟਰੀਅਲ ਗਈ ਸੀ। ਸੋ ਮੇਨ ਟੇਕ ਸੀ ਉਹਦਾ। ਸੋ ਉਸ ਤੋਂ ਬਾਅਦ ਜਦੋਂ ਉਹ ਕਹਿੰਦੇ ਵੀ ਅਸੀਂ ਵੇਟ ਕਰਨੀ ਆ, ਉਹ ਹਜੇ ਤੱਕ ਵੇਟ ਕਰ ਰਹੇ ਆ ਵੀਜ਼ੇ ਦੇ ਲਈ। ਲਾਈਕ ਕੀਪ ਸੈਂਡਿੰਗ ਸੋ ਮੈਨੀ ਈਮੇਲਸ ਕਿ ਐਮਬੈਸੀ ਦੇ ਲਈ ਐਮਪੀਜ਼ ਦੇ ਨਾਲ ਗੱਲ ਕੀਤੀ ਉਹਨਾਂ ਨੇ। ਬਟ ਜਿਹੜੀ ਉਹਦੀ ਉਸ ਟਾਈਮ ਤੇ ਜਿਨ੍ਹਾਂ ਨੇ ਕਸਟਡੀ ਲਈ ਹੋਈ ਸੀ ਕਿਉਂਕਿ ਮੇਰੇ ਬੱਚੇ 6 ਤੇ ਅਗੇ, ਸੋ ਮੈਂ ਉਸ ਟਾਈਮ ਬਿਜ਼ੀ ਥੋੜਾ, ਤਾਂ ਮੇਰੇ ਇੱਕ ਉਹਨਾਂ ਦੀ ਹੋਰ ਕਜ਼ਨ ਹੈ ਜਿਹੜੀ ਕਿ ਵੈਨਕੂਵਰ, ਜਿਹੜੇ ਕਿ ਹਰਮਨਦੀਪ ਸਿੰਘ ਐਂਡ ਉਹ ਕੁੜੀ ਹੈ ਹਰਮਨਦੀਪ ਗਰੇਵਾਲ ਜੀ, ਹਾਂਜੀ ਗਰੇਵਾਲ, ਰਾਈਟ। ਉਹ ਵੈਨਕੂਵਰ ਰਹਿੰਦੇ ਆ। ਸੋ ਉਹਨਾਂ ਨੇ ਜਿਹੜਾ ਫੰਡ ਰਾਈਜ਼ਰ ਸੀ, ਜਦੋਂ ਡੈਥ ਹੋਣ ਤੋਂ ਬਾਅਦ ਮੈਂ ਗੱਲ ਕੀਤੀ ਸੀ ਘਰ ਚਾਚਾ ਜੀ ਨਾਲ, ਲਾਈਕ ਕੁੜੀ ਦੇ ਫਾਦਰ ਦੇ ਨਾਲ। ਉਸ ਤੋਂ ਬਾਅਦ ਉਹਨਾਂ ਦੇ ਨਾਲ ਸਾਡੀ ਗੱਲ ਹੋਈ, ਅਸੀਂ ਫੰਡ ਰੇਜ਼ ਕਰਨਾ ਸ਼ੁਰੂ ਕੀਤਾ ਜੀ, ਰਾਈਟ। ਉਹ ਫੰਡ ਰੇਜ਼ਿੰਗ ਸਿਰਫ ਉਹੀ ਵਾਲਾ ਵੈਲਿਡ ਆ। ਆਈ ਡੋਂਟ ਨੋ ਕਿ ਉਹ ਜਿਹੜਾ ਦੂਸਰਾ ਕਿੱਥੋਂ ਆ ਰਿਹਾ, ਕੌਣ ਆ ਰਿਹਾ। ਦੂਸਰਾ ਜੀ ਤੁਹਾਨੂੰ ਦੱਸ ਦਈਏ ਕਿ ਗੁਰਨੀਤ ਕੌਰ ਦੇ ਨਾਮ ਤੇ ਇਹ ਕਿਸੇ ਗੁਰਪ੍ਰੀਤ ਕੌਰ ਜੀ ਨੇ ਇਹ ਸ਼ੁਰੂ ਕੀਤਾ ਹੈ, ਜੋ ਕਿ 15 ਸਤੰਬਰ 2020 ਨੂੰ ਕੀਤਾ ਤੇ ਉਹਦੇ ਤੇ ਲਿਖਿਆ ਗਿਆ ਸੀ ਕਿ ਇਹਨਾਂ ਦਾ ਨਾਮ ਗੁਰਨੀਤ ਕੌਰ ਹੈ। ਸੇਮ ਸਾਰੀ ਹਿਸਟਰੀ ਹੈ ਜੀ, ਉਵੇਂ ਇਨਫੈਕਸ਼ਨ ਦੇ ਕਰਕੇ ਡੈਥ ਰੀਜ਼ਨ ਲਿਖਿਆ ਹੋਇਆ, ਬਟ ਲਿਖਿਆ ਹੋਇਆ ਨਾਲ ਕਿ USA ਦੇ ਵਿੱਚ ਇਹ ਲੜਕੀ ਗਈ ਸੀ ਤੇ ਸ਼ਿਕਾਗੋ ਦੇ ਵਿੱਚ ਰਹਿੰਦੀ ਸੀ। ਨਹੀਂ ਜੀ, ਏਦਾਂ ਦਾ ਕੁਝ ਨਹੀਂ ਹੋਇਆ। ਇਹ ਐਜ਼ ਅ ਸਟੂਡੈਂਟ ਆਈ ਸੀ ਮੇਰੇ ਕੋਲ, ਬ੍ਰੈਂਪਟਨ ਦੇ ਵਿੱਚ ਰਹੀ ਹੈ। ਸੋ ਉੱਥੋਂ ਇਹਨੂੰ ਅਸੀਂ ਅੱਗੇ ਭੇਜਿਆ ਕਿਉਂਕਿ ਇਹਦਾ ਕਾਲਜ ਮੌਂਟਰੀਅਲ ਸੀ, ਪਰ ਇਹ ਲੈਂਡ ਬ੍ਰੈਂਪਟ ਆਪਣੇ ਟੋਰਾਂਟੋ ਏਅਰਪੋਰਟ ਤੇ ਹੋਈ ਸੀ। ਉੱਥੋਂ ਮੈਂ ਹੀ ਘਰ ਲੈ ਕੇ ਆਈ ਹਾਂ। ਸਾਡੇ ਕੋਲੇ ਵੀਕ ਰਹੀ ਆ, ਵੀਕ ਰਹਿਣ ਤੋਂ ਬਾਅਦ ਉੱਥੇ ਗਈ ਹੈ। ਉਦੋਂ ਤੋਂ ਲੈ ਕੇ ਇਹਦੀ ਡੈਥ ਹੋਣ ਤੋਂ ਪਹਿਲਾਂ ਤੱਕ ਸਾਰੀ ਟੇਕ ਕੇਅਰ ਮੈਂ ਖੁਦ ਕਰ ਰਹੀ ਸੀ। ਔਰ ਉੱਥੇ ਇੱਕ ਕਦੀ ਵੀ ਕੁੜੀ ਕੋਲੇ ਤਾਂ ਵੀਜ਼ਾ ਹੀ ਹੈ ਨਹੀਂ ਸੀਗਾ US ਦਾ, ਰਾਈਟ। ਸੋ ਸ਼ੀ ਕੈਨ ਕਿੱਦਾਂ ਟਰੈਵਲ ਕਰ ਸਕਦੀ ਹੈ, ਰਾਈਟ। ਸੋ ਇਹਨਾਂ ਦਾ ਨਾਮ ਜੀ ਸੁਮਨਦੀਪ ਹੈ ਜਾਂ ਗੁਰਨੀਤ ਕੌਰ ਹੈ? ਨਹੀਂ ਜੀ, ਇਹਦਾ ਨਾਮ ਸੁਮਨਦੀਪ ਕੌਰ ਗਿੱਲ ਹੈ। ਰਾਏਕੋਟ ਦੇ ਕੋਲ ਪਿੰਡ ਹੈ ਸੱਤੋਵਾਲ, ਉੱਥੋਂ ਤੋਂ ਇਹ ਬਿਲੋਂਗ ਕਰਦੀ ਹੈ। ਸੋ ਇਹਦੇ ਫਾਦਰ ਸਟਿਲ ਇੰਡੀਆ ਦੇ ਵਿੱਚ ਹੈ, ਉਹ ਹਜੇ ਵੀ ਸਟਰਗਲ ਕਰ ਰਹੇ ਅਗਰ ਵੀਜ਼ਾ ਮਿਲ ਜਵੇ। ਇਹਨਾਂ ਦੀ ਫੈਮਿਲੀ ਚ ਮੈਮ ਕੌਣ ਆ ਪਿੱਛੇ, ਤੁਸੀਂ ਥੋੜਾ ਜਿਹਾ ਦੱਸ ਸਕਦੇ ਹੋ? ਹਾਂਜੀ ਬਿਲਕੁਲ ਜੀ, ਇਹਨਾਂ ਦੇ ਮਦਰ ਫਾਦਰ ਹੈ ਔਰ ਉਸ ਤੋਂ ਬਾਅਦ ਇਹਦੀ ਛੋਟੀ ਭੈਣ ਹੈ ਪਰਨੀਤ, ਐਂਡ ਉਸ ਤੋਂ ਛੋਟਾ ਬ੍ਰਦਰ ਹੈ ਆਕਾਸ਼ਦੀਪ ਸਿੰਘ, ਰਾਈਟ। ਉਹ ਇਹ 4 ਜਾਣੇ ਹੁਣ ਫੈਮਿਲੀ ਦੇ ਵਿੱਚ ਰਹਿ ਗਿਆ। ਪਹਿਲਾਂ ਸੁਮਨ ਸਭ ਤੋਂ ਵੱਡੀ ਸੀ। ਸੋ ਸੁਮਨ ਦੇ ਇੱਥੇ ਆਉਣ ਦਾ ਜਿੱਦਾਂ ਵੀ, ਕਿਉਂਕਿ ਸਾਡੇ ਕੋਲ ਹੀ ਜਿੱਦਾਂ ਉਹਨਾਂ ਨੇ ਸਾਡੇ ਸੱਤੀ ਭੇਜਿਆ ਸੀਗਾ ਕਿ ਹਾਂਜੀ ਕੋਈ ਗੱਲ ਨਹੀਂ, ਆਪਾਂ ਮੇਰੇ ਡੈਡੀ ਦੇ ਫਰੈਂਡ ਵੀ ਸੀ, ਕਾਫੀ ਕਲੋਜ਼ ਸੀਗੇ ਕੰਟੈਕਟ, ਰਾਈਟ। ਸੋ ਉਸ ਤੋਂ ਬਾਅਦ ਇਹ ਇੱਥੇ ਆਈ ਸੀਗੀ। ਉਸ ਤੋਂ ਬਾਅਦ ਇਹ ਚੀਜ਼ ਹੈਪਨ ਹੋ ਗਈ ਔਰ ਇਹਦਾ ਅਮਰੀਕਾ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ, ਕਿਤੇ ਗਈ ਨਹੀਂ ਹੈ। ਸੋ ਏਦਾਂ ਦਾ ਕੋਈ ਵੀ ਨਹੀਂ ਹੈ। ਔਰ ਇਹਦਾ ਜਿਹੜੀ ਆਪਣਾ ਫਿਊਨਰਲ ਨਹੀਂ ਹੋ ਰਿਹਾ ਇੱਥੇ, ਇੰਡੀਆ ਬੋਡੀ ਨਹੀਂ ਭੇਜ ਸਕਦੇ ਕਿਉਂਕਿ ਟਰਾਈ ਕੀਤੀ ਸੀ ਇੰਡੀਆ ਬੋਡੀ ਜਾਵੇ, ਰਾਈਟ। ਬਟ ਉਹਦੇ ਲਈ ਡਾਕਟਰਸ ਕਹਿ ਰਹੇ ਆ ਕਿ ਮੈਡੀਕਲ ਰੀਜ਼ਨ ਹੈ ਇਹ ਹੈ ਕਿ ਉਹਦੀ ਜਿਹੜੀ ਸਰਜਰੀ ਹੋਈ ਸੀ 15 ਘੰਟੇ ਦੀ, ਇਹਦੀ ਡੈਥ ਹੋਣ ਤੋਂ ਲਾਈਕ 4-5 ਡੇਜ਼ ਅਰਲੀਅਰ ਦੀ ਗੱਲ ਕਰੀਏ ਆਪਾਂ, ਤਾਂ ਉਦੋਂ ਇਹਦੀ ਉਸ ਦੇ ਵਿੱਚ ਇਹਨਾਂ ਦਾ ਇੱਕ ਲੰਗ ਬਾਹਰ ਕੱਢਿਆ ਸੀ ਉਹਨਾਂ ਨੇ ਕਿਉਂਕਿ ਟਿਊਬਰਕਲੋਸਿਸ ਆਲ ਓਵਰ ਦਾ ਬੋਡੀ, ਉਹਦਾ ਕਾਫੀ ਜ਼ਿਆਦਾ ਲੰਗ ਨੂੰ ਪ੍ਰੋਬਲਮ ਆ ਰਹੀ ਸੀ, ਬਰੀਥਿੰਗ ਦੀ ਪ੍ਰੋਬਲਮ ਪਹਿਲਾਂ ਤੋਂ ਹੀ ਸੀ, ਰਾਈਟ ਜੀ। ਸੋ ਉਸ ਕਰਕੇ ਮੈਡੀਕਲ ਰੀਜ਼ਨ ਕਰਕੇ ਡਾਕਟਰਸ ਇਹਦੀ ਬੋਡੀ ਉੱਥੇ ਨਹੀਂ ਭੇਜ ਰਹੇ ਹੈ, ਬਟ ਉਹ ਇੱਥੇ ਵੀ ਟਰਾਈ ਕਰ ਰਹੇ ਆ। ਸੋ ਇਹਦੇ ਵਿੱਚ ਕਾਫੀ ਲੰਬਾ ਟਾਈਮ ਚਲੇਗਾ। ਸੋ ਯੂ ਕੈਨ ਸੇ ਲਾਈਕ ਆਲਮੋਸਟ 3 months ਨਾਓ। ਬਿਲਕੁਲ ਜੀ, ਤੁਸੀਂ ਮੈਮ ਸਾਨੂੰ ਕਾਲ ਕਰਕੇ ਮਾਮਲੇ ਦੇ ਬਾਰੇ ਵਿੱਚ ਜਾਣਕਾਰੀ ਦਿੱਤੀ, ਉਹਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਤੇ ਅਸੀਂ ਕੋਸ਼ਿਸ਼ ਕਰਾਂਗੇ ਹਮਦਰਦ ਮੀਡੀਆ ਗਰੁੱਪ ਆਪਣੇ ਵੱਲੋਂ ਜੇ ਕੌਂਸੂਲੇਟ ਆਫਿਸ ਗੱਲ ਕਰਕੇ ਕੁਝ ਵਿੱਚ ਐਫਰਟ ਕਰ ਸਕੇ। ਸੋ ਸਾਡੇ ਮਿਸਟਰ ਅਮਰ ਭੁੱਲਰ ਇਸ ਗੱਲ ਨੂੰ ਲੈ ਕੇ ਕਾਫੀ ਜ਼ਿਆਦਾ ਕੰਸਰਨ ਨੇ। ਸੋ ਅਸੀਂ ਕੋਸ਼ਿਸ਼ ਕਰਾਂਗੇ ਹਮਦਰਦ ਮੀਡੀਆ ਜੇ ਇਸ ਵਿੱਚ ਕੋਈ ਹੈਲਪ ਕਰ ਸਕਿਆ। ਤੁਹਾਨੂੰ ਪ੍ਰੋਗਰਾਮ ਤੋਂ ਬਾਅਦ ਅਸੀਂ ਜੇ ਕੋਈ ਵਧੇਰੇ ਜਾਣਕਾਰੀ ਲੈਣੀ ਹੋਈ ਤਾਂ ਤੁਹਾਨੂੰ ਪ੍ਰੋਗਰਾਮ ਤੋਂ ਬਾਅਦ ਅਸੀਂ ਜ਼ਰੂਰ ਕਾਲ ਕਰਾਂਗੇ। ਡੈਫੀਨੇਟਲੀ ਜੀ, ਅਗਰ ਤੁਸੀਂ ਕੁਝ ਵੀ ਪੁੱਛਣਾ, ਅਗਰ ਇਹਨਾਂ ਦੇ ਫਾਦਰ ਨਾਲ ਗੱਲ ਕਰਨੀ ਹੈ ਮੈਂ ਉਹ ਵੀ ਕਰਵਾ ਸਕਦੀ ਹਾਂ, ਜੋ ਵੀ ਤੁਹਾਨੂੰ ਚਾਹੀਦਾ। ਬਟ
ਥੈਂਕ ਯੂ ਸੋ ਮਚ Thank you ਜੀ, so nice ਥੈਂਕ ਯੂ of ਸੋ you. ਮਚ ਕਾਲ ਕਰਨ ਦੇ ਲਈ Thank you ਜੀ. ਸੋ Thanks ਸਰ for ਕੀ calling. ਕਹਿਣਾ ਚਾਹੋਗੇ ਗੁਰਨੀਤ ਕੌਰ ਦੇ ਨਾਮ ਤੇ ਜੋ ਇੱਕ ਫੇਕ ਅਕਾਊਂਟ ਬਣਾਇਆ ਗਿਆ, ਇੱਥੇ ਗੱਲ ਇੱਕ ਕਲੀਅਰ ਹੁੰਦੀ ਹੋਈ ਇੱਥੇ ਨਜ਼ਰ ਆ ਰਹੀ ਹੈ। ਯੂਐਸ ਨਾਲ ਇਹਦਾ ਕੋਈ ਲੈਣਾ ਦੇਣਾ ਨਹੀਂ, ਯੂਐਸ ਦਾ ਵੀਜ਼ਾ ਤੱਕ ਨਹੀਂ ਹੈਗਾ, ਤੇ ਇੱਥੇ ਮੌਤ ਦੇ ਨਾਮ ਦੇ ਉੱਤੇ ਵੀ ਦੇਖ ਸਕਦੇ ਹੋ ਕਿਵੇਂ ਠੱਗੀਆਂ ਵੱਜ ਰਹੀਆਂ ਹੁਣ ਨੇ। ਗੱਲ ਇਹ ਹੋਣਾ ਤਰਨ ਕਿ ਜਦੋਂ ਅਜਿਹੀਆਂ ਘਟਨਾਵਾਂ ਵਾਪਰਦੀਆਂ ਨੇ, ਜਿਹੜੇ ਹੁਣ ਸਹੀ ਕੇਸ ਵੀ ਹੈਗੇ ਆ, ਉਹ ਕੇਸਿਸ ਦੇ ਵਿੱਚ ਇਹ ਪ੍ਰੋਬਲਮ ਆਉਣ ਲੱਗ ਜਾਣੀ ਆ। ਅਗਲੇ ਨੇ ਕੁਐਸਚਨ ਕਰਿਆ ਕਰਨਾ, ਕੁਐਸਚਨ ਕਰਨਾ ਮਾੜਾ ਨਹੀਂ ਹੈ, ਆਈ ਐਗਰੀ ਵਿਦ ਦੈਟ, ਵੀ ਜ਼ਰੂਰ ਕੁਐਸਚਨ, ਜਿੱਥੇ ਵੀ ਤੁਸੀਂ ਕੋਈ ਪੈਸਾ ਕਮਾਉਣਾ ਬਹੁਤ ਔਖਾ ਹੈ, ਸੋ ਜ਼ਰੂਰ ਕੁਐਸਚਨ ਕਰਨਾ ਚਾਹੀਦਾ ਵੀ ਪੈਸਾ ਕੀ ਜਿਹੜੇ ਕਾਰਜ ਵਾਸਤੇ ਤੁਸੀਂ ਦੇ ਰਹੇ ਹੋ ਕੀ ਉਸੇ ਕਾਰਜ ਦੇ ਵਿੱਚ ਜਾ ਕੇ ਲੱਗੇਗਾ ਕਿ ਨਹੀਂ ਲੱਗੇਗਾ, ਇਸ ਬਾਰੇ ਕੁਐਸਚਨ ਕਰਨਾ ਬਹੁਤ ਜ਼ਰੂਰੀ ਹੈ। ਔਰ ਆਪਣੀ ਸਿਰਫ ਮਤਲਬ ਇਹ ਹੈ ਲੋਕਾਂ ਨੂੰ ਹਟਾਉਣਾ ਨਹੀਂ ਹੈ, ਇਟਸ ਮੈਟਰ ਜਸਟ ਵੀ ਅਸੀਂ ਚਾਹੁੰਦੇ ਤੁਹਾਨੂੰ ਅਵੇਅਰਨੈਸ ਹੋਵੇ ਇਸ ਮਾਮਲੇ ਵਿੱਚ। ਜਦੋਂ ਵੀ ਕੋਈ ਜਿਹੜਾ ਤੁਸੀਂ ਸਟੈਪ ਲੈਣੇ ਹੋ ਤਾਂ ਪਲੀਜ਼ ਦੋ ਵਾਰੀ ਜ਼ਰੂਰ ਪਰ ਸੋਚੋ। ਸਰ ਦੇਖੋ ਐਵੇਂ ਦੇ ਇੱਕਾ ਦੁੱਕਾ ਮਾਮਲਿਆਂ ਦੇ ਕਰਕੇ ਕੋਈ ਸਾਡੇ ਵਰਗਾ ਵੀ ਜਿਵੇਂ ਚਾਹੇ ਅਸੀਂ ਕੋਈ $5 $10 ਜਿੰਨੇ ਵੀ ਡੋਨੇਟ ਕਰਨੇ ਆ, ਬੰਦਾ ਹੁਣ ਦੋ ਵਾਰੀ ਸੋਚੂਗਾ ਕਿ ਜੈਨੂਨ ਹੱਥਾਂ ਵਿੱਚ ਜਾਣੇ ਵੀ ਨਹੀਂ ਜਾਂ ਨਹੀਂ। ਇਹਨਾਂ ਦੇ ਕਰਕੇ ਜਿਹੜੇ ਇਸ ਵਕਤ ਫੇਕ ਅਕਾਊਂਟਸ ਬਣ ਰਹੇ ਨੇ, ਇਹਨਾਂ ਦੇ ਕਰਕੇ ਜਿਹੜੇ ਜੈਨੂਨ ਕੇਸ ਨੇ ਨਾ, ਉਹ ਵੀ ਮਦਦ ਤੋਂ ਪਿੱਛੇ ਰਹਿ ਜਾਂਦੇ ਨੇ। ਬਿਲਕੁਲ ਇਹ ਹਾਲਾਤ ਹੋਣਗੇ ਤਰਨ, ਕਿਉਂਕਿ ਅਖੀਰ ਇਹ ਗੱਲ ਨਿਕਲਣੀ ਸੀ, ਐਸੀਆਂ ਗੱਲਾਂ ਅਖੀਰ ਨਿਕਲਣ ਲੱਗ ਜਾਂਦੀਆਂ ਨੇ। ਔਰ ਜਿਹੜੇ ਲੋਕ ਠੱਗੀਆਂ ਮਾਰਨ ਵਾਲੇ ਨਾ, ਉਹ 100 ਮੀਲ ਅੱਗੇ ਸੋਚਦੇ ਆ। ਉਹ ਜਦੋਂ ਨੂੰ ਲੋਕਾਂ ਨੂੰ ਪਤਾ ਲੱਗਦਾ, ਜਦੋਂ ਉਹ ਆਪਦਾ ਕੰਮਕਾਰ ਕਰਕੇ ਚਲੇ ਜਾਂਦੇ ਆ, ਤੁਸੀਂ ਉਹਨਾਂ ਦੇ ਜਿਹੜੇ ਫੋਨ ਨੰਬਰਸ ਕੰਟੈਕਟ ਨੰਬਰਸ ਦਿੱਤੇ ਹੁੰਦੇ ਆ, ਉਹਨਾਂ ਤੇ ਫਿਰ ਕੋਈ ਫੋਨ ਨਹੀਂ ਜੀ ਚੱਕਦਾ, ਈਮੇਲਸ ਭੇਜਦੇ ਹੋ, ਈਮੇਲ ਦੀ ਕੋਈ ਰਿਟਰਨ ਨਹੀਂ ਆਉਂਦੀ। ਕਿਉਂ ਨਹੀਂ ਆਉਂਦੀ? ਕਿ ਉਹਨਾਂ ਨੇ ਆਪਣਾ ਕੰਮ ਕਰ ਦਿੱਤਾ ਹੈ, ਐਂਡ ਦੇ ਆਰ ਗਾਨ। ਫੇਕ ਆਈਡੀਜ਼ ਬਣਾਈਆਂ ਨੇ, ਫੇਕ ਅਕਾਊਂਟਸ ਬਣਾਏ ਨੇ, ਪੈਸੇ ਇਕੱਠੇ ਕਰਦੇ ਆ। ਔਰ ਜਿਹੜੇ ਭੋਲੇ ਭਾਲੇ ਲੋਕ ਹੈ, ਜਿਹੜੇ ਦੁਖੀ ਲੋਕ ਨੇ, ਜਿਹੜੇ ਕਿਸੇ ਦੀ ਸਹਾਇਤਾ ਕਰਨੀ ਚਾਹੁੰਦੇ ਆ, ਉਹਨਾਂ ਦਾ ਨਜਾਇਜ਼ ਫਾਇਦਾ ਲੈਂਦੇ। ਜੀ ਬਿਲਕੁਲ। ਤੇ ਸਰ ਹੁਣ ਰੁਕ ਕਰਦੇ ਹਾਂ ਆਪਾਂ ਅਗਲੀਆਂ ਖਬਰਾਂ ਦੇ ਵੱਲ। ਆਪਣੇ ਦਰਸ਼ਕਾਂ ਨੂੰ ਜ਼ਰੂਰ ਚਾਹਾਂਗੇ, ਜੇਕਰ ਇਸ ਮੁੱਦੇ ਉੱਤੇ ਤੁਸੀਂ ਆਪਣੇ ਵਿਚਾਰ ਰੱਖਣਾ ਚਾਹੁੰਦੇ ਹੋ ਜਾਂ ਕੁਝ ਕਹਿਣਾ ਚਾਹੁੰਦੇ ਹੋ, ਸਾਨੂੰ ਲਾਈਵ ਪ੍ਰੋਗਰਾਮ ਵਿੱਚ ਤੁਸੀਂ ਕਾਲ ਕਰ ਸਕਦੇ ਹੋ। ਅਗਲੀਆਂ ਖਬਰਾਂ ਵੱਲ ਰੁਕ ਕਰਦੇ ਹਾਂ। ਸਰ ਫੈਡਰਲ ਗਵਰਨਮੈਂਟ ਨੇ ਹਾਲਾਂਕਿ ਸਰਵ ਦਾ ਕੱਲ ਖਾਸ ਤੌਰ ਤੇ ਕਹਿ ਦਿੱਤਾ ਕਿ ਸਰਵ ਬੈਨੀਫਿਟਸ ਨੂੰ ਐਕਸਟੈਂਡ ਨਹੀਂ ਕਰਨਗੇ, ਪਰ ਨਾਲ ਹੀ ਕਿਹਾ ਜਾ ਰਿਹਾ ਕਿ ਕੁਝ ਰਿਕਵਰੀ ਪਲਾਨਸ ਸ਼ੁਰੂ ਕਰਨ ਜਾ ਰਹੀ ਹੈ ਸਰਕਾਰ। ਹੁਣ ਜੀ ਇਹਦਾ ਨਾਮ ਕੈਨੇਡਾ ਰਿਕਵਰੀ ਬੈਨੀਫਿਟ ਹੈ। ਜਿਹੜਾ ਇਹ ਹੈਗਾ, ਇਹਦੇ ਵਿੱਚ ਪਰਸੋਂ ਜਿਹੜੀ ਕੱਲ ਕੀਤੀ ਸੀ ਉਹਨਾਂ ਨੇ ਥਰੋਨ ਸਪੀਚ ਦੇ ਵਿੱਚ $400 ਪਰ ਹਫਤੇ ਦਾ ਮਿਲਣਾ ਸੀਗਾ ਜੀ। ਅੱਜ 400 ਤੋਂ ਕੱਢ ਕੇ 500 ਕਰ ਦਿੱਤਾ ਜੀ। ਉਹ 500 ਕਿਉਂ ਕੀਤਾ? ਕਿਉਂਕਿ ਜਗਮੀਤ ਹੋਣਾ ਦੀ ਜਿਹੜੀ NDP ਹੈਗੀ ਆ, ਉਹਨਾਂ ਦੀ ਇਹ ਕੰਡੀਸ਼ਨ ਸੀਗੀ ਵੀ ਜੇ ਉਹਨੂੰ 500 ਕਰੋਗੇ ਤਾਂ ਅਸੀਂ ਸਪੋਰਟ ਕਰਾਂਗੇ। ਉਹਨਾਂ ਨੇ 500 ਨਹੀਂ, ਉਹਨੇ ਕਿਹਾ ਜਿਹੜੀ ਪਹਿਲਾਂ ਚੱਲਦੀ ਆ ਉਹਨੇ ਪੈਸੇ ਹੀ ਹੋਣ, ਅਸੀਂ ਤਾਂ ਸਪੋਰਟ ਕਰਾਂਗੇ। ਹੁਣ ਸਰਕਾਰ ਦੇ ਡਿੱਗਣ ਦੇ ਜਿਹੜੇ ਚਾਂਸਸ ਆ ਉਹ ਘਟ ਗਏ ਨੇ, ਕਿਉਂਕਿ ਹੁਣ NDP ਇਸ ਮਾਮਲੇ ਇੱਕ ਦੀ ਚਾਹੀਦੀ ਹੈ, ਇੱਕ ਪਾਰਟੀ ਹੁਣ ਸਪੋਰਟ ਕਰੇਗੀ ਤੇ ਇਹ ਜਿਹੜਾ ਬਜਟ ਹੈਗਾ ਥਰੋਨ ਸਪੀਚ ਹੈ ਇਹਦੇ ਉੱਤੇ ਉਹਦੇ ਹੱਕ ਦੇ ਵਿੱਚ ਪਵੇਗੀ ਜੀ। ਪਰ ਇਹਦੇ ਨਾਲ ਨਾਲ ਜਿਹੜੀਆਂ ਦੂਸਰੀਆਂ ਨੇ ਕਈ ਹੋਰ ਜਿਹੜੀਆਂ ਬੈਨੀਫਿਟਸ ਦੇਣੇ ਨੇ, ਜਿਵੇਂ ਜੋ ਕੋਈ ਬਿਮਾਰ ਹੋ ਜਾਂਦਾ ਉਹਦੇ ਵੀ 2 ਹਫ਼ਤੇ ਵਾਸਤੇ ਉਹਦਾ $500 ਈਚ ਹਫ਼ਤੇ ਦਾ ਮਿਲੇਗਾ ਜੀ। ਇਨ ਕੇਸ ਜਿਹੜੇ ਬਜ਼ੁਰਗ ਹੈਗੇ ਮੇਰੇ ਖਿਆਲ ਉਹਨਾਂ ਨੂੰ ਵੀ ਸ਼ਾਇਦ ਜੇ ਕਿਸੇ ਦੀ ਹੈਲਪ ਕਰਨੀ ਹੈ ਤੁਸੀਂ ਉਹਦੇ ਵਿੱਚ ਪੈਸੇ ਮਿਲਿਆ ਕਰਨਗੇ ਜੀ। ਪਰ ਇਹ 500 ਜਿਹੜਾ ਇਹ 500 ਮਿਲਣਾ ਤਾਂ ਪਹਿਲੇ 500 ਨਾਲੋਂ ਵੱਖਰਾ। ਜਿਹੜਾ ਪਹਿਲਾ 500 ਸੀਗਾ ਉਹ ਤੁਹਾਨੂੰ ਪੂਰਾ 500 ਮਿਲ ਗਿਆ, ਉਹ ਤੇ ਤੁਸੀਂ ਟੈਕਸ ਦੇਣਾ। ਇਹ ਹੈਗਾ ਜਿਹੜਾ ਤੁਹਾਨੂੰ ਮਿਲਣਾ, ਇਹ ਤੁਹਾਡੇ 500 ਦੇ ਉੱਤੇ ਟੈਕਸ ਕੱਟ ਕੇ ਤੁਹਾਨੂੰ ਫਿਰ ਮਿਲਣਾ। ਇਹ ਜਿਹੜੇ ਤੁਹਾਡੇ ਸਾਰੇ ਤੁਹਾਡੇ ਪੈਸੇ ਹੋਣਗੇ ਜੀ, ਜਿਹੜੇ ਕੱਟ ਕਟਾ ਕੇ ਮਿਲਣਗੇ। ਜਿਹੜੇ ਪਹਿਲੇ ਸੀਗੇ ਉਹਦੇ ਵਿੱਚੋਂ ਤਕਰੀਬਨ ਤੁਹਾਨੂੰ $1800 ਰਹਿਣਾ ਜੀ। $200 ਤੁਹਾਨੂੰ ਹਰ ਵਾਰੀ ਜਿਹੜੀ ਕਿਸ਼ਤ ਗਈ ਆ ਉਹ ਤੇ ਦੇਣਾ ਪੈਣਾ। ਗੈਟ ਰੈਡੀ ਫॉर दैट। ਅਗਲੀ ਵਾਰੀ ਤੁਹਾਡੀ ਇਨਕਮ ਦੇ ਵਿੱਚ ਉਹ ਐਡ ਹੋਣੇ ਨੇ, ਪਰ ਜਿਹੜੇ ਹੁਣ ਤੋਂ ਤੁਹਾਨੂੰ ਪੈਸੇ ਮਿਲ ਲੱਗਣੇ ਨੇ ਇਹਦੇ ਵਿੱਚੋਂ ਸਰਕਾਰ ਟੈਕਸ ਕੱਟ ਕੇ ਫਿਰ ਤੁਹਾਨੂੰ ਦਿਆ ਕਰੇਗੀ। ਬਿਲਕੁਲ ਜੀ। ਤੇ ਅਗਲੀ ਖਬਰ ਦੀ ਰੁਕ ਕਰ ਲਈ ਅਸੀਂ ਤੁਹਾਨੂੰ ਦੱਸ ਦਈਏ ਕਿ ਇਸ ਵਕਤ ਕੈਨੇਡਾ ਵਿੱਚ ਕਰੋਨਾ ਵਾਇਰਸ ਦੀ ਸੈਕੰਡ ਵੇਵ ਸ਼ੁਰੂ ਹੋ ਚੁੱਕੀ ਹੈ। ਜਿਹੜੇ ਇਸ ਵਕਤ ਅਸੀਂ ਦੇਖ ਸਕਦੇ ਹਾਂ ਕਿ ਕਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧਣੇ ਸ਼ੁਰੂ ਹੋ ਚੁੱਕੇ ਨੇ। ਇਹ ਕਰੋਨਾ ਵਾਇਰਸ ਦੀ ਕੈਨੇਡਾ ਵਿੱਚ ਸੈਕੰਡ ਵੇਵ ਨੇ ਪੈਰ ਰੱਖ ਲਿਆ ਹੈ। ਆਸਟ੍ਰੇਲੀਆ ਤੋਂ ਬਾਅਦ ਹੁਣ ਕੈਨੇਡਾ ਇਸ ਦੀ ਚਪੇਟ ਵਿੱਚ ਆ ਚੁੱਕਿਆ ਹੈ। ਇਸ ਦੀ ਅਧਿਕਾਰਿਕ ਤੌਰ ਤੇ ਅੱਜ ਗੱਲ ਆਖੀ ਹੈ ਜੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ। ਬਿਲਕੁਲ ਜੀ, ਉਹਨਾਂ ਨੇ ਸਿੱਧੀ ਗੱਲ ਹੀ ਕਹੀ ਹੈ ਕਿ ਸੈਕੰਡ ਵੇਵ ਇਜ਼ ਹੇਅਰ। ਔਰ ਹੈ ਕਿੱਥੇ ਹੈ? ਜਿਹੜੇ 4 ਵੱਡੇ ਸੂਬੇ ਹੈਗੇ ਜੀ, ਸਾਰਿਆਂ ਦੇ ਵਿੱਚ ਹੈ ਜੀ ਇਹ BC, ਕੁਬੈਕ, ਅੰਟਾਰੀਓ, ਇੱਕ ਸ਼ਾਇਦ ਅਲਬਰਟਾ ਜੀ ਚੌਥਾ ਮੇਰੇ ਖਿਆਲ। ਇਹਨਾਂ ਸਾਰਿਆਂ ਦੇ ਵਿੱਚ ਜੀ ਇਹ ਸੈਕੰਡ ਵੇਵ ਆ ਗਈ ਹੈ। ਐਕਸਪੈਕਟਡ ਜਿਹੜੇ ਰੇਟਸ ਆਪਣੇ ਹਰ ਰੋਜ਼ ਨੰਬਰ ਵੱਧ ਰਿਹਾ ਹੈ। ਅੱਜ ਕੱਲ ਨਾਲੋਂ ਫੇਰ ਨੰਬਰ ਵੱਧ ਗਿਆ, ਪਰਸੋਂ ਨਾਲੋਂ ਘੱਟ ਹੈਗਾ, ਪਰ ਜਿਹੜੀ ਸਾਡੀ ਪਿਛਲੇ ਹਫਤੇ ਦੀ ਐਵਰੇਜ ਆ ਉਸ ਹਫਤੇ ਦੀ ਐਵਰੇਜ ਨਾਲੋਂ ਅੱਜ ਨੰਬਰ ਅੰਟਾਰੀਓ ਦੇ ਵਿੱਚ ਫੇਰ ਵਧ ਗਿਆ ਹੈਗਾ। ਸੋ ਬੀ ਕੇਅਰਫੁਲ, ਨੰਬਰਸ ਵੱਧ ਰਹੇ ਨੇ। ਅਸੀਂ ਜਿਹੜੀ ਸਾਡੀ ਲਾਪਰਵਾਹੀ ਹੈ ਸਾਨੂੰ ਉਹਦੀ ਕਿਤੇ ਬਹੁਤੀ ਜ਼ਿਆਦਾ ਕੀਮਤ ਨਾ ਚੁਕਾਉਣੀ ਪਵੇ।
ਇਹ ਵੀ ਕਾਰਨ ਹੋ ਸਕਦਾ ਹੈ ਕਿ ਟੈਸਟ ਅੱਗੇ ਨਾਲੋਂ ਜ਼ਿਆਦਾ ਹੋ ਰਹੇ ਨੇ। ਪਰ ਜਿਹੜੇ ਟੈਸਟ ਹੈ ਜੀ, ਅੱਜ ਜਿਹੜੀ ਜਿੰਨੀ ਕੁ ਸੁਣੀ ਹੈ ਜੀ, ਟੈਸਟ ਦੇ ਸਾਰਾ ਬੈਕਲੌਗ ਹੈ ਜੀ, ਕਈ ਹਫ਼ਤਿਆਂ ਦਾ ਬੈਕਲੌਗ ਹੋ ਰਿਹਾ। ਜਿਹੜੀ ਸਾਡੀ ਅੰਟੈਰੀਓ ਦੀ ਸਰਕਾਰ ਹੈ, ਉਹਨੇ ਤਰਨ ਇਹ ਗੱਲ ਕਹੀ ਹੈ ਕਿ ਜਿਨ੍ਹਾਂ ਨੂੰ ਸ਼ੱਕ ਨਹੀਂ ਹੈ, ਜਿਨ੍ਹਾਂ ਦੇ ਕੋਈ ਵੀ ਸਿੰਪਟਮ ਨਹੀਂ ਹੈਗਾ, ਉਹ ਪਲੀਜ਼ ਟੈਸਟ ਵਾਸਤੇ ਨਾ ਜਾਓ। ਜਿਨ੍ਹਾਂ ਨੂੰ ਸ਼ੱਕ ਹੈਗੀ ਆ ਉਹੀ ਟੈਸਟ ਵਾਸਤੇ ਜਾਓ, ਕਿਉਂਕਿ ਸਿਸਟਮ ਦੇ ਉੱਤੇ ਭਾਰ ਬਹੁਤ ਜ਼ਿਆਦਾ ਪਿਆ ਹੈ। ਬਿਲਕੁਲ ਜੀ। ਤੇ ਇਸ ਵਕਤ ਅਸੀਂ ਦੇਖ ਸਕਦੇ ਹਾਂ ਕਿ ਕਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧਣੇ ਸ਼ੁਰੂ ਹੋ ਚੁੱਕੇ ਨੇ। ਸੋ ਮਾਸਕ ਮੈਂਡੇਟਰੀ ਹੈ, ਕਈ ਥਾਵਾਂ ਦੇ ਉੱਤੇ ਪਾ ਕੇ ਜ਼ਰੂਰ ਜਾਵੋ ਤੇ ਲੜਾਈ ਝਗੜਾ ਨਾ ਕਰੋ ਕਿ ਮਾਸਕ ਨਹੀਂ ਪਾਉਣਾ ਹੈਗਾ। ਅਗਲੀ ਖਬਰ ਆਪਾਂ ਸਰ ਆਸਟ੍ਰੇਲੀਆ ਦਾ ਥੋੜਾ ਜਿਹਾ ਰੁਖ ਕਰ ਲਈਏ। ਬੈਨੀਫਿਟਸ ਨੂੰ ਲੈ ਕੇ ਆਪਾਂ ਕੈਨੇਡਾ ਦੀ ਗੱਲ ਕੀਤੀ ਆ। ਆਸਟ੍ਰੇਲੀਆ ਵਿੱਚ ਵੀ ਬੈਨੀਫਿਟਸ ਲਗਭਗ ਕਈ ਥਾਵਾਂ ਦੇ ਉੱਤੇ ਖਤਮ ਹੋਣ ਵਾਲੇ ਨੇ, ਉਹਦੇ ਬਾਰੇ ਵੀ ਆਪਾਂ ਜਾਣਕਾਰੀ ਦੇ ਦਈਏ। ਬਿਲਕੁਲ ਤਰਨ, ਕੱਲ ਤੋਂ ਜੀ ਬਹੁਤਿਆਂ ਦੇ ਜਾਂ ਖਤਮ ਹੋ ਜਾਣੇ ਜਾਂ ਘਟ ਜਾਣੇ ਆ ਜੀ। ਕਈਆਂ ਦੇ ਉੱਤੇ ਤਾਂ ਤਕਰੀਬਨ ਜਿਹੜੀ ਉੱਥੇ 2 ਮੇਰੇ ਖਿਆਲ ਵੱਡੀਆਂ ਫਰਮਾਂ ਨੇ ਜਿਨ੍ਹਾਂ ਰਾਹੀਂ ਇਹਨਾਂ ਨੂੰ ਪੈਸੇ ਮਿਲਦੇ ਸੀਗੇ ਜੀ। ਕਈਆਂ ਦੇ ਉੱਤੇ ਤਾਂ ਕੱਟ ਕਟਾ ਕੇ 2 ਹਫ਼ਤਿਆਂ ਦਾ $1200 ਰਹਿ ਜਾਣਾ ਜੀ, ਕਈਆਂ ਦੇ ਉੱਤੇ ਕੱਟ ਕਟਾ ਕੇ $750 ਰਹਿ ਜਾਣਾ ਜੀ। ਸੋ ਬੀ ਕੇਅਰਫੁਲ, ਤੁਹਾਡੇ ਕੱਲ ਤੋਂ ਜੀ ਬੈਨੀਫਿਟਸ ਆਸਟ੍ਰੇਲੀਅਨਸ ਤੁਹਾਡੇ ਘਟਣ ਜਾ ਰਹੇ ਆ ਜੀ। ਤੇ ਸਰਕਾਰ ਇਸ ਗੱਲ ਨੂੰ ਵਧਾਉਣ ਵਾਸਤੇ ਪਿੱਛੇ ਨਹੀਂ, ਵਧਾਉਣ ਦੇ ਬਾਰੇ ਹਜੇ ਤੱਕ ਕੋਈ ਨਹੀਂ ਜੀ ਉਹਨਾਂ ਨੇ ਸੋਚਿਆ ਹੈ। ਕਾਸ਼ ਤੁਹਾਡੇ ਵੀ ਜੇ ਸਾਡੇ ਨੂੰ ਮਾਈਨੋਰਿਟੀ ਗਵਰਨਮੈਂਟ ਹੁੰਦੀ ਤਾਂ ਸ਼ਾਇਦ ਤੁਹਾਡੇ ਪੈਸੇ ਵੀ ਵੱਧ ਜਾਂਦੇ ਜੀ। ਬਿਲਕੁਲ ਜੀ। ਪਰ ਉਧਰ ਦੂਜੇ ਪਾਸੇ ਇੰਟਰਨੈਸ਼ਨਲ ਸਟੂਡੈਂਟਸ ਲਈ ਥੋੜੀ ਜਿਹੀ ਖੁਸ਼ੀ ਵਾਲੀ ਖਬਰ ਹੈਗੀ ਇੱਥੇ ਸਰ। ਥੋੜੇ ਜਿਹੇ ਫੰਡਸ ਇਹਨਾਂ ਨੂੰ ਮਿਲਦੇ ਹੋਏ ਨਜ਼ਰ ਆ ਰਹੇ ਨੇ, ਭਾਵੇਂ ਇੱਕ ਪਾਸੇ ਬੰਦ ਹੋ ਗਏ ਪਰ ਵਿਦਿਆਰਥੀਆਂ ਨੂੰ ਇੱਥੇ ਫੰਡਸ ਮਿਲਦੇ ਨੇ। ਹਾਂ, ਇਹ ਇਕੱਲੇ ਵਿਦਿਆਰਥੀ ਨਹੀਂ ਤਰਨ, ਵਿਦਿਆਰਥੀ, ਰੈਫਿਊਜੀਜ਼, ਜਿਹੜੇ ਵਿਜ਼ਟਰਸ ਵੀ ਟੈਂਪਰੇਰੀ ਵੀਜ਼ਾ ਹੋਲਡਰਸ, ਹਾਂਜੀ ਟੈਂਪਰੇਰੀ ਵੀਜ਼ਾ ਹੋਲਡਰਸ ਨੇ, ਉਹਨਾਂ ਵਾਸਤੇ ਹੈ ਜੀ। ਔਰ ਇਹ ਉਹ ਲੋਕ ਨੇ ਜਿਹੜੇ ਕਿਸੇ ਵੀ ਬੈਨੀਫਿਟ ਦੇ ਅੰਡਰ ਨਹੀਂ ਆਉਂਦੇ। ਜਿਹੜਾ ਵੀ ਕੋਈ ਕਿਸੇ ਕਿਸਮ ਦਾ ਬੈਨੀਫਿਟ ਲੈ ਰਿਹਾ ਆਸਟ੍ਰੇਲੀਆ ਦੇ ਵਿੱਚ, ਉਹਨੂੰ ਇਹ ਮਦਦ ਨਹੀਂ ਮਿਲਣੀ ਜੀ। ਇਹ ਅਪ ਟੂ $1000 ਵਨ ਟਾਈਮ ਪੇਮੈਂਟ ਹੈਗੀ ਹੈ ਜੀ। ਜੇ ਫੈਮਿਲੀ ਆ, ਫੈਮਿਲੀ ਦੇ ਕੈਲਕੂਲੇਟ ਕਰਕੇ ਉਸ ਮੁਤਾਬਕ ਮਿਲਣੇ ਆ ਜੀ। ਜੇ ਸਿੰਗਲ ਆ ਤਾਂ ਸਿੰਗਲ ਕੈਲਕੂਲੇਟ ਕਰਕੇ ਇਹ ਸਿੰਗਲ ਟਾਈਮ ਤੁਹਾਨੂੰ ਮਿਲਣੇ ਆ ਜੀ। ਤੁਹਾਨੂੰ ਆਪਦੀ ਜਿਹੜੀ ਤੁਹਾਡੀ ਸਰਕਾਰ ਹੈ ਜੀ, ਉਹ ਤੋਂ ਪਤਾ ਕਰ ਲਓ। ਤੁਹਾਨੂੰ ਜਿਹੜੇ ਉੱਥੋਂ ਟੈਂਪਰੇਰੀ ਵੀਜ਼ਾ ਹੋਲਡਰਸ ਨੇ ਉਹਨਾਂ ਵਾਸਤੇ ਆ। ਔਰ ਸਪੈਸ਼ਲੀ ਜਿਹਦੇ ਕੋਲ ਕੋਈ ਵੀ ਬੈਨੀਫਿਟ ਨਹੀਂ ਆਉਂਦਾ, ਨਹੀਂ ਮਿਲਦਾ, ਉਹਨਾਂ ਵਾਸਤੇ ਆ। ਜਿਨ੍ਹਾਂ ਨੂੰ ਇੱਕ ਕਿਸਮ ਦਾ ਵੀ ਬੈਨੀਫਿਟ ਹੈਗਾ ਜੀ, ਉਹਨਾਂ ਵਾਸਤੇ ਇਹ ਪੈਸੇ ਨਹੀਂ ਹੈਗੇ ਜੀ। ਚਾਈਨਾ ਦੀ ਅਗਲੀ ਖਬਰ ਕਰ ਲੈਂਦੇ ਆ ਜੀ। ਚਾਈਨਾ ਲਈ ਇੱਕ ਸਰ ਮੈਂ ਇੱਥੇ ਬੋਲਣਾ ਚਾਹੂੰਗੀ, ਕਹਿੰਦੇ ਸੱਦੀ ਨਾ ਬੁਲਾਈ ਮੈਂ ਲਾੜੇ ਦੀ ਤਾਈ, ਕੋਈ ਗੱਲ ਨਹੀਂ ਹੋਈ, ਕੋਈ ਵਾਸਤਾ ਨਹੀਂ। ਆਸਟ੍ਰੇਲੀਆ ਨੂੰ ਲੈ ਕੇ ਹੁਣ ਲਗਾਤਾਰ ਨਿਸ਼ਾਨੇ ਇਸ ਵਕਤ ਚੀਨ ਲਗਾ ਰਿਹਾ ਵਾ ਤੇ ਹੁਣ ਵੀਜ਼ਾ ਨੂੰ ਲੈ ਕੇ ਉੱਥੋਂ ਦੇ ਸਾਇੰਟਿਸਟ ਦੇ ਵੀਜ਼ਾ ਨੂੰ ਲੈ ਕੇ ਕੋਈ ਗੱਲ ਹੋਈ ਹੈ ਜਿਹਦੇ ਬਾਰੇ ਉਹਨਾਂ ਨੇ ਹਜੇ ਕੋਈ ਐਪਲੀਕੇਸ਼ਨ ਵੀ ਨਹੀਂ ਦਿੱਤੀ। ਦੇਖੋ ਜੀ, ਚਾਈਨਾ ਨੇ ਫਿਰ ਦਮੂ ਜਿਆਦਾ ਮਾਰਨਾ ਨਾ, ਕਿਉਂਕਿ ਆਸਟ੍ਰੇਲੀਆ ਨਾਲ ਹੁਣ ਉਹਨਾਂ ਨੇ ਬਣਦੀ ਨਹੀਂ ਹੈਗੀ ਆ। ਔਰ ਉਹਨਾਂ ਨੇ ਐਸੀ ਗੱਲ ਕੀਤੀ ਆ, ਉੱਥੋਂ ਦੇ 2 ਨੇ ਜੀ ਪ੍ਰੋਫੈਸਰ ਨੇ ਜੀ ਉਹ, ਤੇ ਉਹਨਾਂ ਵਾਸਤੇ ਉਹਨਾਂ ਨੇ ਕਹਿੰਦੇ ਜੀ ਅਸੀਂ ਉਹਨਾਂ ਨੂੰ ਬੈਨ ਕਰਤਾ ਆਸਟ੍ਰੇਲੀਆ ਚੋਂ। ਉਹਨਾਂ ਨੇ ਨਾ ਵੀਜ਼ਾ ਵੀ ਅਪਲਾਈ ਨਹੀਂ ਕੀਤਾ, ਨਾ ਉਹਦਾ ਨੀਅਰ ਫਿਊਚਰ ਚ ਵੀਜ਼ਾ ਅਪਲਾਈ ਕਰਨ ਦੀ ਕੋਸ਼ਿਸ਼ ਹੈ, ਕੁਝ ਵੀ ਨਹੀਂ ਹੈਗੀ। ਬਸ ਖਬਰਾਂ 'ਚ ਤਾਂ ਆਏ ਨੇ ਨਾ। ਤੁਸੀਂ ਜਿਹੜੀ ਤੁਸੀਂ ਗੱਲ ਕੀਤੀ ਹੈ ਜੀ, ਉਹ ਬਈ ਸੱਦੀ ਨਾ ਬੁਲਾਈ, ਬਿਲਕੁਲ ਉਵੇਂ ਪਤਾ ਨਹੀਂ ਸੁੱਤੇ ਪਿਆ ਉਹਨੂੰ। ਆ ਜਿਹੜੀ ਕੰਮ ਲੱਗਦਾ ਨਾ, ਇਹ ਉਹ ਲੱਗਦਾ ਜਿਵੇਂ ਟਰੰਪ ਸਾਹਿਬ ਨੇ ਕੀਤਾ ਹੁੰਦਾ। ਉਹਨਾਂ ਦੇ ਇਹੋ ਜਿਹੇ ਕੰਮ ਹੈਗੇ ਨੇ, ਪਰ ਚਾਈਨਾ ਵਾਲਿਆਂ ਨੂੰ ਵੀ ਇਹ ਕੰਮ ਸ਼ੁਰੂ ਹੋ ਗਿਆ ਜੀ। ਬੜੀ ਹੈਰਾਨੀ ਦੀ ਗੱਲ ਹੋਈ ਹੈ। ਸਰ ਜਿਵੇਂ ਅਸੀਂ ਦੇਖ ਰਹੇ ਹਾਂ ਕਿ ਇਸ ਵਕਤ ਇਹਨਾਂ ਮੁਲਕਾਂ ਦੇ ਵਿੱਚ ਆਪਸ ਦੇ ਵਿੱਚ ਕਾਫੀ ਚੱਲ ਰਹੀ ਹੈ ਤੂੰ ਮੈਂ ਕਾਫੀ ਹੋ ਰਹੀ ਹੈ, ਚਾਹੇ ਅਮਰੀਕਾ ਦੇ ਨਾਲ ਹੋਵੇ, ਚਾਹੇ ਭਾਰਤ ਦੇ ਨਾਲ ਹੋਵੇ। ਵੱਖ-ਵੱਖ ਮੁਲਕਾਂ ਨਾਲ ਚਾਈਨਾ ਇਸ ਵਕਤ ਪੰਗੇ ਲੈਂਦਾ ਨਜ਼ਰ ਆ ਰਿਹਾ ਹੈ। ਚਾਈਨਾ ਦੇ ਦੇਖੋ ਜੀ ਸਭ ਪਾਸੇ ਫਰੰਟ ਖੁੱਲੇ ਆ ਇਸ ਵੇਲੇ। ਉਧਰੋਂ ਯੂਐਸ ਦੇ ਨਾਲ ਸਭ ਤੋਂ ਵੱਡਾ, ਯੂਐਸ ਨਾਲ ਤਾਂ ਇਹ ਹੁਣ ਇਹਨਾਂ ਦੀ ਦੌੜ ਇਹ ਹੈ ਕਿ ਦੁਨੀਆ ਚੋਂ ਵੱਡਾ ਕਿਹੜਾ, ਤਾਕਤਵਰ ਕਿਹੜਾ, ਤੇ ਰਹਿੰਦਾ ਖੁੰਦਾ ਇੰਡੀਆ ਦੇ ਨਾਲ ਆ। ਉਹ ਇੰਡੀਆ ਨੂੰ ਵੀ ਘੂਰਦੇ ਆ ਜੀ। ਔਰ ਸਾਡੇ ਕਈ ਜਵਾਨ ਸ਼ਹੀਦ ਹੋਏ ਨੇ ਉਸ ਮਾਮਲੇ 'ਚ। ਤੇ ਹੁਣ ਆਸਟ੍ਰੇਲੀਆ ਦਾ ਪਹਿਲਾਂ ਹੀ ਇਹਨਾਂ ਨੇ ਜਦੋਂ ਯੂਐਸ ਦਾ ਪੰਗਾ ਪੈਣ ਲੱਗਿਆ ਸੀ, ਆਸਟ੍ਰੇਲੀਆ ਨਾਲ ਹੀ ਉਹਦੇ ਕਾਇਮ ਹੋ ਗਿਆ ਸੀਗਾ ਜੀ। ਔਰ ਦੇਖੋ ਇਹ ਹੁਣ ਕਿੱਥੇ ਤੱਕ ਚਾਈਨਾ ਕੱਟਦਾ ਜਾਂ ਕਿੱਥੇ ਤੱਕ ਕਿਸੇ ਦੀ ਪਰਵਾਹ ਕਰਦਾ ਜਾਂ ਅਖੀਰ ਚਾਈਨਾ ਦਬਦਾ ਜੀ। ਇਟਸ ਗੋਇੰ ਟੂ ਬੀ ਵੈਰੀ ਇੰਟਰਸਟਿੰਗ ਆਫਟਰ ਦਾ ਇਲੈਕਸ਼ਨ, ਯੂਐਸ ਇਲੈਕਸ਼ਨ ਜੀ। ਬਿਲਕੁਲ ਜੀ। ਅਗਲੀ ਖਬਰ ਵੱਲ ਅਸੀਂ ਰੁਖ ਕਰਦੇ ਹਾਂ ਸਰ। ਭਾਰਤ ਦੇ ਵਿੱਚ ਅਸੀਂ ਦੇਖ ਸਕਦੇ ਹਾਂ ਕਿ ਕਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧ ਰਹੇ ਨੇ, ਪਰ ਇਸ ਵਕਤ ਜੋ ਉੱਥੋਂ ਦੇ ਮਿਨਿਸਟਰੀ ਸੈਕਟਰੀ ਮਿਸਟਰ ਪ੍ਰਸ਼ਾਂਤ ਭੂਸ਼ਣ ਦਾ ਬਿਆਨ ਸਾਹਮਣੇ ਆਇਆ। ਕਹਿੰਦੇ ਭਾਰਤ ਇਸ ਵਕਤ ਸਭ ਤੋਂ ਜ਼ਿਆਦਾ ਰਿਕਵਰੀ ਰੇਟਸ ਇਸ ਵਕਤ ਭਾਰਤ ਦੀਆਂ ਨੇ ਤੇ ਭਾਰਤ ਨੇ ਇੱਕ ਆਊਟਸਟੈਂਡਿੰਗ ਇੱਥੇ ਪਰਫਾਰਮੈਂਸ ਦਿੱਤੀ ਹੈ। ਜੇ ਪੂਰੀ ਇਸ ਵਕਤ ਗਲੋਬਲ ਰਿਕਵਰੀਜ਼ ਦੀ ਗੱਲ ਕੀਤੀ ਜਾਵੇ ਤਾਂ 19.5% ਗਲੋਬਲ ਰਿਕਵਰੀਜ਼ ਨੇ ਤੇ ਉਹਦੇ ਵਿੱਚੋਂ 5ਵੀਂ ਜਿਹੜੀ 5th ਹਿੱਸਾ ਵਾ ਉਹ ਭਾਰਤ ਦੇ ਵਿੱਚ ਹੈ। ਭਾਰਤ ਦੇ ਜਿੰਨੇ ਇਸ ਵਕਤ ਕਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆ ਰਹੇ ਨੇ ਉਹਦੇ ਵਿੱਚੋਂ 81.25% ਲੋਕ ਰਿਕਵਰ ਹੋ ਰਹੇ ਨੇ। ਸਰ ਕੀ ਕਹੋਗੇ? ਦੇਖੋ ਤਰਨ, ਮੈਨੂੰ ਜਿਹੜੇ ਉੱਥੋਂ ਦੇ ਨੰਬਰ ਹੈ ਨਾ, ਉਹ ਤੇ ਕਈ ਵਾਰੀ ਯਕੀਨ ਨਹੀਂ ਹੁੰਦਾ। ਰੀਜ਼ਨ ਆਪਾਂ ਜਿਹੜੀਆਂ ਦੂਸਰੀਆਂ ਖਬਰਾਂ ਆਮ ਸੁਣਦੇ ਹੈਗੇ ਆ, ਲੋਕਾਂ ਦੀਆਂ ਸੋਸ਼ਲ ਮੀਡੀਆ ਤੇ ਵੀ ਆਉਂਦੀਆਂ ਨੇ, ਦੂਸਰੇ ਆਪਣੀਆਂ ਚੈਨਲਸ ਦੇ ਉੱਤੇ ਖਬਰਾਂ ਆਉਂਦੀਆਂ ਨੇ, ਉਹਨਾਂ ਖਬਰਾਂ ਦੇ ਉੱਤੇ ਇਹ ਕੁਝ ਆਉਂਦਾ ਵੀ ਅੱਜ ਪੋਜ਼ਿਟਿਵ ਹੈ, ਕੱਲ ਨੈਗੇਟਿਵ ਹੈ, ਜਾਂ ਕੱਲ ਨੈਗੇਟਿਵ ਹੈ ਤੇ ਅੱਜ ਪੋਜ਼ਿਟਿਵ ਹੈ। ਤੇ ਕਿਹੜੇ ਹਿਸਾਬ ਦੇ ਵਿੱਚ ਇਹ ਨੰਬਰ ਲਗਾਏ ਜਾ ਰਹੇ ਨੇ, ਕਿਹੜੇ ਹਿਸਾਬ 'ਚ ਇਹ ਨੰਬਰਾਂ ਦੀ ਕੀਤੀ ਜਾ ਰਹੀ ਆ
ਵੀ ਕਿਵੇਂ ਕੈਲਕੂਲੇਟ ਕੀਤੇ ਜਾ ਰਹੇ ਨੇ। ਪਰ ਜੇ ਹੁਣ ਸਰਕਾਰ ਕਹਿੰਦੀ ਹੈ ਮੰਨ ਲੈਂਦੇ ਆ ਜੀ ਤੁਹਾਡਾ। ਮਿਨਿਸਟਰੀ ਦਾ ਕਹਿਣਾ ਹੈ, ਕਹਿੰਦੇ ਕਿ ਜੇ ਕੱਲ ਦੀ ਗੱਲ ਕਰੀਏ ਤਾਂ ਇੱਕ ਦਿਨ ਦੇ ਵਿੱਚ ਭਾਰਤ ਦੇ ਵਿੱਚ 83,347 ਨਵੇਂ ਮਾਮਲੇ ਸਾਹਮਣੇ ਆਏ ਨੇ ਕਰੋਨਾ ਵਾਇਰਸ ਦੇ। ਪਰ ਜੇ ਰਿਕਵਰੀ ਰੇਟ ਦੀ ਗੱਲ ਕਰੀਏ ਤਾਂ ਇੱਕ ਦਿਨ ਦੇ ਵਿੱਚ 99,746 ਲੋਕ ਰਿਕਵਰ ਹੋਏ ਨੇ। ਮਤਲਬ ਪੋਜ਼ਿਟਿਵ ਜਿਹਨੇ ਕੇਸਿਸ ਸਾਹਮਣੇ ਆਏ ਨੇ ਉਦੋਂ ਵੱਧ ਜਿਹੜੇ ਆ ਉਹ ਰਿਕਵਰ ਹੋ ਕੇ ਵਾਪਸ ਗਏ ਨੇ। ਚਲੋ ਚੰਗੀ ਗੱਲ ਕਰਾਂਗੇ। ਦਰਸ਼ਕ ਜੁੜ ਗਏ ਨੇ। ਹੈਲੋ ਸਤਿ ਸ਼੍ਰੀ ਅਕਾਲ ਜੀ। ਟੀਵੀ ਸਕਰੀਨ ਦੀ ਆਵਾਜ਼ ਪਲੀਜ਼ ਥੋੜੀ ਘੱਟ ਕਰ ਦਿਓ। ਹਾਂਜੀ ਕਰੀ ਹੋਈ ਹੈ ਤਾਂ ਹਾਂਜੀ ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਹਾਂ ਤੁਸੀਂ ਮੈਂ ਬਰੈਂਟਨ ਤੋਂ ਬੋਲਦੀ ਹਾਂ ਜੀ। ਸਤਿ ਸ਼੍ਰੀ ਅਕਾਲ ਜੀ, ਪ੍ਰੋਗਰਾਮ ਸਵਾਗਤ ਹੈ ਤੁਹਾਡਾ। ਕੀ ਕਹਿਣਾ ਚਾਹੋਗੇ? ਹਾਂ ਤੁਸੀਂ ਜਿਹੜੇ ਹੁਣ ਸਿਆਣਿਆਂ ਦੇ ਬਜ਼ੁਰਗਾਂ ਵਾਸਤੇ ਦੱਸ ਕੇ ਗਏ ਇਹ ਪੈਸੇ ਹੋਰ ਮਿਲਣੇ ਆ ਜੀ। ਨੱਥ ਜੀ ਇਹਦੇ ਬਾਰੇ ਤੁਹਾਨੂੰ ਵਧੇਰੀ ਜਾਣਕਾਰੀ ਦੇ ਸਕਦੇ ਨੇ। ਅੱਜ ਜੀ ਕੀ ਕਹਿਣਾ ਚਾਹੋਗੇ? ਹਾਂਜੀ ਟੀਵੀ ਸਕਰੀਨ ਤੇ ਮੈਮ ਆਨਸਰ ਸੁਣ ਸਕਦੇ ਹੋ। ਜਿਹੜੇ ਬਜ਼ੁਰਗਾਂ ਦੀ ਤੁਸੀਂ ਗੱਲ ਆਖੀ ਹੈ, ਤੁਸੀਂ ਟੀਵੀ ਸਕਰੀਨ ਤੇ ਇਹਦਾ ਆਨਸਰ ਸੁਣ ਸਕਦੇ ਹੋ। ਕਾਲ ਕਰਨ ਲਈ ਤੁਹਾਡਾ ਬਹੁਤ ਬਹੁਤ ਥੈਂਕ ਯੂ। ਓਕੇ। ਇਹ ਜੀ ਜਿਹੜੇ ਪਹਿਲੇ ਪੈਸੇ ਸੀਗੇ ਨਾ ਜਿਹੜੇ ਹਜੇ ਤੱਕ ਨਹੀਂ ਮਿਲੇ ਹੈਗੇ ਆ, ਉਹੀ ਇਸ ਨਵੇਂ ਬਜਟ ਦੇ ਵਿੱਚ ਆਏ ਨੇ ਜੀ, ਜਿਹੜੇ ਤੁਹਾਨੂੰ ਮਿਲਣੇ ਹੈਗੇ। ਇੱਕ ਵਾਰੀ ਦੇ ਇਹੋ ਪੈਸੇ ਉਹੀ ਮਿਲਣੇ ਹੈਗੇ ਜੀ। ਹਾਂ, ਜਿਹੜਾ ਕੋਈ ਬਜ਼ੁਰਗਾਂ ਦੀ ਕੇਅਰ ਕਰਦਾ ਹੈਗਾ ਉਹਨੂੰ ਮਿਲਣਗੇ ਜੀ। ਜਿਹੜੇ ਬਜ਼ੁਰਗ ਦੀ ਜਾਂ ਕੋਈ ਬੱਚਾ ਸਕੂਲ ਨਹੀਂ ਜਾ ਸਕਦਾ ਜਾਂ ਘਰੇ ਕੋਈ ਬੰਦਾ ਬਿਮਾਰ ਹੈਗਾ ਉਹਨੂੰ 2 ਹਫ਼ਤੇ ਵਾਸਤੇ $500 ਮਿਲਣਗੇ ਜੀ। ਤੇ ਇਹ ਬਜ਼ੁਰਗਾਂ ਨੂੰ ਤਾਂ ਜਿਹੜੇ ਪਹਿਲੇ ਮਿਲਣੇ ਸੀ ਉਹੀ ਹੈ ਜੀ। ਜੀ ਬਿਲਕੁਲ। ਤੇ ਸਰ ਭਾਰਤ ਦੀ ਅਸੀਂ ਗੱਲ ਕਰ ਰਹੇ ਸੀ, ਰਿਕਵਰੀ ਰੇਟ ਕਾਫੀ ਵਧੀਆ ਰਿਹਾ ਉੱਥੇ। ਇਸ ਵਕਤ ਅਸੀਂ ਦੇਖ ਸਕਦੇ ਹਾਂ ਭਾਵੇਂ ਕਿ ਮਾਮਲੇ ਲਗਾਤਾਰ ਵੱਧ ਰਹੇ ਨੇ ਪਰ ਉਸ ਦੇ ਨਾਲ ਹੀ ਰਿਕਵਰੀ ਰੇਟ ਵੀ ਉਹਨਾਂ ਵਧੀਆ ਸੁਧਾਰ ਕਰ ਰਹੇ ਨੇ। ਚਲੋ ਚੰਗੀ ਗੱਲ ਹੈ ਜੀ। ਜੇ ਰਿਕਵਰੀ ਰੇਟ ਆਪਾਂ ਮੰਨ ਲੈਂਦੇ ਜਿਹੜੇ ਹਿਸਾਬ ਸਰਕਾਰ ਕਹਿੰਦੀ ਚੰਗੀ ਗੱਲ ਹੈਗੀ ਹੈ। ਜੇ ਰਿਕਵਰੀ ਰੇਟ ਉੱਥੇ ਇਦੋਂ ਬੈਟਰ ਹੋ ਰਿਹਾ, ਪ੍ਰਮਾਤਮਾ ਕਰੇ ਉਹ ਸਾਰਾ ਮੁਲਕ ਹੈ ਜੀ ਜਿਹੜਾ ਛੇਤੀ ਕੋਵਿਡ ਫ੍ਰੀ, ਬਾਕੀ ਸਾਰੀ ਦੁਨੀਆ ਵੀ ਕੋਵਿਡ ਫ੍ਰੀ ਜਿੰਨੀ ਛੇਤੀ ਹੋ ਸਕੇ ਹੋਣੀ ਚਾਹੀਦੀ ਹੈ ਜੀ। ਬਾਕੀ ਡਿਪੈਂਡ ਕਰਦਾ ਜੀ ਗਵਰਨਮੈਂਟਸ ਉੱਤੇ ਸਖਤੀ ਕਿੰਨੀ ਕਰਦੀਆਂ ਨੇ, ਕੇਅਰ ਕਿੰਨੀ ਕਰਦੀਆਂ ਨੇ ਜੀ ਸਰਕਾਰਾਂ ਦੀ। ਲੈਟਸ ਸੀ ਵਾਟ ਹੈਪਨਸ। ਬਿਲਕੁਲ ਜੀ। ਭਾਰਤ 'ਚ ਭਾਵੇਂ ਰਿਕਵਰੀ ਰੇਟ ਅਸੀਂ ਕਹਿ ਰਹੇ ਹਾਂ ਵਧੀਆ ਹੋ ਰਿਹਾ ਪਰ ਓਨਟਾਰੀਓ ਵਿੱਚ ਕੇਸਿਸ ਲਗਾਤਾਰ ਵੱਧ ਰਹੇ ਨੇ। ਸਰ ਅੱਜ 402 ਕੇਸ ਸਾਹਮਣੇ ਆਏ ਨੇ। ਬਿਲਕੁਲ। ਤਰਨ ਫੋਰਡ ਸਾਹਿਬ ਨੇ ਅੱਜ ਕਿਹਾ ਵੀ ਆਲ ਟੁਗੇਦਰ ਜਿਹੜੀ ਵੀ ਸਾਡੀ ਪਲਾਨ ਹੈਗੀ ਆ ਹੁਣ ਕੋਵਿਡ ਨੂੰ ਕੰਟਰੋਲ ਕਰਨ ਦੀ, ਕੋਵਿਡ ਦੇ ਨਾਲ ਜਿਹੜੇ ਪੈਸੇ ਅੱਗੇ ਦੇਣੇ ਆ ਜਾਂ ਜਿਹੜੇ ਖਰਚੇ ਹੋਣੇ ਆ, ਜਿਹੜਾ ਸਾਡਾ ਲਾਸ ਹੈਗਾ ਤਕਰੀਬਨ $1 ਬਿਲੀਅਨ ਦਾ ਜੀ। $1 ਬਿਲੀਅਨ ਦੈਟਸ ਅ ਲੋਟ ਆਫ ਮਨੀ। ਦੇਖ ਲਓ ਆਪਾਂ ਨੂੰ ਅਖੀਰ ਆਪਾਂ ਨੂੰ ਦੇਣੇ ਪੈਣੇ ਆ ਇਹ ਜਿਹੜੇ ਅਸੀਂ ਬਿਨਾਂ ਮਾਸਕ ਤੋਂ ਫਿਰਦੇ ਆ ਜੀ। ਅਸੀਂ ਫਿਰ ਬਾਕੀਆਂ ਵਾਸਤੇ ਇਹ ਚੀਜ਼ਾਂ ਕ੍ਰੀਏਟ ਕਰ ਰਹੇ ਆ ਕਿ ਆਪਾਂ ਸਾਰਿਆਂ ਤੇ ਕਾਸਟ ਵਧਣੀ ਆ। ਕੋਸ਼ਿਸ਼ ਕਰੋ ਅਸੀਂ ਇਹਨਾਂ ਜਿਹੜੇ ਨੰਬਰਸ ਹੈਗੇ ਆ ਇਹਨਾਂ ਨੂੰ ਜਿੰਨਾ ਛੇਤੀ ਥੱਲੇ ਲੈ ਕੇ ਜਾ ਸਕੀਏ ਔਰ ਮੁੜ ਕੇ ਅਸੀਂ ਫੇਰ ਕੰਮ ਤੇ ਜਾ ਸਕੀਏ, ਸਾਡੀ ਇਕਨੋਮੀ ਫੇਰ ਚੱਲੇ। ਔਰ ਸਰਕਾਰ ਇਸ ਕਰਕੇ ਬਹੁਤ ਇਸ ਵੇਲੇ ਫਿਕਰਮੰਦ ਹੈ ਜੀ ਕਿਉਂਕਿ ਜਿਹੜਾ ਸੈਕੰਡ ਵੇਵ ਸ਼ੁਰੂ ਹੋਈ ਹੈ ਉਹਦੇ ਜਿਵੇਂ ਐਕਸਪਰਟਸ ਕਹਿ ਰਹੇ ਨੇ ਸੈਕੰਡ ਵੇਵ ਇਉਂ ਲੱਗਦਾ ਪਹਿਲੀ ਨਾਲੋਂ ਜ਼ਿਆਦਾ ਖਤਰਨਾਕ ਹੋ ਸਕਦੀ ਹੈ। ਸੋ ਵੀ ਹੈਵ ਟੂ ਬੀ ਵੈਰੀ ਕੇਅਰਫੁਲ। ਬਿਲਕੁਲ ਜੀ ਸਰ। ਉੱਥੇ ਦੂਜੇ ਪਾਸੇ ਇੱਕ ਪਾਸੇ ਅਸੀਂ ਕਹਿ ਰਹੇ ਹਾਂ ਕਿ ਇਸ ਵਕਤ ਫਰੰਟਲਾਈਨ ਵਰਕਰਸ ਦੀ ਬਹੁਤ ਜ਼ਿਆਦਾ ਲੋੜ ਹੈਗੀ ਆ। ਸਰਕਾਰ ਨੇ ਇੱਥੋਂ ਤੱਕ ਕਰ ਦਿੱਤਾ ਕਿ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਜਾਂ ਫਿਰ ਵਰਕ ਪਰਮਿਟ ਹੋਲਡਰਸ ਜਿਹੜੇ ਵੀ ਨੇ ਉਹਨਾਂ ਦੀ ਟਾਈਮ ਲਿਮਿਟ ਵੀ ਵਧਾ ਦਿੱਤੀ ਹੈ ਜਿਹੜੇ ਕਿ ਇਸ ਵਕਤ ਫਰੰਟਲਾਈਨ ਵਰਕਰਸ ਨੇ। ਦੂਜੇ ਪਾਸੇ ਦੇਖਣ ਜਾਏ ਕਿ ਓਨਟਾਰੀਓ ਨੇ 97 ਰਜਿਸਟਰਡ ਨਰਸਿਸ ਨੂੰ ਲੇ ਆਫ ਦੇ ਦਿੱਤੀ ਹੈ। ਇਹ ਨਿਊ ਮਾਰਕੀਟ ਦਾ ਜਿਹੜਾ ਰੀਜਨਲ ਹੈਲਥ ਸੈਂਟਰ ਹੈ ਜੀ ਉੱਥੇ ਬੜੀ ਹੈਰਾਨੀ ਦੀ ਗੱਲ ਹੈ ਤਰਨ, ਬਹੁਤ ਵੱਡਾ ਨੰਬਰ ਹੈ। 97 ਜਿਹੜੇ ਨਰਸਿਸ ਆ ਉਹਨਾਂ ਨੂੰ ਲੇ ਆਫ ਦੇ ਦਿੱਤੀ ਆ। ਉਹਦੇ ਨਾਲ ਦੇਖੋ ਖਮਨੀ ਕਿੰਨੇ ਹਜ਼ਾਰਾਂ ਘੰਟੇ 1,76,000 ਘੰਟੇ ਡਾਇਰੈਕਟ ਕੰਮ ਕਰਨ ਵਾਲਾ ਇੱਕ ਘਟ ਜਾਏਗਾ। ਇਮੇਜਿਨ ਕਰੋਨਾ ਨੇ ਇੰਨੇ ਘੰਟੇ ਕੰਮ ਕਰਨਾ ਸੀਗਾ, ਇੰਨਾ ਜ਼ਿਆਦਾ ਇਸ ਵੇਲੇ ਉਧਰ ਤਾਂ ਕੋਵਿਡ ਦਾ ਪ੍ਰਕੋਪ ਚੱਲ ਰਿਹਾ। ਔਨ ਟਾਪ ਆਫ ਦੈਟ ਠੰਡ ਆ ਰਹੀ ਹੈ। ਠੰਡ ਦੇ ਨਾਲ ਜਿਹੜਾ ਨਾਰਮਲ ਫਲੂ ਸੀਜ਼ਨ ਹੈ ਉਹ ਸ਼ੁਰੂ ਹੋ ਜਾਣਾ। ਔਰ ਜਿਹੜੀ ਉੱਥੋਂ ਦੀ ਇੰਸਟੀਟਿਊਸ਼ਨ ਉਹ ਕਹਿ ਰਹੀ ਵੀ ਸਾਡਾ ਸਰਦਾ ਨਹੀਂ ਹੈ, ਅਸੀਂ ਅਫੋਰਡ ਨਹੀਂ ਕਰਦੇ ਹਾਂ, ਇਸ ਕਰਕੇ ਅਸੀਂ ਇਹਨਾਂ ਨੂੰ ਲੇ ਆਫ ਦੇ ਰਹੀਆਂ। ਇਸ ਮਾਮਲੇ ਦੇ ਵਿੱਚ ਹਾਲਾਂਕਿ ਬਾਕੀ ਇੰਸਟੀਟਿਊਸ਼ਨਸ ਹਾਇਰ ਕਰ ਰਹੀਆਂ ਨੇ। ਅਸੀਂ ਜਿਹੜੇ ਬਾਹਰਲੇ ਇਸ ਕੰਮ ਦੇ ਵਿੱਚ ਕੰਮ ਨਹੀਂ, ਆਪਾਂ ਕਈ ਐਸੇ ਨੂੰ ਕਿ ਜਿਹੜੇ ਹੈਲਪ ਕਰ ਸਕਦੇ ਉਹ ਵੀ ਕਰ ਰਹੇ, ਉਹਨਾਂ ਨੂੰ ਹਾਇਰ ਕੀਤਾ ਜਾ ਰਿਹਾ। ਤੇ ਔਰ ਇਸ ਇੰਸਟੀਟਿਊਸ਼ਨ ਨੇ, ਇਸ ਹਸਪੀਟਲ ਨੇ ਜਿਹੜੇ ਇੰਨੇ ਲੇ ਆਫ ਕੀਤੀ ਹੈ, ਬੜੀ ਹੈਰਾਨੀ ਦੀ ਗੱਲ ਹੋ ਰਹੀ ਹੈ। ਔਰ ਸਰਕਾਰ ਮੈਨੂੰ ਲੱਗਦਾ ਇਸ ਮਾਮਲੇ ਤੇ ਕੁਛ ਨਾ ਕੁਛ ਕਰਨਾ ਪਵੇਗਾ ਜੀ। ਇੰਨੇ ਲੋਕ ਇਕੱਠੇ ਮੈਡੀਕਲ ਦੇ ਵਿੱਚੋਂ ਇਸ ਵੇਲੇ ਜਿੱਥੇ ਪ੍ਰਕੋਪ ਚੱਲ ਰਿਹਾ ਕੱਢ ਲੈਣੇ ਬਹੁਤ ਵੱਡੀ ਗੱਲ ਹੈ ਜੀ। ਬਿਲਕੁਲ ਜੀ। ਉਧਰ ਗੱਲ ਕਰ ਲਈਏ ਨਾਰਥ ਕੋਰੀਆ ਤੇ ਸਾਊਥ ਕੋਰੀਆ ਦੀ ਵੀ ਸਰ ਕਾਫੀ ਦਿਨਾਂ ਬਾਅਦ ਇਹ ਵੀ ਦੋ ਦੇਸ਼ ਜਿਹੜੇ ਆ ਇਸ ਵਕਤ ਖੜਕਦੇ ਹੋਏ ਨਜ਼ਰ ਆ ਰਹੇ ਨੇ। ਅੱਜ ਕੱਲ੍ਹ ਦੇਸ਼ ਆਪਸ ਵਿੱਚ ਕਾਫੀ ਜ਼ਿਆਦਾ ਉਲਝ ਰਹੇ ਨੇ। ਇਹਨਾਂ ਦੀ ਅੱਗੇ ਨਾਲੋਂ ਜਿਹੜੇ ਸੰਬੰਧ ਹੈ ਤਰਨ ਖਰਾਬ ਹੋ ਰਹੇ ਨੇ। ਅੱਜ ਜਿਹੜੀ ਖਬਰ ਆਈ ਹੈ ਉਹਦੇ ਵਿੱਚ ਇੱਕ ਸਾਊਥ ਕੋਰੀਅਨ ਬੰਦਾ ਸੀਗਾ ਜੀ, ਉਹ ਕਿਸੇ ਬੋਟ ਦੇ ਵਿੱਚ ਸੀਗੇ, ਸਰਕਾਰੀ ਬੰਦੇ ਸੀਗੇ ਜੀ। ਉਹਨੇ ਉਹ ਬੋਟ ਦੇ ਵਿੱਚੋਂ ਚਲਾ ਗਿਆ
ਦੇ ਚਲਾ ਗਿਆ ਤਾਂ ਜੇ ਕਿਸੇ ਚੀਜ਼ 'ਚ ਫਲੋਟ ਕਰਦੇ ਹੁੰਦੇ ਫਲੋਟਿੰਗ 'ਚ ਉਹਦੇ ਵਿੱਚ ਫਲੋਟ ਕਰਦਾ ਅਖੀਰ ਉਹ ਜਿਹੜਾ ਨਾਰਥ ਕੋਰੀਅਨ ਵਾਟਰਸ ਹੈ ਉਹਦੇ ਵਿੱਚ ਰਹਿ ਗਿਆ ਤੇ ਨਾਰਥ ਕੋਰੀਅਨਸ ਦੇ ਹੱਥ ਲੱਗ ਗਿਆ। ਉਹ ਜਿਹੜਾ ਹੱਥ ਲੱਗਿਆ ਉਹਦੇ ਵਿੱਚ ਉਹਨਾਂ ਜਿਹੜੀ ਗੱਲਬਾਤ ਹੁੰਦੀ ਹੈ ਨਾਰਥ ਕੋਰੀਅਨਸ ਦੀ ਤੇ ਸਾਊਥ ਕੋਰੀਅਨ ਦੀ, ਉਹ ਅਖੀਰ ਵਿੱਚ 6 ਘੰਟਿਆਂ ਬਾਅਦ ਉਹਨੂੰ ਗੋਲੀ ਮਾਰ ਦਿੱਤੀ ਜਾਂਦੀ ਹੈ ਔਰ ਉਸਨੂੰ ਮਾਰ ਕੇ ਉਹਦੇ ਉੱਤੇ ਤੇਲ ਪਾ ਕੇ ਉਸਦੀ ਬਾਡੀ ਨੂੰ ਅੱਗ ਲਾ ਦਿੱਤੀ ਜਾਂਦੀ ਹੈ। ਇਹ ਅਕੋਰਡਿੰਗ ਟੂ ਸਾਊਥ ਕੋਰੀਆ। ਸਾਊਥ ਕੋਰੀਆ ਨੂੰ ਜਦੋਂ ਸਵਾਲ ਕੀਤਾ ਕਿ ਹਾਊ ਡੂ ਯੂ ਨੋ, ਸਾਊਥ ਕੋਰੀਆ ਦੇ ਇਹੋ ਜਿਹੇ ਸਿਸਟਮਸ ਹੈਗੇ ਨੇ, ਐਡਵਾਂਸ ਸਿਸਟਮ ਹੈ ਅੱਜ ਸਾਰਿਆਂ ਕੋਲ ਹੈਗੇ ਆ ਕਿ ਉਹ ਜਿਹੜੀਆਂ ਵੀ ਗੱਲਾਂ ਬਾਤਾਂ ਨੇੜੇ ਤੇੜੇ ਉਹਨਾਂ ਦੇ ਹੁੰਦੀਆਂ ਨੇ ਦੇ ਕੈਨ ਰਿਕਾਰਡ ਦੈਮ। ਉਹਨਾਂ ਨੇ ਉਸ ਬੇਸ ਦੇ ਉੱਤੇ ਗੱਲ ਕੀਤੀ ਕਿ ਪਹਿਲਾਂ ਉਹਦੀ ਗੱਲਬਾਤ ਕੀ ਚੱਲ ਰਹੀ ਸੀ ਔਰ ਉਹਨਾਂ ਨੇ ਮੁਤਾਬਕ ਜਿਹੜਾ ਸਾਊਥ ਕੋਰੀਅਨ ਬੰਦਾ ਸੀਗਾ ਉਹ ਨਾਰਥ ਕੋਰੀਆ ਦੇ ਵਿੱਚ ਉਹਨੇ ਅਖੀਰੇ ਵੀ ਕਿਹਾ ਵੀ ਮੈਨੂੰ ਸ਼ਰਨ ਚਾਹੀਦੀ ਹੈਗੀ ਆ, ਉਹਨੇ ਅਸਾਈਲਮ ਮੰਗੀ ਸੀਗੀ, ਪਰ ਅਖੀਰ ਜਿਹੜੇ ਨਾਰਥ ਕੋਰੀਅਨ ਜਿਹੜੇ ਫੌਜੀ ਸੀਗੇ ਉਹਨਾਂ ਨੇ ਉਹਨੂੰ ਕਤਲ ਕਰ ਦਿੱਤਾ ਤੇ ਉਹਦੀ ਬਾਡੀ ਸਾੜ ਦਿੱਤੀ ਜੀ। ਇਹ ਦੋਨਾਂ ਦੇਸ਼ਾਂ ਦੀ ਆਪਸ ਵਿੱਚ ਬਿਆਨਬਾਜ਼ੀ ਹੈ, ਅਸਲ ਜਿਹੜੀ ਗੱਲ ਹੈਗੀ ਆ ਉਹਦਾ ਹਜੇ ਤੱਕ ਕਿਸੇ ਨੂੰ ਪਤਾ ਨਹੀਂ ਹਜੇ ਜੀ। ਬਿਲਕੁਲ। ਤੇ ਸਰ ਉਧਰੋਂ ਮਾਰਕੀਟ ਦੀ ਗੱਲ ਕਰ ਲਈ, ਇਸ ਵਕਤ ਕੈਨੇਡਾ ਦੀ ਜਿਹੜੀ ਮਾਰਕੀਟ ਹੈਗੀ ਆ, ਕਿਹਾ ਜਾ ਰਿਹਾ ਹੈ ਕਿ ਜਿਸ ਤਰੀਕੇ ਦੇ ਨਾਲ ਪੈਂਡੈਮਿਕ ਨੇ ਸਭ ਨੂੰ ਇਫੈਕਟ ਕੀਤਾ ਤਾਂ ਅਜਿਹੇ ਦੇ ਵਿੱਚ ਘਰਾਂ ਦੀਆਂ ਕੀਮਤਾਂ ਵੀ ਇਸ ਨਾਲ ਆਉਣ ਵਾਲੇ ਸਮੇਂ ਵਿੱਚ ਕਾਫੀ ਪ੍ਰਭਾਵਿਤ ਹੋਣਗੀਆਂ। ਆਪਾਂ ਗੱਲ ਕਰ ਲਈਏ ਤਾਂ ਕਹਿੰਦੇ ਸੀ ਜਦ ਤੱਕ ਕੈਨੇਡਾ ਵਿੱਚ ਅੱਜ ਕੱਲ੍ਹ ਘਰ ਖਰੀਦਣੇ ਬੜੇ ਮਹਿੰਗੇ ਹੋ ਗਏ ਨੇ, ਪਰ 2021 ਤੱਕ ਜੋ ਪ੍ਰੈਡਿਕਸ਼ਨ ਸਾਹਮਣੇ ਆ ਰਹੀ ਹੈ ਕਿ ਘਰਾਂ ਦੀਆਂ ਕੀਮਤਾਂ ਕੁਝ ਸਸਤੀਆਂ ਹੋ ਸਕਦੀਆਂ ਨੇ। ਕੱਲ ਆਪਾਂ ਸਸਤਾ ਘਰ ਦੱਸਿਆ ਤਾਂ ਸੀਗਾ $500,000 ਦਾ ਜੀ, ਇੱਥੇ ਟੋਰਾਂਟੋ ਦੇ ਵਿੱਚ ਹੈਗਾ ਜੀ। ਜਿਹੜੀ ਪ੍ਰੈਡਿਕਸ਼ਨ ਹੈਗੀ ਆ ਉਹ ਇਹ ਹੈ ਵੀ 6.7% ਜਿਹੜੀ ਹੈਗੀ ਆ ਮਾਰਕੀਟ ਓਵਰਆਲ ਡਿੱਗੇਗੀ। ਤੇ ਪਰ ਤਰਨ ਗੱਲ ਪਤਾ ਕੀ ਹੈ, ਜਦੋਂ ਇੰਨੇ ਵੱਡੇ ਨੰਬਰਸ ਹੈਗੇ ਆ ਫਿਰ ਜਿਹੜੀ ਨੈਗੋਸ਼ੀਏਸ਼ਨ ਵਾਸਤੇ ਵਿੱਚ ਰੂਮ ਹੁੰਦਾ ਉਹ 6.7% ਕੋ ਬਹੁਤਾ ਫਰਕ ਨਹੀਂ ਪਤਾ ਲੱਗਦਾ ਵੀ ਕੀ ਸੱਚੀ ਮਾਰਕੀਟ ਇੰਨੀ ਡਿੱਗ ਪਈ ਹੈ ਕਿ ਨਹੀਂ ਡਿੱਗੀ ਹੈ ਕਿ ਘਰਾਂ ਦੀ ਕੀਮਤਾਂ ਦੇ ਵਿੱਚ ਜਿਹੜੀ ਹੈ। ਹਾਂ, ਇੱਕ ਗੱਲ ਮੈਂ ਤੁਹਾਨੂੰ ਦੱਸ ਦਿੰਦਾ, ਇਹ ਅੰਦਰਲੀ ਗੱਲ ਹੈਗੀ ਹੈ ਜੀ, ਪਰ ਆਪਦੇ ਐਕਸਪਰਟਸ ਨੂੰ ਜ਼ਰੂਰ ਪੁੱਛ ਲਿਓ, ਮੇਰੀ ਗੱਲ ਤੇ ਯਕੀਨ ਨਾ ਕਰਿਓ। ਜੋ ਹਵਾ ਆ ਰਹੀ ਹੈ ਜਿਹੜੀਆਂ ਫਾਈਨੈਂਸ਼ੀਅਲ ਇੰਸਟੀਟਿਊਸ਼ਨ 'ਚ ਲੋਕ ਕੰਮ ਕਰਦੇ ਆ, ਤੁਸੀਂ ਉਹਨਾਂ ਨੂੰ ਜ਼ਰੂਰ ਪੁੱਛ ਲਿਓ ਜੀ। ਕਹਿ ਰਹੇ ਨੇ ਕਿ ਸ਼ਾਇਦ ਦਸੰਬਰ ਦੇ ਵਿੱਚ ਹਾਲਤ ਬਹੁਤ ਮਾੜੀ ਹੋ ਜਾਵੇਗੀ ਕਿਉਂਕਿ ਹਾਲਾਤ ਇਸ ਹਿਸਾਬ 'ਚ ਬਣੇ, ਜੌਬਸ ਆ ਨਹੀਂ ਰਹੀਆਂ, ਸੈਕੰਡ ਵੇਵ ਸ਼ੁਰੂ ਹੋ ਗਈ ਹੈ, ਇਹਦਾ ਜੇ ਪ੍ਰਕੋਪ ਜ਼ਿਆਦਾ ਹੋ ਗਿਆ ਤਾਂ ਪ੍ਰੈਡਿਕਸ਼ਨ ਇਹ ਆ ਕਿ ਇਹ ਕੰਮ ਅਗਲੇ ਸਾਲ ਦੀ ਥਾਂ ਤੇ ਸ਼ਾਇਦ ਦਸੰਬਰ ਦੇ ਵਿੱਚ ਹੀ ਹੋ ਜਾਏ। ਬਿਲਕੁਲ ਸਰ, ਇਸ ਵਕਤ ਅਸੀਂ ਦੇਖ ਸਕਦੇ ਹਾਂ ਵੈਸੇ ਵੀ ਘਰਾਂ ਦੀਆਂ ਕੀਮਤਾਂ ਨੂੰ ਹੱਥ ਨਹੀਂ ਲੱਗ ਰਿਹਾ ਹੈਗਾ। ਹਰ ਰੋਜ਼ ਦੇਖ ਰਹੇ ਹਾਂ ਪੈਂਡੈਮਿਕ ਦੇ ਬਾਵਜੂਦ ਬਹੁਤ ਮਿਲੀਅਨਸ, ਆਪਾਂ ਵੀ ਪਿੱਛੇ ਰਿਪੋਰਟ ਪ੍ਰਕਾਸ਼ਿਤ ਕੀਤੀ ਸੀ ਕਿ ਪਿਛਲੇ 2 ਮਹੀਨਿਆਂ ਵਿੱਚ ਘਰਾਂ ਦੀਆਂ ਕੀਮਤਾਂ ਮਿਲੀਅਨਸ ਤੱਕ ਗਈਆਂ ਨੇ ਡਿਟੈਚ ਹਾਊਸਸ ਦੀਆਂ। ਜੇ ਹੁਣ 6.7% ਦੀ ਆਪਾਂ ਗੱਲ ਕਰਦੇ ਹਾਂ ਨਾ, ਇਹ ਪਤਾ ਨਹੀਂ ਜਿਹਦਾ ਉਹਨੂੰ ਕਹਿੰਦੇ ਆ ਊਠ ਦੇ ਮੂੰਹ 'ਚ ਜੀਰੇ ਵਾਲੀ ਗੱਲ ਹੈਗੀ ਆ, ਇਹਦਾ ਇੰਨਾ ਪਤਾ ਵੀ ਨਹੀਂ ਲੱਗਣਾ ਅਨਲੈਸ ਕੋਈ ਬਹੁਤਾ ਵੱਡਾ ਧੜੂਕਾ ਪੈਂਦਾ ਜੀ। ਬਿਲਕੁਲ ਜੀ। ਤੇ ਅਗਲੀ ਖਬਰ ਵੱਲ ਰੁਖ ਕਰਦੇ ਹਾਂ ਸਰ। ਕਹਿ ਰਹੇ ਨੇ ਕਿ ਓਨਟਾਰੀਓ ਦੇ ਵਿੱਚ ਕੋਰਟ ਸਾਹਿਬ ਦੇ ਬਿਆਨ ਦੇ ਬਾਵਜੂਦ ਜਿਨ੍ਹਾਂ ਦੀਆਂ ਲਾਇਸੈਂਸ ਨੰਬਰ ਪਲੇਟਸ ਇਸ ਵਕਤ ਐਕਸਪਾਇਰ ਹੋ ਚੁੱਕੀਆਂ ਨੇ ਉਹਨਾਂ ਦੇ ਚਲਾਨ ਕੱਟੇ ਜਾ ਰਹੇ ਨੇ। ਪੁਲਿਸ ਪ੍ਰੀਮੀਅਰ ਦੇ ਹੁਕਮਾਂ ਨੂੰ ਵੀ ਕੁਝ ਨਹੀਂ ਸਮਝ ਰਹੀ। ਬਿਲਕੁਲ, ਇਹ ਨਾ ਹੈਮਿਲਟਨ ਦੇ ਵਿੱਚ ਇਹ ਘਟਨਾ ਵਾਪਰੀ ਹੈ ਤਾਂ ਜਿਹੜੇ ਕਿ ਲੋਕਾਂ ਨੂੰ ਬਿਨਾਂ ਗੱਲੋਂ ਟਿਕਟਸ ਦਿੱਤੇ ਜਾ ਰਹੇ ਨੇ। ਵੈਸੇ ਜੀ ਮੈਂ ਮਿਨਿਸਟਰੀ ਆਫ ਟਰਾਂਸਪੋਰਟੇਸ਼ਨ ਦੀ ਸਾਡੇ ਕੋਲੇ ਜਿਹੜੀ ਨੋਟੀਫਿਕੇਸ਼ਨ ਮੈਂ ਦੇਖ ਰਿਹਾ ਜੀ 30 ਨਵੰਬਰ ਤੱਕ ਜੀ ਜਿਹੜਾ ਤੁਹਾਡੇ ਲਾਇਸੈਂਸ ਮੈਂ ਦੱਸ ਰਿਹਾ ਵੀ ਕਿਹੜਿਆਂ ਦੀ ਲੋੜ ਨਹੀਂ ਹੈਗੀ ਆ। ਓਨਟਾਰੀਓ ਕਮਰਸ਼ੀਅਲ ਡਰਾਈਵਰਸ ਲਾਇਸੈਂਸ, registered plan for cab cards, Ontario license plate validation stickers, online purchase fees for validation stickers, Ontario commercial vehicle operation register ਤੇ annual and semi annual inspections ਜਿਹੜੀਆਂ ਹੈਗੀਆਂ ਨੇ ਇਹ ਸਾਰੀਆਂ 30 ਨਵੰਬਰ ਤੱਕ ਇਹ ਪੋਸਟਪੋਨ ਹੈ ਜੀ। ਔਨ ਟਾਪ ਆਫ ਦੈਟ ਇੱਕ ਸਵਾਲ ਖਾਸ ਕਰਕੇ ਆਉਂਦਾ ਵੀ ਜੇ ਮੇਰਾ ਲਾਇਸੈਂਸ ਵੈਲਿਡ ਨਹੀਂ ਹੈ, ਮੇਰੀ ਲਾਇਸੈਂਸ ਪਲੇਟ ਵੈਲਿਡ ਨਹੀਂ ਹੈ, ਕੈਨ ਆਈ ਗੋ ਟੂ US? ਹਾਂਜੀ, US ਦੇ ਨਾਲ ਰਾਜੀਨਾਮਾ ਹੋਇਆ ਹੋਇਆ ਜੀ। US ਵਾਲੇ ਤੁਹਾਡੀਆਂ ਇਹ ਜਿਹੜੀ ਸਾਰੀਆਂ ਗੱਲਾਂ ਨੇ ਇਹਨਾਂ ਗੱਲਾਂ ਨੂੰ ਅਕੋਰਡਿੰਗ ਟੂ ਦ ਮਿਨਿਸਟਰੀ ਉਹ ਮੰਨਦੇ ਨੇ, ਤੁਸੀਂ ਇਹਨਾਂ ਦੇ ਨਾਲ ਉੱਥੇ ਜਾ ਸਕਦੇ ਹੋ ਜੀ ਬਿਨਾਂ ਆਪਣੇ ਰਿਨਿਊ ਕਰਾਏ ਤੋਂ। ਬਿਲਕੁਲ ਜੀ। ਇੱਕ ਦਰਸ਼ਕ ਸਾਡੇ ਨਾਲ ਜੁੜ ਗਏ ਨੇ। ਹੈਲੋ, ਸਤਿ ਸ਼੍ਰੀ ਅਕਾਲ ਜੀ ਮੈਡਮ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ ਨੇ? ਬਹੁਤ ਵਧੀਆ ਜੀ, ਠੀਕ ਠਾਕ ਆ ਜੀ। ਇਹ ਜੀ ਹਜੇ ਤਾਂ ਮੈਨੂੰ ਪਤਾ ਨਹੀਂ ਮੈਂ ਗਲਤ ਦੱਸ ਰਿਹਾ ਜਾਂ ਸਹੀ, ਕਹਿੰਦੇ 82 ਬਿਲੀਅਨ ਤਾਂ ਗਵਰਨਮੈਂਟ ਨੇ ਮਾਰਕੀਟ 'ਚ ਪਾਇਆ ਹੋਇਆ ਵਾ ਤੋਂ ਜਾਂ ਵੈਨਕੂਵਰ ਦੀ ਮਾਰਕੀਟ 'ਚ। ਹਾਂਜੀ ਜੀ, ਦੇਖੋ ਤਾਂ ਕਰਕੇ ਮਾੜੀ ਮੋਟੀ ਖੜੀ ਹੋਈ ਆ ਇਹ ਤੇ ਲੋਕਾਂ ਦਾ ਵੈਸੇ ਤਾਂ ਦਿਵਾਲੀਆ ਨਿਕਲਿਆ ਹੋਇਆ ਜੀ, ਪਰਸੋਂ ਹੀ ਪਈ ਆ। ਇੰਨੇ ਤਾਂ ਘਰ ਜਿਹੜਾ 5 ਲੱਖ ਦਾ ਜੀ ਉਹ 10 ਲੱਖ ਦਾ ਹੋਈ ਜਾਂਦਾ ਵਾ। ਡੈਟ ਜਿਹੜਾ ਵਿਚੜਲਾ ਗੈਪ ਆ ਉਹ ਜਿਹੜੇ ਤੁਹਾਡੀ ਸੈਲਰੀ ਆ ਉਹ ਤਾਂ ਉੱਥੇ ਖੜੀ ਆ। ਬਿਲਕੁਲ ਜੀ। ਉਹ 100 ਰੁਪਇਆ ਵੀ ਨਹੀਂ ਖਾਦੀ ਕਿ ਡੈਟ ਤੁਹਾਡੇ ਕਿੰਨੇ ਚੜੀ ਜਾਂਦਾ ਵਾ, ਉਹ ਕਿਹਦੇ ਤੇ ਪੈਣਾ ਪੂਰਾ ਗਵਰਨਮੈਂਟ ਦਾ, ਉਹ ਸਾਡੇ ਤੇ ਪੈਣਾ। ਬਿਲਕੁਲ ਜੀ, ਬਿਲਕੁਲ ਜੀ। ਥੈਂਕ ਯੂ ਤਰਨ। ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਨੇ ਇਸ ਬਾਰੇ ਵਿੱਚ। ਸ਼ੁਕਰੀਆ ਕਾਲ ਕਰਨ ਦੀ। ਗੱਲ ਸਹੀ ਹੈ ਤਰਨ, ਕਿਉਂਕਿ
ਜਿਹੜੀਆਂ ਇੱਥੇ ਦੀਆਂ ਵੇਜਸ ਹੈ ਉਹ ਨਹੀਂ ਵੱਧ ਰਹੇ ਹੈਗੇ, ਫਿਰ ਰੀਅਲ ਏਸਟੇਟ ਉੱਪਰ ਕਿਉਂ ਜਾ ਰਹੀ ਹੈ? ਉਸ ਨੂੰ ਰੋਕਣ ਵਾਸਤੇ ਆਪਾਂ ਕੱਲ ਗੱਲ ਕੀਤੀ ਸੀ ਕਿ ਜਿਹੜੀ ਟੋਰਾਂਟੋ ਦੀ ਮਿਊਨਿਸਪੈਲਿਟੀ ਹੈ ਇਹ ਸੋਚ ਰਹੀ ਹੈ ਕਿ ਖਾਲੀ ਘਰਾਂ ਦੇ ਉੱਤੇ ਐਕਸਟਰਾ ਟੈਕਸ ਲਾਇਆ ਜਾਏ, ਲੋਕਾਂ ਦੀ ਇਨਵੈਸਟਮੈਂਟ ਕੀਤੀ ਹੋਈ ਹੈ ਔਰ ਇਨਵੈਸਟਮੈਂਟ ਵਾਲੀਆਂ ਪ੍ਰਾਪਰਟੀਆਂ ਬਹੁਤ ਜ਼ਿਆਦਾ ਨੇ ਔਰ ਪੈਸਾ ਬਾਹਰੋਂ ਆ ਰਿਹਾ ਜੀ। ਮੈਂ ਸਰਕਾਰੀ ਤੌਰ ਤੇ ਨਹੀਂ ਕਹਿੰਦਾ, ਲੋਕੀ ਕਹਿ ਰਹੇ ਨੇ ਕਿ ਆਪਦੀ ਬਲੈਕ ਮਨੀ ਇੱਥੇ ਆ ਕੇ ਵਾਈਟ ਕਰ ਰਹੇ ਨੇ ਜੀ। ਆਈ ਡੋਂਟ ਨੋ ਅਬਾਊਟ ਦੈਟ ਬਟ ਸਮ ਪੀਪਲ ਆਰ ਡੂਇੰਗ ਇਟ। ਬਿਲਕੁਲ ਜੀ। ਤੇ ਸਰ ਟੋਰਾਂਟੋ ਦੇ ਵਿੱਚ ਕਹਿੰਦੇ ਇੱਕ ਸਕੂਲ ਦੇ ਵਿੱਚ ਆਨਲਾਈਨ ਕਲਾਸਿਸ, ਜਿਵੇਂ ਅਸੀਂ ਦੇਖ ਰਹੇ ਹਾਂ ਟ੍ਰੈਂਡ ਚੱਲ ਰਿਹਾ, ਤਾਂ ਆਨਲਾਈਨ ਕਲਾਸਿਸ ਲੱਗੀਆਂ ਹੋਈਆਂ ਸੀ। ਅਜਿਹੇ ਵਿੱਚ ਇੱਕ ਵਿਦਿਆਰਥੀ ਦੇ ਵੱਲੋਂ ਬਲੈਕ ਕਮਿਊਨਿਟੀ ਦੇ ਲਈ ਕਾਫੀ ਜ਼ਿਆਦਾ ਰੇਸਿਜ਼ਮ ਭਰੇ ਕਮੈਂਟ ਕੀਤੇ ਗਏ। ਤੇ ਮਾਰਕਮ ਦੇ ਵਿੱਚ ਗੱਲ ਹੋਈ ਹੈ ਜੀ ਤੇ ਆਨਲਾਈਨ ਕਲਾਸ ਦੇ ਉੱਤੇ ਇੱਕ ਜਿਵੇਂ ਤੁਸੀਂ ਗੱਲ ਕੀਤੀ ਹੈ ਬੱਚੇ ਐਂਟੀ ਬਲੈਕ ਕਮੈਂਟਸ ਜਿਹੜੇ ਉਹਦੇ ਕਰਕੇ ਜੀ ਉਹਨੂੰ ਫਿਰ ਉਹਨੂੰ ਸਕੂਲ ਦੇ ਵਿੱਚੋਂ ਕੱਢਣ ਦੀ ਗੱਲ ਚੱਲ ਰਹੀ ਹੈ ਜੀ। ਸ਼ਾਇਦ ਕੱਢ ਦੇਣ ਜੀ ਉਹਨੂੰ, ਕਿਉਂਕਿ ਇਸ ਚੀਜ਼ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਂਦਾ, ਖਾਸ ਕਰਕੇ ਸਾਡੇ ਕੰਟਰੀ 'ਚ ਕਿਤੇ ਕਿਤੇ ਇਹੋ ਜਿਹੀਆਂ ਗੱਲਾਂ ਹੈਗੀਆਂ ਨੇ। ਉਹ ਨਹੀਂ ਕਹਿੰਦਾ ਵੀ ਅਸੀਂ ਬਿਲਕੁਲ ਦੁੱਧ ਉੱਤੇ ਹੋਏ ਹਾਂ ਜੀ, ਇਹ ਅਜਿਹੀਆਂ ਗੱਲਾਂ ਹੈਗੀਆਂ ਨੇ ਪਰ ਬਹੁਤ ਹੀ ਜਦੋਂ ਪਤਾ ਲੱਗ ਜਾਂਦਾ ਜੀ ਉਸ ਚੀਜ਼ ਨੂੰ ਜ਼ਰੂਰ ਨੱਥ ਪਾਈ ਜਾਂਦੀ ਹੈ ਜੀ। ਬਿਲਕੁਲ ਸਰ। ਥੋੜੀ ਜਿਹੀ ਇੱਕ ਖਬਰ ਹੋਰ ਕਰ ਲਈਏ, ਕਹਿੰਦੇ ਕਿ ਜਦੋਂ ਕੱਪੜੇ ਆਪਾਂ ਕਹਿੰਦੇ ਘਾਹ ਤੇ ਬਹਿ ਕੇ ਸਾਡੇ ਨਿਸ਼ਾਨ ਲੱਗੇ ਕੱਪੜਿਆਂ ਦੇ ਉੱਤੇ, ਉਹ ਰਿਜੈਕਟ ਕਰ ਦਿੰਦੇ ਆ ਵੀ ਜੇਕਰ ਦਾਗ ਨਹੀਂ ਜਾਂਦੇ ਹੈਗੇ ਤਾਂ ਕੱਪੜੇ ਨਾ ਪਾਓ। ਪਰ ਗੁੱਚੀ ਨੇ ਇਹ ਜੀ ਜੀਨ ਕੱਢੀ ਹੈ ਜਿਹੜੇ ਕਿ ਕਹਿੰਦੇ ਕਿ ਬਸ ਕੁਝ ਦਾਗ ਅੱਛੇ ਹੋਤੇ ਹੈ। ਗੱਲ ਆ ਜੀ ਤਰਨ ਨੂੰ ਘਾਹ ਤੇ ਬੈਠਣ ਦਾ ਬੜਾ ਸ਼ੌਕ ਹੈ ਜੀ, ਘਾਹ ਤੇ ਬੈਠ ਕੇ ਫੋਟੋਆਂ ਖਿਚਾਉਂਦੀ ਹੈ ਜੀ। ਤੁਸੀਂ ਫਿਰ ਉਹ ਆ ਵੀ ਕਈ ਵਾਰੀ ਜਿਹੜੇ ਮੇਰੀ ਕੋਈ ਇਹ ਜੀ ਹਜੇ ਫੋਟੋ ਹੈ ਨਹੀਂ ਗੀ। ਇੱਕ ਦਰਸ਼ਕ ਜੁੜ ਗਏ ਨੇ। ਹੈਲੋ ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਮੇਰੀ ਭੈਣ। ਭੈਣ ਜੀ ਪਤਾ ਕੀ 407 ਵਾਲੇ ਆਫਿਸ ਜਿਹੜਾ ਮੈਂ ਹੀ ਜਾਣੇ ਜੋ ਪੇ ਕਰਨ ਨੂੰ ਬਿੱਲ ਜੀ ਉਹ ਬੰਦ ਆ, ਉਹ ਵੀ ਪਰ ਅਸੀਂ ਹੁਣ ਸਟicker ਲੈਣਾ, ਲਾਈਟ ਦਾ ਅਪਗ੍ਰੇਡ ਕਰਨਾ ਪਲੇਸ ਜਿਸ ਤਰ੍ਹਾਂ। ਹੁਣ ਅਸੀਂ ਕੀ ਕਰ ਸਕਦੇ ਹਾਂ ਇਹਦੇ ਬਾਰੇ? ਕੀ ਕੋਈ ਨਿਊਜ਼ ਹੈਗੀ ਅਪਗ੍ਰੇਡ? ਸਰ ਤੁਸੀਂ ਕਿੱਥੋਂ ਬੋਲ ਰਹੇ ਹੋ? ਮੈਂ ਬਰੰਟੋ ਤੋਂ ਬੋਲਦਾ ਮੇਰੀ ਭੈਣ। ਜੀ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਰ। ਥੈਂਕ ਯੂ ਜੀ। ਉਹ ਜਿਹੜੇ ਅਸੀਂ ਲਿਸਟ ਦਿੱਤੀ ਹੈ ਜੀ ਕਿ ਜਿਹੜੇ ਵੀ ਕੋਈ ਸਟickers ਹੈਗੇ ਰਿਨਿਊ ਕਰਾਉਣੇ ਆ, ਤੁਸੀਂ ਲਾਇਸੈਂਸ ਰਿਨਿਊ ਕਰਾਉਣਾ, ਕੁਝ ਵੀ ਕਰਨਾ, ਉਹ 30 ਨਵੰਬਰ ਤੱਕ ਤੁਹਾਨੂੰ ਜੇ ਕਰਵਾਉਣਾ ਆਨਲਾਈਨ ਕਰਵਾ ਸਕਦੇ ਹੋ, ਐਸੀ ਗੱਲ ਹੈ ਨਹੀਂ ਗੀ। ਪਰ ਜੇ ਤੁਸੀਂ ਜਿਹੜੇ ਤੁਹਾਡੇ ਜਿਹੜੇ ਟੈਸਟ ਵੀ ਹੈਗੇ ਸੀਗੇ ਉਹ ਵੀ ਹਜੇ ਤੱਕ ਉਹ 30 ਨਵੰਬਰ ਤੱਕ ਪੋਸਟਪੋਨ ਕਰ ਦਿੱਤੇ ਗਏ ਨੇ ਜੀ। ਸੋ ਤੱਕ ਕੋਈ ਤੁਹਾਨੂੰ ਜ਼ਰੂਰਤ ਨਹੀਂ ਹੈਗੀ ਜੀ ਅਕੋਰਡਿੰਗ ਟੂ ਮਿਨਿਸਟਰੀ ਜੀ ਜਿਹੜੀ ਹੈਗੀ ਗੱਲ। ਬਾਕੀ ਤੁਸੀਂ ਆਨਲਾਈਨ ਜਾ ਕੇ ਤੁਸੀਂ ਉੱਥੇ ਆਪਣਾ ਕਰਵਾ ਸਕਦੇ ਹੋ, ਤੁਸੀਂ ਅਪਲਾਈ ਕਰ ਸਕਦੇ ਹੋ। ਹਾਂਜੀ ਸਟicker ਵੀ ਮੰਗਾ ਸਕਦੇ ਹੋ ਆਨਲਾਈਨ। ਤੁਸੀਂ ਆਪਣਾ ਲਾਇਸੈਂਸ ਵੀ ਰਿਨਿਊ ਕਰਵਾ ਸਕਦੇ ਹੋ। ਤੁਸੀਂ ਸਾਰਾ ਕੁਝ ਆਨਲਾਈਨ ਤੇ ਤੁਸੀਂ ਜੇ ਜਾਓਗੇ ਤੁਸੀਂ ਮਿਨਿਸਟਰੀ ਆਫ ਟਰਾਂਸਪੋਰਟੇਸ਼ਨ ਦੇ ਉੱਥੇ ਸਾਰੀ ਇਨਫੋਰਮੇਸ਼ਨ ਹੈ ਕਿ ਜੀ। ਬਿਲਕੁਲ ਜੀ। ਤੇ ਸਰ ਗੁੱਚੀ ਦੀਆਂ ਜੀਨਸ ਦੀ ਗੱਲ ਕਰ ਉਹ ਜੀ ਫਿਰ ਉਹਨਾਂ ਨੇ ਐਸੀ ਗੱਲ ਕੀਤੀ ਹੈ, ਕਹਿੰਦੇ ਵੀ ਚਲੋ ਆਪਾਂ ਹੁਣ ਐਸੀ ਜੀਨ ਪੇਸ਼ ਕਰਦੇ ਹਾਂ ਜਿਹੜੀ ਜੀਨ ਦੇ ਉੱਤੇ ਇਉਂ ਲੱਗੂਗਾ ਵੀ ਘਾਹ ਦੇ ਦਾਗ ਲੱਗੇ ਹੋਏ ਨੇ। ਸੋ $1750 ਦੀ ਹੈ ਜੀ, ਮੇਰੇ ਖਿਆਲ US ਦੀ ਹੈਗੀ ਹੈ ਔਰ ਉਹ ਉਹਦੇ ਚ ਕੱਲੀ ਔਰਤਾਂ ਵਾਸਤੇ ਨਹੀਂ ਹੈ ਜੀ, ਨਹੀਂ ਸੌਰੀ ਕੱਲੀ ਲੜਕੀਆਂ ਵਾਸਤੇ ਨਹੀਂ ਹੈ ਜੀ, ਉਹ ਮਰਦਾਂ ਵਾਸਤੇ ਵੀ ਬਣੀ ਹੋਈ ਜੀ। ਤੇ ਜੇ ਤੁਸੀਂ ਦੇਖੋ ਵੀ ਲੱਗਾ ਵੀ ਬੰਦਾ ਕੰਮ ਕਰਦਾ, ਅੱਗੇ ਤਾਂ ਪਾਰਟੀਆਂ ਪਾਈ ਫਿਰਦੇ, ਮੈਨੂੰ ਤਾਂ ਸਮਝ ਨਹੀਂ ਜੀ ਆਉਂਦੀ। ਸੌਰੀ ਜੇ ਕਿਸੇ ਦੀ ਪਾਈ ਹੋਈ ਹੈ ਤਾਂ ਮੈਂ ਉਹਨੂੰ ਇਹ ਗੱਲ ਕਹਿਣ ਲੱਗਿਆ, ਤੁਹਾਨੂੰ ਪਰਮਾਤਮਾ ਨੇ ਚੰਗੇ ਸੁਥਰੇ ਕੱਪੜੇ ਪਾਉਣ ਵਾਸਤੇ ਬਣਾਇਆ, ਤੁਸੀਂ ਪਾਰਟੀਆਂ ਪਾਈ ਫਿਰਦੇ ਹੋ, ਗੋਡੇ ਦਿਸਦੇ ਆ, ਲੱਤਾਂ ਥੱਲੇੋਂ ਦਿਸਦੀਆਂ ਨੇ ਜੀ, ਪਤਾ ਨਹੀਂ ਕੀ ਸਮਝ ਕੇ ਪਾਉਂਦੇ ਹੋ ਤੁਸੀਂ, ਕਿਸੇ ਗਰੀਬ ਦਾ ਮਜ਼ਾਕ ਉਡਾ ਰਹੇ ਨੂੰ। ਕਦੇ ਇਹ ਗੱਲ ਸੋਚੀ ਹੈ? ਸੌਰੀ ਦੀਜ਼ ਆਰ ਮਾਈ ਕਮੈਂਟਸ ਨਾਟ ਹਮਦਰਦ ਕਮੈਂਟਸ। ਮੈਂ ਤਾਂ ਪਰ ਫਿਰ ਵੀ ਇਹ ਉਹਨਾਂ ਵਾਸਤੇ ਹੈ ਜੀ, ਤੁਹਾਨੂੰ ਜੇ ਤੁਸੀਂ ਨਹੀਂ ਲਿਬੜਨਾ ਚਾਹੁੰਦੇ ਪਰ ਲੱਗਦਾ ਹੈ ਲਿਬੜੇ ਹੋਏ ਹੋ ਜੀ, ਤਾਂ $1750 ਦੀ ਗੁੱਚੀ ਦੀ ਜੀਨ ਹੈ ਜੀ। ਬਿਲਕੁਲ ਜੀ। ਤੇ ਹੁਣ ਸਮਾਂ ਵੀ ਸਰ ਇਜਾਜ਼ਤ ਲੈਂਦਾ ਹੋਇਆ ਜਾਣ ਤੋਂ ਪਹਿਲਾਂ ਜਿਹੜੀ ਹਮੇਸ਼ਾ ਅਸੀਂ ਕੁਐਸਚਨਸ ਪੁੱਟ ਕਰਦੇ ਹੁੰਦੇ ਹਾਂ, ਉਸ ਤੋਂ ਪਹਿਲਾਂ ਇੱਕ ਛੋਟੀ ਜਿਹੀ ਅਪਡੇਸ਼ਨ ਜ਼ਰੂਰ ਦੇ ਦਈਏ ਜਿਹੜੀ ਤਾਜ਼ਾ ਖਬਰ ਸਾਹਮਣੇ ਆ ਰਹੀ ਹੈ। ਸਾਰੇ ਜਾਣਦੇ ਨੇ ਕਿ ਪੰਜਾਬ ਦੇ ਵਿੱਚ 25 ਤਰੀਕ ਨੂੰ ਬੰਦ ਕੀਤਾ ਜਾ ਰਿਹਾ ਤੇ ਕਿਸਾਨ ਧਰਨਾ ਦੇ ਰਹੇ ਨੇ ਜੋ ਨਵਾਂ ਖੇਤੀ ਆਰਡੀਨੈਂਸ ਆਇਆ ਉਹਦੇ ਵਿਰੁੱਧ। ਇਹਦੇ ਉੱਤੇ ਸਰ ਪੰਜਾਬ ਦੇ ਸੀਐਮ ਕੈਪਟਨ ਅਮਰਿੰਦਰ ਸਿੰਘ ਦਾ ਇੱਕ ਬਿਆਨ ਸਾਹਮਣੇ ਆਇਆ। ਹਾਲਾਂਕਿ ਅਸੀਂ ਦੇਖ ਰਹੇ ਹਾਂ ਕਿ ਕਰੋਨਾ ਵਾਇਰਸ ਦੀ ਜਿਹੜੀ ਮਾਰ ਆ ਕਾਫੀ ਜ਼ਿਆਦਾ ਇਸ ਵਕਤ ਭਾਰਤ ਦੇ ਉੱਤੇ ਪਈ ਹੋਈ ਆ, ਜਿਹੇ ਵਿੱਚ ਕਾਫੀ ਰਿਸਕੀ ਹੋਏਗਾ ਜਿਹੇ ਧਰਨਿਆਂ ਦੇ ਵਿੱਚ ਸ਼ਾਮਿਲ ਹੋਣਾ। ਪਰ ਕੈਪਟਨ ਅਮਰਿੰਦਰ ਸਿੰਘ ਦਾ ਇੱਕ ਬਿਆਨ ਇੱਥੇ ਪੰਜਾਬ ਸਰਕਾਰ ਦਾ ਕੁਝ ਫੇਵਰੇਬਲ ਬਿਆਨ ਨਜ਼ਰ ਆ ਰਿਹਾ। ਉਹਨਾਂ ਦਾ ਕਹਿਣਾ ਹੈ ਕਿ ਜਿੰਨੇ ਵੀ ਕਿਸਾਨ ਇਸ ਪ੍ਰੋਟੈਸਟ ਦੇ ਵਿੱਚ ਪਾਰਟਿਸਿਪੇਟ ਕਰਨਗੇ, ਧਰਨੇ ਵਿੱਚ ਸ਼ਾਮਿਲ ਹੋਣਗੇ, ਉਹਨਾਂ ਵਿੱਚੋਂ ਕਿਸੇ ਦੇ ਉੱਤੇ ਵੀ 144 ਧਾਰਾ 144 ਦਾ ਉਲੰਘਣ ਕਰਨ ਤੇ ਕੋਈ ਵੀ ਮਾਮਲਾ ਦਰਜ ਨਹੀਂ ਹੋਊਗਾ, ਬਸ਼ਰਤੇ ਬਸ ਕੋਈ ਵੀ ਕਾਨੂੰਨ ਨਾ ਤੋੜੇ, ਕੋਈ ਵੀ ਕਾਨੂੰਨ ਦੀ ਉਲੰਘਣਾ ਨਾ ਕੀਤੀ ਜਾਵੇ। ਅਦਰਵਾਈਜ਼ ਕਿਸੇ ਉੱਤੇ ਧਾਰਾ 144 ਦਾ ਉਲੰਘਣ ਕਰਨ ਦਾ ਕੋਈ ਵੀ FIR ਦਰਜ ਨਹੀਂ ਕੀਤੀ ਜਾਏਗੀ। ਜਦੋਂ ਤੁਸੀਂ ਕਾਂਗਰਸ ਦੇ ਅਗੇਂਸਟ ਕਰੋਗੇ ਤਾਂ ਤੁਹਾਡੇ ਅਗੇਂਸਟ FIR ਹੋਊਗੀ 144 ਦੇ ਅਗੇਂਸਟ ਜੀ। ਜੇ ਤੁਸੀਂ BJP ਦੇ ਅਗੇਂਸਟ ਕਰ ਰਹੇ ਹੋ ਜੀ, ਤੁਹਾਨੂੰ ਕੋਈ ਗੱਲ ਨਹੀਂ, ਜੋ ਕਰਨਾ ਕਰੋ। ਕੋਈ ਐਸੀ ਖੁੱਲੀ ਛੁੱਟੀ ਦਿੱਤੀ ਹੋਈ ਜੀ, ਇਹ ਅਮਰਿੰਦਰ ਸਿੰਘ ਉਹਨਾਂ ਨੇ ਗੱਲ ਕਹੀ ਹੈ। ਹਾਲਾਂਕਿ ਸੋਚਣ ਵਾਲੀ ਗੱਲ ਇਹ ਹੈ ਤਰਨ, ਕੋਵਿਡ ਇਜ਼ ਨਾਟ ਅੰਡਰ ਕੰਟਰੋਲ ਈਵਨ ਇਨ ਪੰਜਾਬ। ਤੇ ਜਿਹੜੇ ਇਸ ਖੁੱਲ੍ਹ ਦੇ ਦੇਣੀ ਆ, ਠੀਕ ਹੈ, ਮੁਜ਼ਾਹਰੇ ਹੋ ਰਹੇ ਨੇ, ਮੁਜ਼ਾਹਰੇ ਹੋਣਗੇ, ਹੋਣੇ ਵੀ ਚਾਹੀਦੇ ਨੇ।
ਪਰ ਇਹਨਾਂ ਮੁਜ਼ਾਹਰਿਆਂ ਦੇ ਵਿੱਚ ਤਰਨ ਬਹੁਤ ਲੋਕ ਫਾਇਦਾ ਲੈਣਗੇ। ਮੌਕਾ ਪ੍ਰਸਤ ਲੋਕ ਵਿੱਚ ਨਵੇਂ ਲੀਡਰ ਆਉਣਗੇ ਜੀ, ਨਵੀਆਂ ਆਪਣੀਆਂ ਲੀਡਰੀਆਂ ਚਮਕਾਈਆਂ ਜਾਣਗੀਆਂ। ਜਿਹੜਾ ਅਸਲ ਮੁੱਦਾ, ਮੇਰੀ ਗੱਲ ਯਾਦ ਰੱਖਿਓ, ਮੈਂ ਕਹਿੰਦਾ ਨਾ ਹੋਵੇ, ਅਸਲ ਮੁੱਦਾ ਪਿੱਛੇ ਰਹਿ ਜਾਏਗਾ ਜੀ। ਹੋਰ ਗੱਲਾਂ ਦਾ ਵਿੱਚ ਬਹੁਤ ਕੁਛ ਜਿਹੜਾ ਹੈਗਾ ਇਹ ਜਿਹੜੇ ਪਾਸੇ ਨੂੰ ਇਹ ਜਾ ਰਿਹਾ ਜੀ, ਇਹਦੇ ਵਿੱਚ ਸਿਆਸਤ ਹੈ। ਹਰ ਪਾਰਟੀ ਆਪੋ ਆਪਣੀ ਸਿਆਸਤ ਖੇਡ ਰਹੀ ਹੈ। ਕਿਹੜੇ ਪਾਸੇ ਜੀ ਇਹ ਜਾਏਗਾ ਇਹ ਆਪਾਂ ਪ੍ਰੋਗਰਾਮ ਦੇ ਬਾਅਦ ਨੈਕਸਟ ਪ੍ਰੋਗਰਾਮ ਸ਼ੁਰੂ ਹੋ ਰਿਹਾ ਹੈ, ਇੱਕ ਡਿਸਕਸ਼ਨ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਬਿਲਕੁਲ ਠੀਕ ਇਸ ਪ੍ਰੋਗਰਾਮ ਦੇ ਖਤਮ ਹੋਣ ਤੋਂ ਬਾਅਦ। ਸੋ ਲਾਈਵ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ। ਕਿਰਸਾਨੀ ਦੇ ਉੱਤੇ ਜਿਹੜਾ ਇਸ ਵਕਤ ਅੰਦੋਲਨ ਹੋ ਰਿਹਾ ਉਹਦੇ ਬਾਰੇ ਅਸੀਂ ਲਾਈਵ ਪ੍ਰੋਗਰਾਮ ਵਿੱਚ ਡਿਬੇਟ ਕਰਾਂਗੇ। ਆਪਣੇ ਵਿਚਾਰ ਵੀ ਤੁਸੀਂ ਰੱਖ ਸਕਦੇ ਹੋ ਕਿ ਵਿਦੇਸ਼ਾਂ 'ਚ ਬਹਿ ਕੇ ਤੁਸੀਂ ਕਿਸ ਤਰੀਕੇ ਨਾਲ ਇਸ ਦਾ ਹਿੱਸਾ ਬਣ ਸਕਦੇ ਹੋ। ਇਹਦੇ ਸਾਰੇ ਮੁੱਦਿਆਂ ਉੱਤੇ ਗੱਲਬਾਤ ਕਰਾਂਗੇ। ਪਰ ਸਰ ਐਨਡੀਪੀ ਦੀ ਉਰੇ ਗੱਲ ਜ਼ਰੂਰ ਕਰ ਲਈ। ਅੱਜ ਐਨਡੀਪੀ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਸੀ। ਜਿਹੜੇ ਪੇਰੈਂਟਸ ਇਸ ਵਕਤ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਲਈ ਕੰਸਰਨਡ ਨੇ, ਕੁਝ ਅਜਿਹਾ ਹੀ ਮੁੱਦਾ ਉਹਨਾਂ ਵੱਲੋਂ ਵੀ ਚੁੱਕਿਆ ਗਿਆ। ਅੱਜ ਬਰੈਂਪਟਨ ਦੇ 3 MPPs ਜਿਹੜੇ ਐਨਡੀਪੀ ਦੇ ਨੇ ਜੀ, ਉਹਨਾਂ ਨੇ ਜੁਆਇੰਟ ਪ੍ਰੈਸ ਕਾਨਫਰੰਸ ਕੀਤੀ ਸੀ। ਸਾਨੂੰ ਆਪਾਂ ਨੂੰ ਉਹਨੂੰ ਕਵਰ ਕਰਨ ਦਾ ਮੌਕਾ ਮਿਲਿਆ ਤੇ ਮੈਂ ਉੱਥੇ ਗਿਆ ਵੀ ਸੀਗਾ ਜੀ। ਤੇ ਜਿਹੜੇ 3 MPP ਨੇ ਉਹਨਾਂ ਨੇ ਸਾਰਿਆਂ ਨੇ ਗੱਲ ਇਹੀ ਕੀਤੀ ਹੈ। ਸਾਰਾ ਸਿੰਘ ਹੈ ਜੀ, ਕੈਵਨ ਯਾਰਡੇ ਹੈ ਤੇ ਗੁਰਰਤਨ ਸਿੰਘ, ਉਹਨਾਂ ਤਿੰਨਾਂ ਦਾ ਇੱਕੋ ਹੀ ਟੋਨ ਦੇ ਵਿੱਚ ਗੱਲ ਕੀਤੀ ਹੈ ਕਿ ਬੱਚੇ ਜਿਹੜੇ ਸਕੂਲਾਂ ਦੇ ਵਿੱਚ ਆ, ਗਿਣਤੀ ਬਹੁਤ ਜ਼ਿਆਦਾ ਹੈ, ਇਹ ਗਿਣਤੀ ਘੱਟ ਹੋਣੀ ਚਾਹੀਦੀ ਹੈ, ਗਿਣਤੀ 15 ਹੋਣੀ ਚਾਹੀਦੀ ਹੈ। ਔਰ ਕੈਵਨ ਯਾਰਡੇ ਨੇ ਇਹ ਉਹਦੇ 'ਚ ਲੈਜਿਸਲੇਸ਼ਨ ਦੇ 'ਚ ਇਹ ਮਤਾ ਚੁੱਕਿਆ ਸੀਗਾ ਜੀ ਉਸ ਬਿੱਲ ਦੇ ਉੱਤੇ। ਉਹ ਬਿੱਲ ਡਿਫੀਟ ਹੋ ਗਿਆ, ਇਸ ਗੱਲ ਨੂੰ ਮੰਨਿਆ ਨਹੀਂ ਗਿਆ। ਪਰ ਇਹ ਉਹ ਕਹਿੰਦੇ ਅਸੀਂ ਹੁਣ ਹੋਰ ਇਹ ਤੋਂ ਵੱਧ ਜ਼ੋਰ ਲਗਾ ਕੇ ਇਸ ਮਾਮਲੇ ਦੇ ਵਿੱਚ ਅਸੀਂ ਗੱਲ ਕਰਾਂਗੇ ਜੀ। ਜੀ ਬਿਲਕੁਲ। ਤੇ ਸਰ ਆਪਾਂ ਵਾਪਸ ਮੁੱਦੇ ਤੇ ਆਈਏ। ਅੱਜ ਕਿਸ ਚੀਜ਼ ਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਕਿਉਂਕਿ ਸਮਾਂ ਲਗਭਗ ਆਪਣਾ ਪੂਰਾ ਹੋ ਚੁੱਕਿਆ ਤੇ ਆਪਣੇ ਦਰਸ਼ਕਾਂ ਨੂੰ ਇੱਕ ਆਖਰੀ ਜ਼ਰੂਰ ਅਸੀਂ ਪੁੱਛਾਂਗੇ ਸਵਾਲ। ਬਿਲਕੁਲ ਜੀ, ਜਿਹੜਾ ਅਗਲਾ ਪ੍ਰੋਗਰਾਮ ਹੈ ਜੀ ਉਹ 'ਚ ਮੈਂ ਚਲਾ ਜਾਣਾ ਜੀ। ਤਰਨ ਮੈਨੂੰ ਕਹਿੰਦੇ ਵੀ ਤੂੰ ਇੱਥੇ ਬੈਠਾ ਨਹੀਂ ਰਹਿ ਸਕਦਾ ਜੀ। ਤੇ ਤਰਨ ਨੂੰ ਨਹੀਂ ਸਰ, ਤੁਸੀਂ ਮੇਰਾ ਸਾਥ ਛੱਡ ਕੇ ਜਾ ਰਹੇ ਹੋ। ਇਨਫੈਕਟ ਤਰਨ ਹੈਂਡਲ ਕਰੇਗੀ ਜੀ ਉਹ। ਮੈਂ ਤੇ ਪਲੀਜ਼ ਜੁੜੇ ਰਹਿਣਾ ਕਿਉਂਕਿ ਸੁਣਨ ਵਾਲਾ ਪ੍ਰੋਗਰਾਮ ਹੈ ਜਿਹੜਾ ਪੱਕਦਾ ਹੋਇਆ ਮਸਲਾ। ਅਸੀਂ ਆਪਣੀਆਂ ਖਬਰਾਂ 'ਚ ਇਸ ਕਰਕੇ ਨਹੀਂ ਕੀਤਾ ਕਿ ਸਾਰੀਆਂ ਫਿਰ ਖਬਰਾਂ ਉਸ ਮਾਮਲੇ 'ਚ ਰਹਿਣ। ਸੋ ਅਸੀਂ ਹੁਣ ਵੱਖਰਾ ਟਾਈਮ ਦਿੱਤਾ ਜੀ ਇਸ ਮਸਲੇ ਦੇ ਉੱਤੇ, ਤੁਹਾਨੂੰ ਹਰ ਇੱਕ ਐਂਗਲ ਤੋਂ ਤਰਨ ਚਾਨਣਾ ਪਾਵੇਗੀ ਜੀ। ਅੱਜ ਗੱਲ ਕਰਨ ਜਾ ਰਹੇ ਹਾਂ ਜੀ ਵਿਲਨ ਨੇ ਜੀ। ਇਹ ਇਹਨਾਂ ਦਾ ਜਿਹੜਾ ਫਿਲਮੀ ਨਾਮ ਹੈ ਤੇ ਜਿਹੜਾ ਅਸਲ ਨਾਮ ਹੈ ਉਹ ਹੋਰ ਹੈ। ਫਿਲਮੀ ਨਾਮ ਦੇ ਅੰਡਰ ਇਹਨਾਂ ਨੇ ਕੰਮ ਕੀਤਾ ਜੀ। ਇਹਨਾਂ ਦਾ 1915 ਦੇ ਵਿੱਚ ਜਨਮ ਹੋਇਆ ਸੀਗਾ ਜੀ। ਇਹਨਾਂ ਦਾ ਬੇਟਾ ਵੀ ਫਿਲਮਾਂ ਦੇ ਵਿੱਚ ਹੈਗਾ ਜੀ। ਤੇ ਇਹਨਾਂ ਦੇ ਇਹ ਕਸ਼ਮੀਰੀ ਪੰਡਤ ਫੈਮਿਲੀ ਨੂੰ ਬਿਲੋਂਗ ਕਰਦੇ ਆ ਜੀ। ਤੇ ਇਹਨਾਂ ਦਾ ਦਾਦਾ ਕਿਸੇ ਵੇਲੇ ਬੜੇ ਉੱਚੇ ਦਰਜਿਆਂ ਦੇ ਵਿੱਚ ਸੀਗਾ ਜੀ। ਉੱਥੇ ਇਹਨਾਂ ਦੇ ਫਾਦਰ ਦੀ ਡੈਥ ਹੋ ਗਈ ਸੀ ਜੋ ਤੇ 3 ਸਾਲ ਦੇ ਸੀ। ਇਹਨਾਂ ਦੀ ਮਦਰ ਦੀ ਡੈਥ ਹੋ ਗਈ ਸੀ ਇਹਨਾਂ ਦੇ ਬਰਥ ਵੇਲੇ। ਇਹ ਆਪਦੇ ਆਪ ਨੂੰ ਐਕਟਰ ਬਣਨਾ ਚਾਹੁੰਦੇ ਸੀਗੇ ਜੀ, ਪਰ ਵੱਡੇ ਪਰਿਵਾਰ ਦਾ ਹੋਣ ਕਰਕੇ ਪਰਿਵਾਰ ਸ਼ਰਮ ਮੰਨਦਾ ਸੀਗਾ ਵੀ ਇਹ ਹੋਣਾ ਨਹੀਂ ਚਾਹੀਦਾ ਹੈਗਾ। ਅਖੀਰ ਜੀ 26 ਰੁਪਏ ਲੈ ਕੇ ਬੰਬੇ ਜਾ ਵੜੇ ਔਰ ਇਹ ਬੜੇ ਕਾਮਯਾਬ ਵਿਲਨ ਬਣੇ ਜੀ। ਇੱਕ ਥੋੜਾ ਜਿਹਾ ਹਿੰਟ ਦੇ ਦੇਣਾ ਜੀ, ਇਹਨਾਂ ਨੇ ਇੱਕੋ ਹੀ ਰੋਲ 49 ਫਿਲਮਾਂ ਦੇ ਵਿੱਚ ਕੀਤਾ ਜੀ। ਇੱਕੋ ਹੀ ਰੋਲ 49 ਫਿਲਮਸ ਦੇ ਵਿੱਚ ਕੀਤਾ ਜੀ। ਹੋਪਫੁਲੀ ਤੁਸੀਂ ਬੜਾ ਵੱਡਾ ਹਿੰਟ ਦਿੱਤਾ ਜੀ। ਭਲਾ ਬੁੱਝੋ ਤਾਂ ਕੌਣ ਹੈ ਜੀ? ਨਹੀਂ ਜੀ, ਅਜੇ ਤੱਕ ਕੋਈ ਜਵਾਬ ਨਹੀਂ ਆਇਆ। ਸਾਡੇ ਦਰਸ਼ਕ ਵੀ ਇਸ ਵਕਤ ਉਲਝੇ ਹੋਏ ਨਜ਼ਰ ਆ ਰਹੇ ਨੇ ਇਸ ਸਵਾਲ ਦੇ ਵਿੱਚ। ਇਹਨਾਂ ਨੇ ਜੀ ਮਨਮੋਹਨ ਦੇਸਾਈ ਦੀ ਅਮਰ ਅਕਬਰ ਐਂਥਨੀ ਵਿੱਚ ਵੀ ਕੰਮ ਕੀਤਾ ਸੀਗਾ ਜੀ। ਦੇਵਾਨੰਦ ਦੇ ਨਾਲ ਇਹਨਾਂ ਨੇ 1966 ਤੋਂ ਲੈ ਕੇ 1978 ਤੱਕ ਕੰਮ ਕੀਤਾ ਜੀ। ਇਹ ਹੰਸਤੇ ਜ਼ਖਮ ਵਿੱਚ ਵੀ ਸੀਗੇ ਜੀ, ਵਿਲਨ ਸੀਗੇ। ਮੇਰੇ ਆਦਮੀ ਉੱਲੂ ਕੇ ਬੱਠੇ ਬੜੇ ਆਰਾਮਜ਼ਾਦੇ हैं। ਇਹ ਜਿਹਾ ਡਾਇਲੌਗ ਸੀਗਾ ਕੁਛ ਨਹੀਂ ਜੀ? ਨਹੀਂ ਜੀ, ਬਿਲਕੁਲ ਕੋਈ ਜਵਾਬ ਨਹੀਂ ਆਇਆ ਇਸ ਵਕਤ। ਓਕੇ ਜੀ, ਸਮਾਂ ਵੀ ਸਾਡਾ ਇਸ ਵਕਤ ਇਜਾਜ਼ਤ ਲੈਂਦਾ ਹੋਇਆ। ਬਿਲਕੁਲ ਜੀ। ਇਹਨਾਂ ਦਾ ਨਾਮ ਹੈਗਾ ਜੀ ਓਮਕਾਰ ਨਾਥ ਧਰ, ਅਸਲ ਨਾਮ ਹੈ ਜੀ। ਵੈਸੇ ਜੀਵਨ ਦੇ ਨਾਮ ਤੋਂ ਫਿਲਮਾਂ ਜਾਣੇ ਜਾਂਦੇ ਨੇ ਜੀ। ਅੱਜ ਇੰਨਾ ਹੀ ਕਾਫੀ ਜੀ। ਕੱਲ ਨੂੰ ਫਿਰ ਮਿਲਾਂਗੇ। ਸਤਿ ਸ੍ਰੀ ਅਕਾਲ। ਬਿਲਕੁਲ ਜੀ, ਫਿਲਹਾਲ ਦਿਓ ਇਜਾਜ਼ਤ, ਪਰ ਅਗਲੇ ਪ੍ਰੋਗਰਾਮ ਲਈ ਤੁਸੀਂ ਸਾਡੇ ਨਾਲ ਜੁੜੇ ਰਹੋ। ਅੱਜ ਖੇਤੀ ਆਰਡੀਨੈਂਸ ਦੇ ਉੱਤੇ ਕਰਾਂਗੇ ਚਰਚਾ ਤੇ ਦੇਖਦੇ ਰਹੋ ਹਮਦਰਦ ਟੀਵੀ। ਸਤਿ ਸ੍ਰੀ ਅਕਾਲ।